ਕਈ ਵਾਰ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਜਿਵੇਂ ਲੇਡੀਜ਼ ਜਾਂ ਕੋਈ ਦੇਖ ਕੇ ਕਹਿਣ ਲੱਗ ਜਾਂਦਾ ਹੈ ਕਿ ਪਰਮਾਤਮਾ ਇਹਨੂੰ ਇੱਕ ਹੱਥ ਹੀ ਦੇ ਦਿੰਦਾ। ਤਾਂ ਮੈਂ ਕਹਿਣਾ ਹੁੰਦਾ ਵੀ ਜਦੋਂ ਪਰਮਾਤਮਾ ਜੇ ਤੁਸੀਂ ਮੰਗ ਹੀ ਰਹੇ ਹੋ ਤਾਂ ਤੁਸੀਂ ਦੋਨੋਂ ਹੱਥ ਕਿਉਂ ਨਹੀਂ ਮੰਗ ਰਹੇ। ਤੇ ਅਸੀਂ ਸਾਡੇ ਅੰਦਰ ਨਾ ਸ਼ੁਕਰ ਨਹੀਂ ਹੈਗਾ, ਅਸੀਂ ਸ਼ੁਕਰ ਨਹੀਂ ਕਰਦੇ ਪਰਮਾਤਮਾ ਦਾ ਕਿ ਵੀ ਸਾਡੇ ਹੱਥ ਪੈਰ ਹੈਗੇ ਆ, ਵੀ ਇਹ ਪਰਮਾਤਮਾ ਤੇਰਾ ਬਹੁਤ ਬਹੁਤ ਸ਼ੁਕਰ ਆ। ਫਰੈਂਡ ਨੂੰ ਕਿਹਾ, ਮੈਂ ਕਿਹਾ ਯਾਰ ਪਰਸਨ ਬਹੁਤ ਵਧੀਆ, ਤੂੰ ਰਾਣੀ ਬਣ ਕੇ ਰਹੇਂਗੀ, ਤੂੰ ਮੈਰਿਜ ਕਰਵਾ ਲਾ ਹੈ। ਤੇ ਉਹ ਕਹਿੰਦੀ ਆਏ ਕਿਵੇਂ ਮੈਰਿਜ ਕਰਵਾ ਲਾ, ਮੇਰੇ ਕੋਈ ਡ੍ਰੀਮ ਨਹੀਂ। ਤੇ ਕਹਿੰਦੀ ਬਾਲੀ ਆ ਨਾ, ਤੂੰ ਆਪ ਕਰਵਾ ਲਾ। ਫਿਰ ਉਸ ਦਿਨ ਮੈਂ ਪੂਰੀ ਰਾਤ ਸੁੱਤੀ ਨਹੀਂ ਤੇ ਮੈਂ ਇਹੀ ਗੱਲ ਸੋਚ ਰਹੀ ਸੀ ਕਿ ਯਾਰ ਕੁੜੀਆਂ ਇੱਦਾਂ ਕਿਉਂ ਸੋਚ ਰਹੀਆਂ ਨੇ, ਜਦੋਂ ਪਰਸਨ ਵਧੀਆ ਆਏ, ਮੈਨੂੰ ਪਤਾ ਉਹਦਾ ਨੇਚਰ ਬਹੁਤ ਵਧੀਆ, ਫਿਰ ਕਿਤੇ ਨਾ ਕਿਤੇ ਸੋਚਿਆ ਮੈਂ ਕਿ ਉਹਨੇ ਮੈਨੂੰ ਇਹ ਗੱਲ ਕਿਉਂ ਆਖਦੀ ਹੈ ਨਾ ਕਿ ਤੂੰ ਕਰਵਾ ਲਾ। ਤੇ ਫਿਰ ਮੈਂ ਠਾਣ ਲਈ ਸੀ ਕਿ ਹੁਣ ਤਾਂ ਮੈਨੂੰ ਕਰਕੇ ਦਿਖਾਉਂਗੀ ਕਿ ਹਾਂ ਇਹ ਪਰਸਨ ਬਹੁਤ ਵਧੀਆ ਸੀ। ਮੈਂ ਜ਼ਿੰਦਗੀ ਦੇ ਵਿੱਚ ਬੜੀ ਵਾਰ ਡਿੱਗ ਕੇ ਖੜੇ ਹੋਣਾ ਅਸੀਂ ਸਾਰਿਆਂ ਨੇ ਸੁਣਿਆ ਹੈ ਨਾ, ਤੇ ਪਰ ਪਤਾ ਉਹਨੂੰ ਹੁੰਦਾ ਜਿਹੜਾ ਡਿੱਗ ਕੇ ਖੜੇ ਹੁੰਦਾ ਫਿਰ ਚੱਲਦਾ, ਡਿੱਗ ਕੇ ਖੜਾ ਹੁੰਦਾ ਫਿਰ ਚੱਲਦਾ, ਤੇ ਮੈਂ ਉਹ ਪਰਸਨ ਸੀਗਾ। ਕਾਫੀ ਰਿਲੇਟਿਵ ਸੀਗੇ ਤੇ ਉਹਨਾਂ ਨੇ ਇਹ ਆਖ ਦਿੱਤਾ ਕਿ ਤੂੰ ਆਈਲੈਸ ਕਰ ਲਾ ਜਾਂ ਐਂ ਕਰ, ਤੂੰ ਨਹੀਂ ਆਈਲੈਸ ਕਰਨਾ ਤਾਂ ਬਸ ਆਹ ਲੋਕਡਾਊਨ 'ਚ ਖਤਮ ਹੋ ਲੈਂਦੇ, ਫੋਰਨ 'ਚ ਮੁੰਡੇ ਪੱਕੇ ਹੈਗੇ ਆ, ਤੂੰ ਇੰਨੀ ਸੋਹਣੀ ਤੇ ਤੇਰਾ ਕਰਵਾ ਦਾਂਗੇ। ਮੈਂ ਕਿਹਾ ਮੈਨੂੰ ਕੁਝ ਨਹੀਂ ਚਾਹੀਦਾ, ਮੈਂ ਕਰਵਾਉਣਾ ਤਾਂ ਜਗਵਿੰਦਰ ਨਾਲ ਕਰਵਾਉਣਾ। ਉਸ ਟਾਈਮ ਮੈਨੂੰ ਇਹ ਗੱਲਾਂ ਸੁਣਨ ਨੂੰ ਮਿਲੀਆਂ ਕਿ ਉਹਦੇ ਹੱਥ ਹੈ ਨਹੀਂ, ਤੂੰ ਸਾਂਭ ਲੇਂਗੀ ਉਹਨੂੰ, ਕੱਟ ਲੇਂਗੀ ਉਹਦੇ ਨਾਲ। ਮੈਨੂੰ ਹੁਣ ਵੀ ਕਾਲ ਆਉਂਦੀਆਂ ਕਿ ਤੂੰ ਠੀਕ ਆ ਹੈ ਤੇ ਕੋਈ ਪ੍ਰੋਬਲਮ ਤਾਂ ਨਹੀਂ। ਤੇ ਮੈਂ ਉਹਨਾਂ ਨੂੰ ਹੱਸ ਕੇ ਕਹਿ ਦਿੰਦੀ ਮੈਨੂੰ ਕਾਹਦੀ ਪ੍ਰੋਬਲਮ ਆ, ਸਗੋਂ ਮੈਂ ਉਹਨੂੰ ਤੰਗ ਕਰਦੀ ਪਈ ਆ। ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਫਿਰ ਤੁਹਾਡੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਐਕਸਕਿਊਜ਼ ਜਾਂ ਕੋਈ ਸ਼ੱਕ ਨਹੀਂ ਹੁੰਦਾ। ਪਰ ਜੇ ਤੁਸੀਂ ਕੋਈ ਕੰਮ ਤੁਹਾਨੂੰ ਲੱਗਦਾ ਕਿ ਛੱਡੋ ਯਾਰ ਆਪਾਂ ਕਰਕੇ ਕੀ ਲੈਣਾ, ਜਾਂ ਆਪਣੇ ਅੰਦਰ ਬਹਾਨੇ ਬਹੁਤ ਜ਼ਿਆਦਾ ਹੁੰਦੇ ਕਿਸੇ ਕੰਮ ਨੂੰ ਨਾ ਕਰਨ ਦੇ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਏ। ਅਸੀਂ ਇਹ ਗੱਲ ਕਹਿੰਦੇ ਜ਼ਰੂਰ ਆ, ਪਰ ਕੀ ਅਸੀਂ ਸੋਚਦੇ ਹਾਂ, ਅਮਲ ਨਹੀਂ ਕਰਦੇ। ਅਸੀਂ ਕਿੰਨਾ ਕੁ ਮੰਨਦੇ ਕਿ ਹਾਂ ਪ੍ਰਮਾਤਮਾ ਸਾਡੇ ਨਾਲ ਆ, ਪਰ ਤੁਸੀਂ ਉਹ ਚੀਜ਼ ਨੂੰ ਨਾ ਕਦੀ ਵੀ ਭੁੱਲੋ। ਤੁਸੀਂ ਸੈਡ ਨਾ ਹੋ, ਤੁਸੀਂ ਦੁਖੀ ਨਾ ਹੋ। ਕਿੰਨੇ ਵੀਰ ਕਿਸਾਨ ਭਰਾ ਨੇ ਜਿਹੜੇ, ਕਿੰਨੇ ਭੈਣ ਭਰਾ ਨੇ ਜਿਹੜੇ ਸੁਸਾਈਡ ਕਰ ਲੈਂਦੇ ਆ ਮੈਂਟਲੀ ਸਟ੍ਰੈਸ ਕਰਕੇ। ਠੀਕ ਹੈ, ਕਿਸ ਚੀਜ਼ ਦਾ ਸਟ੍ਰੈਸ ਆ? ਕੀ ਨਹੀਂ ਹੈਗਾ ਤੁਹਾਡੇ ਕੋਲ ਹੱਥ ਪੈਰ ਨਹੀਂ ਹੈਗੇ, ਤੁਸੀਂ ਚੱਲ ਫਿਰ ਨਹੀਂ ਸਕਦੇ, ਜਾਂ ਤੁਹਾਡਾ ਦਿਲ ਨਹੀਂ ਚੱਲ ਰਿਹਾ, ਜਾਂ ਤੁਹਾਡਾ ਦਿਮਾਗ ਨਹੀਂ ਚੱਲ ਰਿਹਾ, ਸਾਰਾ ਕੁਝ ਚੱਲ ਰਿਹਾ, ਤੁਹਾਨੂੰ ਹੋਰ ਕੀ ਚਾਹੀਦਾ? ਪੈਰ ਮੈਨੂੰ ਦਿੱਤੇ ਪ੍ਰਮਾਤਮਾ ਨੇ ਚੰਗੇ ਰਸਤੇ ਤੇ ਚੱਲਣ ਲਈ, ਨਾ ਕਿ ਸੁਸਾਈਡ ਵਾਲੇ ਪਾਸੇ ਜਾਂ ਗਲਤ ਕੰਮਾਂ ਦੇ ਵਿੱਚ ਪੈਣ ਲਈ। ਮੈਂ ਨਸ਼ਿਆਂ 'ਚ ਪੈ ਸਕਦਾ ਸੀ, ਕਰ ਸਕਦੀ, ਪਰ ਨਹੀਂ। ਅਸਲ ਦੇ ਵਿੱਚ ਸਾਡੀ ਸਭ ਤੋਂ ਵੱਡੀ ਦਿੱਕਤ ਆ, ਅਸੀਂ ਆਪਦੇ ਸਿੱਖ ਇਤਿਹਾਸ ਨੂੰ ਨਹੀਂ ਸਮਝ ਪਾਏ। ਇਹ ਸਾਡੀ ਸਭ ਤੋਂ ਵੱਡੀ ਬਦਕਿਸਮਤੀ ਆ। ਪਰ ਅੱਜ ਵੀ ਨੈਗੇਟਿਵ ਕਮੈਂਟ ਕਾਫੀ ਜਣੇ ਦੇ ਆ ਰਹੇ ਵੀ ਨਹੀਂ, ਵੀ ਲਾਈਕ ਵੀ ਇਹ ਵੀ ਮੇਕਅਪ ਲਾ ਲਓ ਜਾਂ ਲਾ ਲਓ ਵੀ ਇਹ ਤੁਹਾਡੇ ਨਾਲ ਰਹਿੰਦੇ ਆ, ਦਮਾਲਾ ਕਿਉਂ ਨਹੀਂ ਸਜਾਉਂਦੇ, ਦਸਤਾਰ ਕਿਉਂ ਨਹੀਂ ਸਜਾਉਂਦੇ। ਮੈਂ ਕਿਹਾ ਭਾਜੀ ਯਾਰ, ਮੈਂ ਉਹਨਾਂ ਨੂੰ ਅਕਸਰ ਕਹਿ ਦਿੰਦਾ ਹੁੰਦਾ ਵੀ ਯਾਰ ਉਹ ਮੇਰੇ ਨਾਲ ਆ ਕੇ ਖੜੇ ਨੇ ਨਾ, ਮੈਨੂੰ ਖੁਸ਼ੀ ਆ। ਮੈਂ ਕਿਹਾ ਉਹ ਜੋ ਕਰਨਗੇ ਮੇਰੇ ਲਈ ਕਬੂਲ ਆ। ਡੇਲੀ ਪੋਸਟ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨ ਬੇਦੀ। ਅੱਜ ਦੀ ਇਹ ਇੰਟਰਵਿਊ ਬੇਹੱਦ ਖਾਸ ਹੋਣ ਵਾਲੀ ਹੈ। ਅਮੂਮਨ ਤੌਰ ਤੇ ਮੈਂ ਹਮੇਸ਼ਾ ਇਹੀ ਗੱਲ ਕਹਿਣਾ ਹੁੰਦਾ, ਪਰ ਸੱਚ ਜਾਣਿਓ ਅੱਜ ਦੀ ਇੰਟਰਵਿਊ ਤੁਹਾਨੂੰ ਬੇਹੱਦ ਜ਼ਿਆਦਾ ਉਮੀਦ ਨਾਲ ਭਰ ਦੇਵੇਗੀ, ਕਿਉਂਕਿ ਕਰੋਨਾ ਦੇ ਇਸ ਦੌਰ ਦੇ ਵਿੱਚ ਲੋਕਡਾਊਨ ਰਿਹਾ, ਬਹੁਤ ਜ਼ਿਆਦਾ ਲੋਕ ਤਰਾਸਦੀ ਦੇ ਦੌਰ ਦੇ ਵਿੱਚ ਨੇ, ਕੰਮਕਾਰ ਪ੍ਰਭਾਵਿਤ ਹੋਏ ਨੇ। ਅਜਿਹੇ ਸਮੇਂ ਦੇ ਵਿੱਚ ਜਿਹੜੀ ਇਹ ਇੰਟਰਵਿਊ ਹੈ ਤੁਹਾਨੂੰ ਬਹੁਤ ਜ਼ਿਆਦਾ ਬੂਸਟ ਅਪ ਕਰੇਗੀ, ਔਰ ਤੁਸੀਂ ਸ਼ੁਕਰ ਕਰੋਗੇ ਜਿਸ ਤਰ੍ਹਾਂ ਦੀ ਵੀ ਜ਼ਿੰਦਗੀ ਪ੍ਰਮਾਤਮਾ ਨੇ ਤੁਹਾਨੂੰ ਦਿੱਤੀ ਹੋਈ ਹੈ, ਜਿਹੜੇ ਵੀ ਸਾਧਨ ਤੁਹਾਡੇ ਕੋਲ ਮੌਜੂਦ ਨੇ, ਤੁਸੀਂ ਪ੍ਰਮਾਤਮਾ ਦਾ ਬਹੁਤ ਸ਼ੁਕਰ ਕਰੋਗੇ ਕਿ ਤੁਹਾਨੂੰ ਇਸ ਤਰ੍ਹਾਂ ਦੀ ਜ਼ਿੰਦਗੀ ਦਿੱਤੀ ਹੋਈ ਹੈ। ਕਿਉਂਕਿ ਜਿਹੜਾ ਸ਼ਖਸ ਮੇਰੇ ਨਾਲ ਅੱਜ ਮੌਜੂਦ ਹੈ, ਜਗਵਿੰਦਰ ਸਿੰਘ ਉਸ ਦਾ ਨਾਮ ਹੈ। ਜਗਵਿੰਦਰ ਸਿੰਘ ਕਹਿ ਲਓ ਜਾਂ ਕਹਿ ਲਓ ਕਿ ਸੁਪਰ ਸਿੰਘ। ਇਸ ਇਨਸਾਨ ਦੀ ਜ਼ਿੰਦਗੀ ਚੁਣੌਤੀਆਂ ਭਰੀ ਰਹੀ ਹੈ, ਪਰ ਵੱਡੀ ਗੱਲ ਇਹ ਹੈ ਕਿ ਇਸ ਦਾ ਜਿਹੜਾ ਪਹਾੜ ਵਰਗਾ ਚਿਹਰਾ ਹੈ, ਇਸ ਨੇ ਹਰ ਇੱਕ ਚੁਣੌਤੀ ਨੂੰ ਹਰਾ ਦਿੱਤਾ ਹੈ ਤੇ ਇਸ ਦੀ ਜ਼ਿੰਦਗੀ ਹੁਣ ਇੱਕ ਮਿਸਾਲ ਬਣ ਗਈ ਹੈ। ਇਸੇ ਲਈ ਡੇਲੀ ਪੋਸਟ ਪੰਜਾਬੀ ਦੀ ਸਾਰੀ ਟੀਮ ਇੱਥੇ ਪਹੁੰਚੀ ਹੈ ਤੇ ਤੁਹਾਡੇ ਨਾਲ ਮੁਲਾਕਾਤ ਕਰਵਾਵਾਂਗੇ ਇਸ ਸ਼ਖਸ ਦੀ, ਜਿਸ ਦੀ ਇੱਕ ਜ਼ਿੰਦਗੀ ਹਰ ਕਿਸੇ ਦੇ ਲਈ ਮਿਸਾਲ ਹੈ। ਜਗਵਿੰਦਰ ਭਾਈ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਦੇਸ਼ ਵਿਦੇਸ਼ 'ਚ ਸਾਰੀ ਦਰਸ਼ਕਾਂ ਨੂੰ, ਬੈਠੇ ਹੋਏ ਸਾਰੇ ਦਰਸ਼ਕਾਂ ਨੂੰ, ਤੇ ਆਪ ਜੀ ਦੀ ਪੂਰੀ ਡੇਲੀ ਪੋਸਟ ਦੀ ਟੀਮ ਨੂੰ ਆਪ ਜੀ ਅੱਜ ਮੋਸਟ ਵੈਲਕਮ। ਤੁਸੀਂ ਆਪਣੇ ਘਰ ਪਹੁੰਚੇ ਹੋ। ਤੇ ਵੱਡੀ ਗੱਲ ਇੱਕ ਇਹ ਵੀ ਹੈਗੀ ਆ ਕਿ ਇੱਕ ਹੋਰ ਚੀਜ਼ ਖਾਸ ਹੈ ਜਗਵਿੰਦਰ ਬਾਈ ਦੀ ਜ਼ਿੰਦਗੀ ਦੇ ਵਿੱਚ, ਉਸ ਦੀ ਹਮਸਫਰ ਹੁਣ ਜ਼ਿੰਦਗੀ ਦੇ ਵਿੱਚ ਜੁੜ ਚੁੱਕੀ ਹੈ, ਸੁਖਪ੍ਰੀਤ ਕੌਰ। ਸੁਖਪ੍ਰੀਤ, ਸਵਾਗਤ ਹੈ ਜੀ ਤੁਹਾਡਾ ਵੀ ਜੀ। ਸਤਿ ਸ਼੍ਰੀ ਅਕਾਲ। ਤੇ ਜੀ, ਮੇਰਾ ਨਾਮ ਸੁਖਪ੍ਰੀਤ ਕੌਰ ਹੈ
ਆਮ ਤੌਰ ਤੇ ਜਦੋਂ ਇਸ ਤਰ੍ਹਾਂ ਦਾ ਸਿਚੁਏਸ਼ਨ ਹੁੰਦੀ ਹੈ, ਕਿਸੇ ਤਰ੍ਹਾਂ ਦੀ ਕੋਈ ਮੈਂ ਇਸ ਨੂੰ ਊਣਤਾਈ ਤਾਂ ਨਹੀਂ ਕਹੂੰਗਾ, ਇਹ ਪ੍ਰਮਾਤਮਾ ਦੇ ਵੱਲੋਂ ਇਨਸਾਨ ਨੂੰ ਉਸ ਦਾ ਸਰੀਰ ਦਿੱਤਾ ਜਾਂਦਾ ਹੈ ਔਰ ਲੋਕ ਬਹੁਤ ਜ਼ਿਆਦਾ ਹਾਰਾਂ ਵੀ ਮੰਨ ਜਾਂਦੇ ਨੇ। ਪਰ ਜਦੋਂ ਇਸ ਤਰ੍ਹਾਂ ਦੇ ਸਿਰੜੀ ਨੌਜਵਾਨ ਹੋਣ ਜਿਹੜੇ ਖਾਸ ਤੌਰ ਤੇ ਜ਼ਿੰਦਗੀ ਦੇ ਵਿੱਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਰੱਖਦੇ ਹੋਣ, ਸੁਪਰ ਸਿੰਘ ਵਰਗੇ, ਮੈਂ ਜਗਵਿੰਦਰ ਨਹੀਂ ਹੁਣ ਕਹੂੰਗਾ, ਪੂਰੀ ਇੰਟਰਵਿਊ ਦੇ ਵਿੱਚ ਵਾਕਈ ਹੀ ਇਹ ਸੁਪਰ ਸਿੰਘ ਨੇ। ਕਿਸ ਤਰ੍ਹਾਂ ਇਹ ਚੀਜ਼ਾਂ ਸਿਰੇ ਚੜ੍ਹੀਆਂ ਸੀ ਥੋੜ੍ਹਾ ਜਾਣਨਾ ਚਾਹਾਂਗੇ, ਤੁਹਾਡੀ ਜ਼ਿੰਦਗੀ ਤੋਂ ਵੀ ਦਰਸ਼ਕਾਂ ਨੂੰ ਰੂਬਰੂ ਕਰਾਵਾਂਗੇ। ਪਰ ਇਹ ਚੀਜ਼ ਜਾਣਨੀ ਚਾਹਾਂਗੇ ਕਿਉਂਕਿ ਜ਼ਿੰਦਗੀ ਜਿਹੜੀ ਮੈਰਿਜ ਹੈ ਨਾ ਬਹੁਤ ਜ਼ਿਆਦਾ ਖਾਸ ਹੁੰਦੀ ਹੈ। ਹਾਂਜੀ, ਤੁਹਾਡੀ ਬਿਲਕੁਲ ਗੱਲ ਸਹੀ ਹੈ। ਜੇ ਮੈਂ ਆਪਦੀ ਜ਼ਿੰਦਗੀ ਦੀ ਗੱਲ ਕਰਾਂ ਤਾਂ ਅਸਲ ਦੇ ਵਿੱਚ ਕੋਈ ਵੀ ਡਿਫਰੈਂਟ ਏਬਲਡ ਪਰਸਨ ਆ ਜਿਹੜਾ ਜਦੋਂ ਉਹ ਜਨਮ ਲੈਂਦਾ, ਉਹਨੂੰ ਖੁਦ ਨੂੰ, ਉਸ ਬੱਚੇ ਨੂੰ ਨਹੀਂ, ਉਸ ਰੂਹ ਨੂੰ ਨਹੀਂ ਪਤਾ ਹੁੰਦਾ ਕਿ ਉਹ ਡਿਫਰੈਂਟ ਏਬਲਡ ਆ। ਜਾਂ ਜਿਵੇਂ ਇੱਕ ਵਰਡ ਯੂਜ਼ ਕੀਤਾ ਜਾਂਦਾ ਹੈਂਡੀਕੈਪਡ, ਵੀ ਉਹ ਖੁਦ ਉਹਦੇ ਕੋਈ ਅੰਗ ਪੈਰ ਜਾਂ ਉਹਨੂੰ ਕੋਈ ਪ੍ਰੋਬਲਮ ਆ, ਉਹਨੂੰ ਸਭ ਤੋਂ ਪਹਿਲਾਂ ਫੇਸ ਕਰਦੇ ਆ ਉਹਦੇ ਮਾਤਾ ਪਿਤਾ। ਅਤੇ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ, ਦਰਸ਼ਕਾਂ ਨੂੰ ਖਾਸ ਕਰਕੇ ਜ਼ਰੂਰ ਕਹਿਣਾ ਚਾਹੂੰਗਾ ਵੀ ਕਦੀ ਵੀ ਕੋਈ ਵੀ ਡਿਫਰੈਂਟ ਏਬਲਡ ਪਰਸਨ ਹੁੰਦਾ ਤਾਂ ਪਲੀਜ਼ ਉਹਨੂੰ ਛੱਡਿਆ ਨਾ ਕਰੋ। ਉਹ ਇੱਕ ਤਰ੍ਹਾਂ ਦਾ ਸਮਾਜ ਦਾ ਹਿੱਸਾ ਨੇ, ਕਿਉਂਕਿ ਡਿਫਰੈਂਟ ਏਬਲਡ ਪਰਸਨ ਜਾਂ ਅਸੀਂ ਕਹਿ ਲਈਏ ਕਿ ਜਿੰਨੇ ਵੀ ਪਰਸਨ ਆ ਉਹਨਾਂ ਨੂੰ ਸਮਾਜ ਦਾ ਹਿੱਸਾ ਸਮਝਦੇ ਹੋਏ ਵੀ ਸਮਾਜ ਦਾ ਹਿੱਸਾ ਨਹੀਂ ਮੰਨਿਆ ਜਾਂਦਾ। ਉਹਨਾਂ ਨੂੰ ਇੱਕ ਤਰਸ ਦੀ ਨਿਗਾਹ ਨਾਲ ਦੇਖਿਆ ਜਾਂਦਾ ਕਿ ਪਰਮਾਤਮਾ ਨੇ ਕੀ ਕਰਤਾ ਜਾਂ ਇਹਦੇ ਨਾਲ ਪਰਮਾਤਮਾ ਨੇ ਕਿਉਂ ਐਵੇਂ ਕੀਤਾ, ਹੈ ਨਾ। ਅਤੇ ਕਈ ਵਾਰ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਜਿਵੇਂ ਲੇਡੀਜ਼ ਜਾਂ ਕੋਈ ਦੇਖ ਕੇ ਕਹਿਣ ਲੱਗ ਜਾਂਦਾ ਹੈ ਕਿ ਪਰਮਾਤਮਾ ਇਹਨੂੰ ਇੱਕ ਹੱਥ ਹੀ ਦੇ ਦਿੰਦਾ। ਤਾਂ ਮੈਂ ਕਹਿਣਾ ਹੁੰਦਾ ਵੀ ਜਦੋਂ ਪਰਮਾਤਮਾ, ਜੇ ਤੁਸੀਂ ਮੰਗ ਹੀ ਰਹੇ ਹੋ ਤਾਂ ਤੁਸੀਂ ਦੋਨੋਂ ਹੱਥ ਕਿਉਂ ਨਹੀਂ ਮੰਗ ਰਹੇ? ਅਤੇ ਮਤਲਬ ਆਪਾਂ ਇੱਕ ਹੱਥ ਦੇ ਪਿੱਛੇ ਹੀ ਪਰਮਾਤਮਾ ਨੂੰ ਕਿਉਂ ਬੋਲ ਰਹੇ ਹਾਂ? ਅਤੇ ਮਤਲਬ ਸਾਡੀ ਮਾਨਸਿਕ ਜਿਹੜੀ ਸਥਿਤੀ ਆ ਉਹ ਉਸ ਤਰ੍ਹਾਂ ਦੀ ਬਣ ਚੁੱਕੀ ਆ। ਅਤੇ ਅਸੀਂ, ਸਾਡੇ ਅੰਦਰ ਨਾ ਸ਼ੁਕਰ ਨਹੀਂ ਹੈਗਾ, ਅਸੀਂ ਸ਼ੁਕਰ ਨਹੀਂ ਕਰਦੇ ਪਰਮਾਤਮਾ ਦਾ ਕਿ ਵੀ ਸਾਡੇ ਹੱਥ ਪੈਰ ਹੈਗੇ ਆ, ਵੀ ਇਹ ਪਰਮਾਤਮਾ ਤੇਰਾ ਬਹੁਤ ਬਹੁਤ ਸ਼ੁਕਰ ਆ। ਅਸਲ ਦੇ ਵਿੱਚ ਅਸੀਂ ਕਹਿੰਦੇ ਕਿ ਯਾਰ ਮੈਂ ਤਾਂ ਸਾਰੀ ਉਮਰ ਬਾਈਕ 'ਤੇ ਕੱਢ ਲਈ, ਵੀ ਮੇਰੇ ਦੋਸਤ ਕੋਲ, ਪੜੋਸੀ ਕੋਲ ਤਾਂ ਗੱਡੀ ਆ, ਠੀਕ ਆ। ਤੁਸੀਂ ਸ਼ੁਕਰ ਕਿਉਂ ਨਹੀਂ ਕਰਦੇ ਕਿ ਯਾਰ ਕਈਆਂ ਕੋਲ ਤਾਂ ਮੋਟਰਸਾਈਕਲ ਵੀ ਨਹੀਂ ਹੈਗਾ, ਠੀਕ ਆ। ਤਾਂ ਮੇਨ ਗੱਲ ਤੁਸੀਂ ਜ਼ਿੰਦਗੀ 'ਚ ਇਹ ਕਦੀ ਨਾ ਦੇਖੋ ਵੀ ਅੱਧਾ ਗਲਾਸ ਪਾਣੀ ਦਾ ਹੈਗਾ ਵੀ ਅੱਧਾ ਖਾਲੀ ਆ। ਤੁਸੀਂ ਹਮੇਸ਼ਾ ਅੱਧਾ ਗਲਾਸ ਭਰਿਆ ਹੋਇਆ ਦੇਖੋ, ਖਾਲੀ ਕਿਉਂ ਦੇਖਦੇ ਹੋ, ਠੀਕ ਹੈ। ਜੋ ਕੁਛ ਪਰਮਾਤਮਾ ਨੇ ਤੁਹਾਨੂੰ ਦਿੱਤਾ ਉਹਦਾ ਸ਼ੁਕਰ ਕਰੋ ਅਤੇ ਜ਼ਿੰਦਗੀ ਦੇ ਵਿੱਚ ਅੱਗੇ ਵਧੋ, ਅੱਗੇ ਮਿਹਨਤ ਕਰੋ। ਅਤੇ ਲਾਈਫ ਦੇ ਵਿੱਚ ਜਦੋਂ ਮੈਂ ਸ਼ੁਕਰ ਕਰਦਾ ਪਰਮਾਤਮਾ ਦਾ ਕਿ ਮੈਨੂੰ ਇੰਨੇ ਚੰਗੇ ਮਾਤਾ ਪਿਤਾ ਮਿਲੇ ਆ ਜਿਨ੍ਹਾਂ ਨੇ ਮੇਰਾ ਸਾਥ ਨਹੀਂ ਛੱਡਿਆ, ਮੈਨੂੰ ਉਹਨਾਂ ਨੇ ਆਪਦੇ ਕੋਲ ਰੱਖਿਆ। ਮੇਰੇ ਮਾਤਾ ਜੀ ਸਰਦਾਰਨੀ ਅਮਰਜੀਤ ਕੌਰ ਜੀ ਅਤੇ ਮੇਰੇ ਫਾਦਰ ਸਾਹਿਬ ਸਰਦਾਰ ਸੁਖਦੇਵ ਸਿੰਘ ਜੀ, ਉਹਨਾਂ ਨੇ ਮੈਨੂੰ, ਮੇਰੀ ਪਰਵਰਿਸ਼ ਕੀਤੀ ਆ। ਅਤੇ ਇੱਕ ਟਾਈਮ ਹੁੰਦਾ ਹੈ ਨਾ ਵੀ ਲਾਈਫ ਦੇ ਵਿੱਚ ਵੀ ਮਾਤਾ ਪਿਤਾ ਨੂੰ ਹੁੰਦਾ ਕਿ ਸਾਡਾ ਬੱਚਾ ਇੱਕ ਵਧੀਆ ਸਕੂਲ 'ਚ ਐਡਮਿਸ਼ਨ ਮਿਲੇ। ਅਤੇ ਤੁਸੀਂ ਸਾਰਿਆਂ ਨੇ ਕਿਸੇ ਨਾ ਕਿਸੇ ਸਕੂਲ 'ਚ ਪੜ੍ਹੇ ਹੋਣੇ ਅਤੇ ਮਤਲਬ ਅੱਗੇ ਫਿਰ ਵਧੇ ਹੋ। ਅਤੇ ਪਰ ਜੇ ਤੁਸੀਂ ਸੋਚ ਕੇ ਦੇਖੋ, ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਪੜ੍ਹਾਈ ਨਾਮ ਦੀ ਜਿਹੜੀ ਚੀਜ਼ ਆ, ਉਹ ਸਟੱਡੀ ਆ, ਉਹ ਨਾ ਹੋਵੇ, ਤੁਸੀਂ ਸੋਚ ਕੇ ਦੇਖੋ ਤੁਸੀਂ ਕਿੱਥੇ ਹੋਵੋਗੇ। ਅਤੇ ਲਾਈਕ ਤੁਸੀਂ ਜਾਂ ਤਾਂ ਕਿਸੇ ਸ਼ੋਪ 'ਤੇ ਹੋਵੋਗੇ ਜਾਂ ਕਿਸੇ ਰੇਹੜੀ 'ਤੇ ਕਿਸੇ ਉਸ 'ਤੇ ਕੰਮ ਕਰ ਰਹੇ ਹੋ। ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ, ਪਰ ਇੱਕ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਲਈ ਪੜ੍ਹਾਈ ਬਹੁਤ ਜ਼ਰੂਰੀ ਆ। ਅਤੇ ਉਹ ਕਿਤੇ ਨਾ ਕਿਤੇ ਮੇਰੀ ਜ਼ਿੰਦਗੀ 'ਚ ਆ ਨਹੀਂ ਸੀ ਪਾ ਰਹੀ, ਕਿਉਂਕਿ ਸਾਰਿਆਂ ਨੂੰ ਇਹ ਸੀਗਾ ਕਿ ਜਗਵਿੰਦਰ ਲਿਖੂਗਾ ਕਿਵੇਂ, ਪੜ੍ਹੂਗਾ ਕਿਵੇਂ, ਨੋਰਮਲ ਬੱਚਿਆਂ ਨਾਲ ਕਿਵੇਂ ਐਡਜਸਟ ਕਰੂਗਾ। ਅਤੇ ਮਾਤਾ ਜੀ ਨੇ ਫਿਰ ਮੈਨੂੰ ਪੈਰਾਂ ਨਾਲ ਲਿਖਣਾ ਸਿਖਾਇਆ। ਉਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਫਿਰ ਬਿਲਕੁਲ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਨੋਰਮਲ ਬੱਚਿਆਂ ਦੀ ਤਰ੍ਹਾਂ, ਪਰ ਮੈਨੂੰ ਲੱਗਦਾ ਕਿ ਜੋ ਤੁਹਾਡੇ ਹੁਨਰ ਨੇ, ਜਿਸ ਤਰ੍ਹਾਂ ਅਸੀਂ ਦੇਖਿਆ ਤੁਸੀਂ ਸਾਈਕਲਿਸਟ ਬਹੁਤ ਕਮਾਲ ਦੇ ਹੋ। ਮੈਨੂੰ ਲੱਗਦਾ ਕਿ ਬਿਲਕੁਲ ਜਿਹੜਾ ਤੰਦਰੁਸਤ ਬੰਦਾ ਉਹ ਵੀ ਉਸ ਤਰ੍ਹਾਂ ਸਾਈਕਲ ਨਹੀਂ ਚਲਾ ਸਕਦਾ ਜਿਵੇਂ ਤੁਸੀਂ ਚਲਾ ਲੈਂਦੇ ਹੋ। ਜਾਂ ਫਿਰ ਜਿਵੇਂ ਮੈਨੂੰ ਲੱਗਦਾ ਕਿ ਦਰਸ਼ਕ ਜਦੋਂ ਦੇਖਣਗੇ, ਅਸੀਂ ਇਸ ਵੀਡੀਓ ਦੇ ਵਿੱਚੋਂ ਪਾਵਾਂਗੇ, ਜਿਵੇਂ ਤੁਸੀਂ, ਜਦੋਂ ਅਸੀਂ ਆਏ ਆ, ਤੁਸੀਂ ਆਪਣੀ ਰਸੋਈ ਦੇ ਵਿੱਚ ਆਪਣੀ ਲਾਈਫ ਪਾਰਟਨਰ ਦੇ ਨਾਲ ਹੱਥ ਵਟਾ ਰਹੇ ਸੀਗੇ, ਤੁਸੀਂ ਕਿਸ ਤਰ੍ਹਾਂ ਕੰਮ ਕਰ ਰਹੇ ਸੀ। ਜਾਂ ਇਸ ਤੋਂ ਇਲਾਵਾ ਤੁਸੀਂ ਪੇਂਟਿੰਗ ਬਹੁਤ ਵਧੀਆ ਕਰਦੇ ਹੋ। ਤੁਸੀਂ ਜਿਹੜੇ ਨਿੱਕੇ ਮੋਟੇ ਸਾਰੇ ਹਰ ਤਰ੍ਹਾਂ ਦਾ ਕੰਮ ਹੁੰਦਾ, ਮੈਨੂੰ ਲੱਗਦਾ ਕਿ ਆਮ ਬੰਦਾ ਸ਼ਾਇਦ ਨਾ ਕਰ ਪਾਉਂਦਾ ਹੋਵੇ, ਲੇਡੀਜ਼ ਵੀ ਨਾ ਕਰ ਪਾਉਂਦੇ ਹੋ, ਤੁਸੀਂ ਉਨੀ ਨਿਪੁੰਨਤਾ ਦੇ ਨਾਲ ਉਹ ਕੰਮ ਕਰ ਲੈਂਦੇ ਹੋ ਸਾਰੇ। ਅਸਲ ਦੇ ਵਿੱਚ ਇਹ ਵੀ ਗੱਲ ਹੈ ਕਿ ਜਦੋਂ ਤੁਹਾਨੂੰ ਇੱਕ ਲਾਈਫ ਪਾਰਟਨਰ ਮਿਲ ਜਾਂਦਾ ਤੁਹਾਡੀ ਜ਼ਿੰਦਗੀ ਦਾ ਸਾਥ ਦੇਣ ਲਈ, ਤਾਂ ਉਹ ਸਿਰਫ ਉਹਦੇ ਵਿੱਚ ਸਿਰਫ ਇੱਕ ਜਣੇ ਦੀ ਰਿਸਪੋਂਸੀਬਿਲਿਟੀ ਨਹੀਂ ਹੁੰਦੀ ਵੀ ਜੇ ਤੁਹਾਡੀ ਵਾਈਫ ਆ, ਸਾਰੇ ਕੰਮ, ਸਾਰਾ ਕੁਛ ਜ਼ਿੰਦਗੀ ਦੇ ਵਿੱਚ ਉਹਨੇ ਹੀ ਸਾਰਾ ਕੁਛ ਤੁਹਾਡਾ ਦੇਖਣਾ। ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਜੋ ਚੀਜ਼ਾਂ ਮੈਂ ਲਾਈਫ 'ਚ ਦੇਖੀਆਂ ਨੇ ਜਾਂ ਜੋ ਚੀਜ਼ਾਂ ਨੂੰ ਹੁਣ ਤੱਕ ਦੇਖਿਆ, ਉਹ ਇਹ ਹੈ ਕਿ ਇੱਕ ਹਸਬੈਂਡ ਨੂੰ ਲੱਗਦਾ ਕਿ ਜੇ ਮੈਂ ਪੈਸੇ ਕਮਾ ਕੇ ਦੇ ਦਿੱਤੇ, ਸੂਟ ਦੇ ਦਿੱਤੇ, ਜਾਂ ਉਹ ਚੀਜ਼ਾਂ ਉਹਨਾਂ ਦੀ ਡਿਮਾਂਡਾਂ ਪੂਰੀਆਂ ਕਰਤੀਆਂ, ਉਹ ਬਹੁਤ ਆ।
ਤੇ ਵਾਈਫ ਨੂੰ ਇੱਕ ਨੂੰ ਲੱਗਦਾ ਕਿ ਮੈਂ ਜੇ ਉਹਨਾਂ ਨੇ ਕੱਪੜੇ ਪ੍ਰੈਸ ਕਰਕੇ ਦੇ ਦਿੱਤੇ, ਘਰ ਦਾ ਕੰਮ ਧੰਦਾ ਕਰ ਲਿਆ, ਜਵਾਕ ਸਾਂਭ ਲਏ, ਤੇ ਉਹ ਬਹੁਤ ਆ। ਅਸਲ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨੂੰ ਟਾਈਮ ਜ਼ਰੂਰ ਦੇਣਾ ਚਾਹੀਦਾ, ਤੇ ਅਸੀਂ ਜਸਟ ਇੱਕ ਮਟੀਰੀਅਲਿਸਟ ਨਾ ਬਣੀਏ, ਤੇ ਇੱਕ ਦੂਜੇ ਦੀ ਫੀਲਿੰਗਸ ਨੂੰ ਸਮਝਣਾ, ਇੱਕ ਦੂਜੇ ਦੇ ਡ੍ਰੀਮਸ ਨੂੰ ਸਮਝਣਾ, ਚਾਹੇ ਉਹ ਵੱਡੇ ਹੋਣ ਚਾਹੇ ਛੋਟੇ, ਕਿਉਂਕਿ ਸੁਪਨੇ ਹੀ ਹੁੰਦੇ ਆ। ਤੇ ਅਸਲ ਦੇ ਵਿੱਚ ਅੱਜ ਦੇ ਟਾਈਮ ਸਟ੍ਰੈਸ ਦਾ ਕਾਰਨ ਜਾਂ ਡਿਵੋਰਸ ਦਾ ਕਾਰਨ ਅਗਰ ਕਹਿ ਲਈਏ, ਤੇ ਇੱਕ ਦੂਜੇ ਤੋਂ ਦੂਰੀਆਂ ਦਾ ਕਾਰਨ ਕਹਿ ਲਈਏ, ਮੈਨੂੰ ਲੱਗਦਾ ਕਿ ਸ਼ਾਇਦ ਉਹ ਇਹੀ ਨੇ ਕਿ ਵੀ ਇੱਕ ਦੂਜੇ ਨੂੰ ਅਸੀਂ ਟਾਈਮ ਨਹੀਂ ਦੇ ਪਾ ਰਹੇ, ਇੱਕ ਦੂਜੇ ਨੂੰ ਨਹੀਂ ਸਮਝ ਪਾ ਰਹੇ, ਜੋ ਆਪਦੀਆਂ ਗੱਲਾਂ ਹਮੇਸ਼ਾ ਆਪਦੇ ਦਿਲਾਂ 'ਚ ਛੁਪਾ ਕੇ ਰੱਖ ਲੈਂਦੇ ਆ, ਇੱਕ ਦੂਜੇ ਨਾਲ ਸਾਂਝਾ ਨਹੀਂ ਕਰਨਾ ਚਾਹੁੰਦੇ, ਤੇ ਉਹ ਕਿਤੇ ਨਾ ਕਿਤੇ ਮੇਰੇ ਹਿਸਾਬ ਨਾਲ ਨਹੀਂ ਹੋਣਾ ਚਾਹੀਦਾ। ਤੇ ਆਓ ਹੁਣ ਤੁਹਾਨੂੰ ਥੋੜਾ ਜਿਹਾ ਮੁਲਾਕਾਤ ਕਰਾ ਦਿੰਦੇ ਆ ਸੁਖਪ੍ਰੀਤ ਕੌਰ, ਜਿਨ੍ਹਾਂ ਦੀ ਮੈਰਿਜ ਹੋਈ ਹੈ ਸੁਪਰ ਸਿੰਘ ਦੇ ਨਾਲ, ਤੇ ਸੁਪਰ ਸਿੰਘਣੀ ਬਣ ਕੇ ਨੇ ਹੁਣ। ਸੁਖਪ੍ਰੀਤ, ਕਿੱਦਾਂ ਦਾ ਲੱਗ ਰਿਹਾ? ਥੋੜਾ ਜਿਹਾ ਸਾਨੂੰ ਦੱਸਿਓ ਤੁਸੀਂ ਜ਼ਰੂਰ ਕਿ ਕਿਸ ਤਰ੍ਹਾਂ ਇਹ ਚੀਜ਼ਾਂ ਪ੍ਰਵਾਨ ਚੜ੍ਹੀਆਂ ਸੀਗੀਆਂ, ਕਿਹੜੀਆਂ ਚੁਣੌਤੀਆਂ ਰਹੀਆਂ ਨੇ? ਜੀ ਪਹਿਲਾਂ ਤਾਂ ਮੈਂ ਬਹੁਤ ਹੀ ਵਾਹਿਗੁਰੂ ਜੀ ਦਾ ਸ਼ੁਕਰ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਨਾਲ ਮਿਲਵਾਇਆ, ਤੇ ਅਸੀਂ ਮਿਲੇ। ਇੰਸਟਾਗ੍ਰਾਮ ਐਪ ਹੈ ਇੱਕ, ਤੇ ਅਸੀਂ ਉਹਦੇ ਥਰੂ ਮਿਲੇ, ਤੇ ਮੈਂ ਇੱਕ ਪੋਸਟ ਪਾਈ ਸੀ ਰੇਪ ਤੇ ਇਹਨਾਂ ਨੇ ਉਹ ਲਾਈਕ ਕੀਤੀ, ਤੇ ਜਦੋਂ ਮੈਂ ਇਹਨਾਂ ਦੀ ਪ੍ਰੋਫਾਈਲ ਚੈੱਕ ਕੀਤੀ, ਤੇ ਮਤਲਬ ਮੈਂ ਇਹਨਾਂ ਨੂੰ ਫੋਲੋ ਕਰਨਾ ਸਟਾਰਟ ਕਰ ਦਿੱਤਾ ਸੀਗਾ, ਤੇ ਮੈਨੂੰ ਯਕੀਨ ਨਹੀਂ ਹੋ ਰਿਹਾ ਸੀਗਾ ਕਿ ਮੈਂ ਇਹਨਾਂ ਦੇ ਨਾਲ ਗੱਲਬਾਤ ਕਰ ਰਹੀ ਹਾਂ। ਹੌਲੀ ਹੌਲੀ ਸਿਲਸਿਲਾ ਵੱਧਦਾ ਗਿਆ ਗੱਲ ਦਾ, ਤੇ ਫਿਰ ਇਹਨਾਂ ਨੇ ਕਿਹਾ ਕਿ ਆਪਾਂ ਗੱਲ ਮਤਲਬ WhatsApp ਤੇ ਕਰ ਸਕਦੇ ਹਾਂ। ਮੈਂ ਕਿਹਾ ਹਾਂਜੀ ਕਰ ਲਾਂਗੇ, ਤੇ ਬਟ ਮੈਂ ਕਿ ਮੈਂ ਆਪਣਾ WhatsApp ਜਿਹੜਾ ਪਰਸਨਲ ਨੰਬਰ ਮੈਂ ਕਿਸੇ ਨੂੰ ਨਹੀਂ ਦਿੰਦੀ। ਫਿਰ ਮੈਨੂੰ ਵੀ ਇੱਕ ਸੀਗਾ ਕਿ ਜੇ ਇਹ ਮਤਲਬ ਸੁਪਰ ਸਿੰਘ ਹੀ ਹੋਏ ਤਾਂ ਸ਼ਾਇਦ ਮੈਂ ਮੌਕਾ ਖੁੰਝਾ ਦਊਂਗੀ ਇੰਨੇ ਵਧੀਆ ਫੇਮਸ ਪਰਸਨ ਨਾਲ ਗੱਲ ਕਰਨ ਦਾ। ਤੇ ਫਿਰ ਜਦੋਂ ਮੈਂ ਇਹਨਾਂ ਨੂੰ ਪਹਿਲੀ ਵਾਰ ਵੀਡੀਓ ਕਾਲ ਕੀਤੀ ਤਾਂ ਮੈਂ ਬਹੁਤ ਜ਼ਿਆਦਾ ਸ਼ੌਕ ਦੇ ਵਿੱਚ ਸੀ ਕਿ ਸੱਚੀ ਉਹ ਪਰਸਨ ਮੇਰੇ ਨਾਲ ਗੱਲ ਕਰ ਰਿਹਾ, ਉਹਨੇ ਮੇਰੀ ਫੋਟੋ ਲਾਈਕ ਕੀਤੀ ਸੀ, ਤੇ ਅਸੀਂ ਮਤਲਬ ਐਜ਼ ਅ ਫਰੈਂਡ ਤੌਰ ਤੇ ਅਸੀਂ ਗੱਲ ਕਰ ਰਹੇ ਹਾਂ, ਤੇ ਫਿਰ ਐਜ਼ ਅ ਮਤਲਬ ਟੀਚਰ ਦੀ ਤੌਰ ਤੇ ਅਸੀਂ ਇੱਕ ਦੂਜੇ ਨਾਲ ਮਤਲਬ ਇਹ ਗੱਲ ਕਰਨ ਲੱਗ ਗਏ। ਕੋਈ ਵੀ ਜ਼ਿੰਦਗੀ 'ਚ ਪ੍ਰੋਬਲਮ ਹੁੰਦੀ ਸੀ ਤਾਂ ਮੈਂ ਇਹਨਾਂ ਨਾਲ ਜ਼ਰੂਰ ਸ਼ੇਅਰ ਕਰਦੀ ਸੀ ਕਿ ਮਤਲਬ ਸਰ ਤੁਸੀਂ ਦੱਸੋ ਕਿ ਮਤਲਬ ਮੈਂ ਇਹਨੂੰ ਕਿੱਦਾਂ ਹੱਲ ਕਰਾਂ, ਜਾਂ ਤੁਸੀਂ ਅੱਜ ਕੱਲ੍ਹ ਕਿੱਥੇ ਹੋ, ਕੀ ਕਰ ਰਹੇ ਹੋ, ਅੱਗੇ ਲਾਈਫ ਦੇ ਵਿੱਚ ਤੁਸੀਂ ਕੀ ਕਰਨ ਜਾ ਰਹੇ ਹੋ। ਤਾਂ ਇਸੇ ਤਰ੍ਹਾਂ ਅਸੀਂ ਮਤਲਬ ਕਾਫੀ ਜ਼ਿਆਦਾ ਕਲੋਜ਼ ਹੁੰਦੇ ਗਏ, ਇੱਕ ਦੂਜੇ ਦੀ ਫੈਮਿਲੀ ਦਾ ਹਾਲ ਚਾਲ ਪੁੱਛਣ ਲੱਗ ਗਏ, ਤੇ ਫਿਰ ਮਤਲਬ ਇਹਨਾਂ ਦੀ ਲਾਈਫ ਦੇ ਬਾਰੇ ਮੈਨੂੰ ਪਤਾ ਲੱਗਾ ਕਿ ਮੰਮੀ ਹੁਣੀ ਕਹਿ ਰਹੇ ਆ ਕਿ ਮੈਰਿਜ ਕਰਨੀ ਆ, ਤੇ ਇਹਨਾਂ ਨੇ ਆਰਟੀਕਲ ਵੀ ਦਿੱਤਾ ਹੋਇਆ ਸੀ, ਤੇ ਮੈਨੂੰ ਵੀ ਕਹਿ ਛੱਡਿਆ ਸੀਗਾ ਕਿ ਸੁਖਪ੍ਰੀਤ ਤੂੰ ਇੱਕ ਵਧੀਆ ਕੁੜੀ ਆ ਤੇ ਆਪਦੀ ਵਰਗੀ ਕੁੜੀ ਲੱਭ ਕੇ ਵੇਖੀ। ਮੈਂ ਕਿਹਾ ਹਾਂਜੀ ਠੀਕ ਆ, ਤੇ ਮੇਰੀ ਖੋਜ ਇਹ ਸੀ ਕਿ ਬਹੁਤ ਵਧੀਆ ਕੁੜੀ ਇਹਨਾਂ ਦੀ ਲਾਈਫ 'ਚ ਆਵੇ, ਜਿਹੜੀ ਇਹਨਾਂ ਨੂੰ ਸਮਝੇ, ਇਹਨਾਂ ਨੂੰ ਸੰਭਾਲੇ, ਹਨਾ। ਆਪਣੇ ਵਰਗੀ ਆਪ ਹੀ ਤੁਸੀਂ ਖੁਦ ਨੂੰ ਲੱਭ ਉਹ ਤਾਂ ਜੀ ਇੱਕ ਹੁੰਦਾ ਹੈ, ਇੱਕ ਮੋੜ ਆਉਂਦਾ ਲਾਈਫ ਦੇ ਵਿੱਚ, ਹਨਾ। ਤੇ ਫਿਰ ਕੀ ਹੋਇਆ ਜੀ, ਮੈਂ ਬੀਬੀ ਰਜਨੀ ਜੀ ਦੀ ਕਥਾ ਬਹੁਤ ਮਤਲਬ ਫੋਲੋ ਕੀਤੀ ਹੈ, ਸੁਣੀ ਸੀਗੀ ਆਪਦੇ ਪੇਰੈਂਟਸ ਤੋਂ, ਤੇ ਮੈਂ ਇੱਕ ਫਰੈਂਡ ਨੂੰ ਕਿਹਾ, ਮੈਂ ਕਿਹਾ ਯਾਰ ਪਰਸਨ ਬਹੁਤ ਵਧੀਆ, ਤੂੰ ਰਾਣੀ ਬਣ ਕੇ ਰਹੇਂਗੀ, ਤੂੰ ਮੈਰਿਜ ਕਰਵਾ ਲਾ ਹੈ। ਤੇ ਉਹ ਕਹਿੰਦੀ ਆਏ ਕਿਵੇਂ ਮੈਰਿਜ ਕਰਵਾ ਲਾ, ਮੇਰੇ ਕੋਈ ਡ੍ਰੀਮ ਨਹੀਂ, ਤੇ ਕਹਿੰਦੀ ਬਾਲੀ ਆ ਨਾ, ਤੂੰ ਆਪ ਕਰਵਾ ਲਾ। ਫਿਰ ਉਸ ਦਿਨ ਮੈਂ ਪੂਰੀ ਰਾਤ ਸੁੱਤੀ ਨਹੀਂ, ਤੇ ਮੈਂ ਇਹੀ ਗੱਲ ਸੋਚ ਰਹੀ ਸੀ ਕਿ ਯਾਰ ਕੁੜੀਆਂ ਦਾ ਕਿਉਂ ਸੋਚ ਰਹੀਆਂ ਨੇ, ਜਦੋਂ ਪਰਸਨ ਵਧੀਆ ਆਏ, ਮੈਨੂੰ ਪਤਾ ਉਹਦਾ ਨੇਚਰ ਬਹੁਤ ਵਧੀਆ, ਫਿਰ ਕਿਤੇ ਨਾ ਕਿਤੇ ਸੋਚਿਆ ਮੈਂ ਕਿ ਉਹਨੇ ਮੈਨੂੰ ਇਹ ਗੱਲ ਕਿਉਂ ਆਖਦੀ ਹੈ ਨਾ ਕਿ ਤੂੰ ਕਰਵਾ ਲਾ। ਤੇ ਫਿਰ ਮੈਂ ਠਾਣ ਲਈ ਸੀ ਕਿ ਹੁਣ ਤਾਂ ਮੈਨੂੰ ਕਰਕੇ ਦਿਖਾਉਂਗੀ ਕਿ ਹਾਂ ਇਹ ਪਰਸਨ ਬਹੁਤ ਵਧੀਆ ਸੀ, ਕਿ ਹੁਣ ਤੂੰ ਮੈਨੂੰ ਕਹੇਂਗੀ ਕਿ ਯਾਰ ਹਾਏ ਮੈਂ ਕਾਹਤੋਂ ਆਪਦੀ ਕਿਸਮਤ ਠਕਰਾਤੀ। ਤੇ ਫਿਰ ਮੈਂ 17 ਤਰੀਕ ਨੂੰ ਜਦੋਂ ਨਾਈਟ ਇਹਨਾਂ ਨੂੰ ਮੈਸੇਜ ਕੀਤਾ, ਤੇ ਇਹਨਾਂ ਨੇ ਕਿਹਾ ਸੁੱਖ ਤੂੰ ਪਲੀਜ਼ ਇੰਨਾ ਗੰਦਾ ਮਜ਼ਾਕ ਮੇਰੇ ਨਾਲ ਨਾ ਕਰ। ਤੇ ਮੈਂ ਕਿਹਾ ਮੈਂ ਤੇਰੇ ਨਾਲ ਮਜ਼ਾਕ ਕਦੇ ਨਹੀਂ ਕੀਤਾ ਜਗਵਿੰਦਰ, ਤੇ ਪਰ ਅੱਜ ਮੈਂ ਬਹੁਤ ਸੀਰੀਅਸ ਹਾਂ। ਤੇ ਇਹਨਾਂ ਨੇ ਫਿਰ ਵੀ ਸੀਰੀਅਸ ਨਹੀਂ ਲਿਆ ਮੈਨੂੰ ਕਿ ਮੈਂ ਇਹਨਾਂ ਨੂੰ ਕਹਿ ਰਹੀ ਹਾਂ। ਨੈਕਸਟ ਡੇ ਫਿਰ ਇਹਨਾਂ ਨੂੰ ਮਤਲਬ ਕਾਲ ਕੀਤੀ। ਐਕਚੁਅਲ 'ਚ ਮੈਨੂੰ ਖੁਦ ਨੂੰ ਵੀ ਵਿਸ਼ਵਾਸ ਨਹੀਂ ਸੀਗਾ ਕਿ ਮੈਨੂੰ ਇਹ ਸੀਗਾ ਕਿ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਤੁਹਾਨੂੰ ਕੋਈ ਕਹਿ ਦਿੰਦਾ ਤੇ ਤੁਹਾਡੇ ਫੀਲਿੰਗਸ ਨਾਲ ਹਾਰਟ ਕਰਕੇ ਤੁਹਾਨੂੰ ਇੱਕ ਸਾਈਡ ਤੇ ਕਰ ਦਿੰਦਾ, ਤੇ ਉਹ ਚੀਜ਼ ਦਾ ਮੈਨੂੰ ਕਿਤੇ ਨਾ ਕਿਤੇ ਬੜਾ ਡਰ ਸੀਗਾ ਕਿ ਕਿਉਂਕਿ ਮੈਂ ਜ਼ਿੰਦਗੀ ਦੇ ਵਿੱਚ ਬੜੀ ਵਾਰ ਡਿੱਗ ਕੇ ਖੜੇ ਹੋਣਾ ਅਸੀਂ ਸਾਰਿਆਂ ਨੇ ਸੁਣਿਆ ਹੈ ਨਾ, ਤੇ ਪਰ ਪਤਾ ਉਹਨੂੰ ਹੁੰਦਾ ਜਿਹੜਾ ਡਿੱਗ ਕੇ ਖੜੇ ਹੁੰਦਾ ਫਿਰ ਚੱਲਦਾ, ਡਿੱਗ ਕੇ ਖੜਾ ਹੁੰਦਾ ਫਿਰ ਚੱਲਦਾ, ਤੇ ਮੈਂ ਉਹ ਪਰਸਨ ਸੀਗਾ। ਪਰ ਮੈਂ ਅਸਲ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਸੀ ਡਿੱਗ ਕੇ ਖੜੇ ਹੋਣਾ, ਮੈਂ ਚਾਹੁੰਦਾ ਹੀ ਨਹੀਂ ਸੀਗਾ ਕਿ ਮੈਂ ਇਸ ਤਰ੍ਹਾਂ ਟੁੱਟ ਕੇ ਖੜਾ ਹੋਵਾਂ। ਤੇ ਉਸ ਚੀਜ਼ ਦੇ ਡਰ ਨਾਲ ਮੈਂ ਇਹਨਾਂ ਨੂੰ ਕਿਹਾ ਕਿ ਪਲੀਜ਼ ਵੀ ਐਡਾ ਭੈੜਾ ਮੈਸੇਜ ਵੀ ਮੈਨੂੰ ਪਲੀਜ਼ ਇਸ ਤਰ੍ਹਾਂ ਨਾ ਕਰਿਓ, ਹੈ ਨਾ, ਤੇ ਵੀ ਮੈਂ ਨਹੀਂ ਚਾਹੁੰਦਾ ਵੀ ਉਸ ਤਰ੍ਹਾਂ ਮੇਰੇ ਨਾਲ ਲਾਈਫ 'ਚ ਕਦੀ ਕੁਝ ਹੋਵੇ। ਸੋ ਬਟ ਕਾਫੀ ਇਹਨਾਂ ਨੇ 2-4 ਵਾਰ ਮੈਨੂੰ ਕਿਹਾ, ਤੇ ਮੈਂ ਕਿਹਾ ਵੀ ਇਹਨਾਂ ਦੀ ਬੜੀ ਵੱਡੀ ਸੋਚ ਸੀਗੀ, ਕਹਿੰਦੀ ਕਿ ਮੈਂ ਆਪਦੀ ਫੈਮਿਲੀ ਨਾਲ ਗੱਲ ਕਰਕੇ ਦੇਖਦੀ ਹਾਂ ਵੀ ਜੋ ਵੀ ਹੁੰਦਾ
ਤੇ ਬਾਕੀ ਫਿਰ ਇਹਨਾਂ ਨੇ ਫੈਮਿਲੀ ਨਾਲ ਗੱਲ ਥੋੜਾ ਇਹ ਵੀ ਜਾਣਨਾ ਚਾਹਾਂਗੇ ਸੁਖਪ੍ਰੀਤ ਤੋਂ, ਕਿਉਂਕਿ ਜਦੋਂ ਇਸ ਤਰ੍ਹਾਂ ਦੇ ਜਿਹੜੇ ਵਿਆਹ ਹੁੰਦੇ ਨੇ ਥੋੜਾ ਜਿਹਾ ਪਰਿਵਾਰਕ ਮੈਂਬਰ ਆਪਣਾ ਕੰਸਰਨ ਦਿਖਾਉਂਦੇ ਨੇ, ਪ੍ਰੋਬਲਮਸ ਆਉਂਦੀਆਂ ਨੇ। ਸੁਖਪ੍ਰੀਤ ਕੋਈ ਚੁਣੌਤੀਆਂ ਵੀ ਸੀ, ਜੇਕਰ ਤੁਸੀਂ ਫ੍ਰੀ ਫੀਲ ਕਰਦੇ ਹੋ, ਦੱਸਣਾ ਚਾਹੁੰਦੇ ਹੋ ਲੋਕਾਂ ਦੇ ਨਾਲ ਆਪਣੇ ਜਜ਼ਬਾਤ, ਕਿਉਂਕਿ ਮੈਨੂੰ ਲੱਗਦਾ ਜਿਹੜੀ ਤੁਹਾਡੀ ਸਟੋਰੀ ਹੈ ਬਿਲਕੁਲ ਇੱਕ ਫਿਲਮੀ ਸਟੋਰੀ ਹੈ, ਹਰ ਤਰ੍ਹਾਂ ਦਾ ਐਂਗਲ ਹੈ ਇਹਦੇ ਵਿੱਚ, ਔਰ ਜਿਹੜੇ ਹੋਰ ਇਸ ਤਰ੍ਹਾਂ ਦੇ ਨੌਜਵਾਨ ਨੇ ਜਾਂ ਹੋਰ ਇਸ ਤਰ੍ਹਾਂ ਦੀਆਂ ਕਪਲ ਨੇ ਜਿਹੜਾ ਕੋਈ ਸੋਚਦੇ ਨੇ ਕਿ ਇਸ ਤਰ੍ਹਾਂ ਕੁਝ ਕਰੀਏ, ਉਹਨਾਂ ਨੂੰ ਵੀ ਹੌਸਲਾ ਮਿਲੂਗਾ, ਪਰਿਵਾਰਾਂ ਨੂੰ, ਸਮਾਜ ਨੂੰ ਇੱਕ ਨਵੀਂ ਸੇਧ ਮਿਲੂਗੀ। ਜੀ ਪਹਿਲੀ ਗੱਲ ਤਾਂ ਇੱਕ ਕੁੜੀ ਲਈ ਮੁੰਡਾ ਲੱਭਣਾ ਹੀ ਚੁਣੌਤੀ ਹੁੰਦੀ ਆ, ਤੇ ਕੁੜੀ ਲਈ ਦੱਸਣਾ, ਘਰੇ ਦੱਸਣਾ ਜਾਂ ਕਿਸੇ ਪਰਸਨ ਨੂੰ ਵੀ ਆਪਣੀ ਲਾਈਫ ਬਾਰੇ ਦੱਸਣਾ ਤਾਂ ਉਸ ਤੋਂ ਵੀ ਵੱਡੀ ਚੁਣੌਤੀ ਹੁੰਦੀ ਆ। ਤੇ ਮੈਂ ਆਪਣੇ ਘਰ ਦੀ ਬਹੁਤ ਹੀ ਲਾਡਲੀ ਆ, ਕਿਉਂਕਿ ਜਿੰਨੇ ਵੀ ਰਿਲੇਟਿਵ ਆ ਮੈਂ ਸਾਰਿਆਂ ਨਾਲੋਂ ਛੋਟੀ ਆ, ਤੇ ਮੇਰੀ ਗੱਲ ਮੇਰਾ ਪਰਿਵਾਰ ਸੁਣਦਾ ਹੈ, ਹਰੇਕ ਗੱਲ ਸੁਣਦਾ। ਤੇ ਕਿਤੇ ਨਾ ਕਿਤੇ ਮੇਰੇ ਪਰਿਵਾਰ ਨੇ ਕਹਿ ਵੀ ਛੱਡਿਆ ਸੀ, ਪੁੱਤ ਤੂੰ ਬਹੁਤ ਬਾਹਰ ਅੰਦਰ ਜਾਂਦੀ ਆ, ਅਗਰ ਤੈਨੂੰ ਕੋਈ ਮੁੰਡਾ ਵਧੀਆ ਲੱਗਦਾ ਤਾਂ ਸਾਨੂੰ ਜ਼ਰੂਰ ਦੱਸੀ। ਤੇ ਮੈਂ ਇਹੀ ਗੱਲ ਦਿਮਾਗ 'ਚ ਪਾਈ ਹੋਈ ਸੀ ਕਿ ਹਾਂ ਮੈਨੂੰ ਕੋਈ ਵੀ ਪਰਸਨ ਵਧੀਆ ਲੱਗਾ ਤਾਂ ਮੈਂ ਜ਼ਰੂਰ ਦੱਸਾਂਗੀ। ਤੇ ਮੈਂ ਘਰੇ ਗੱਲ ਕੀਤੀ, ਮੈਂ ਕਿਹਾ ਕਿ ਮੈਨੂੰ ਜਿਹੜਾ ਜਗਵਿੰਦਰ ਸਾਈਕਲਿਸਟ, ਮੈਂ ਆਪਣੀ ਫੈਮਿਲੀ ਨੂੰ ਪਹਿਲਾਂ ਹੀ ਦੱਸਿਆ ਸੀ ਕਿ ਐਜ਼ ਅਸੀਂ ਫਰੈਂਡ ਗੱਲ ਕਰਦੇ ਆ, ਤੇ ਮੰਮੀ ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਇਹਨਾਂ ਨਾਲ ਮੈਰਿਜ ਕਰਵਾਉਣਾ ਚਾਹੁੰਦੀ ਆ। ਤੇ ਉਹ ਬਹੁਤ ਹੀ ਜ਼ਿਆਦਾ ਸ਼ੌਕ ਸੀਗੇ ਕਿ ਇਹਨੂੰ ਹੋ ਕੀ ਗਿਆ, ਕਿਉਂਕਿ ਐਟ ਏ ਟਾਈਮ ਇਹਦਾ ਇਦਾਂ ਡਿਸੀਜਨ ਕਿਉਂ ਆ। ਤੇ ਮੈਂ ਉਹਨਾਂ ਨੂੰ ਕਿਹਾ ਨਹੀਂ ਮੰਮਾ ਮੈਨੂੰ ਵਧੀਆ ਲੱਗਦੇ ਤੇ ਮੈਂ ਮੈਰਿਜ ਕਰਵਾਉਣੀ ਤੇ ਇਹਨਾਂ ਨਾਲ ਕਰਵਾਉਣੀ ਆ। ਤੇ ਕਾਫੀ ਰਿਲੇਟਿਵ ਸੀਗੇ ਤੇ ਉਹਨਾਂ ਨੇ ਇਹ ਆਖ ਦਿੱਤਾ ਕਿ ਤੂੰ ਆਈਲੈਸ ਕਰ ਲਾ ਜਾਂ ਐਂ ਕਰ, ਤੂੰ ਨਹੀਂ ਆਈਲੈਸ ਕਰਨਾ ਤਾਂ ਬਸ ਆਹ ਲੋਕਡਾਊਨ 'ਚ ਖਤਮ ਹੋ ਲੈਂਦੇ, ਫੋਰਨ 'ਚ ਮੁੰਡੇ ਪੱਕੇ ਹੈਗੇ ਆ, ਤੂੰ ਇੰਨੀ ਸੋਹਣੀ ਆ ਤੇ ਤੇਰਾ ਕਰਵਾ ਦਾਂਗੇ। ਮੈਂ ਕਿਹਾ ਮੈਨੂੰ ਕੁਝ ਨਹੀਂ ਚਾਹੀਦਾ, ਮੈਂ ਕਰਵਾਉਣਾ ਤਾਂ ਜਗਵਿੰਦਰ ਨਾਲ ਕਰਵਾਉਣਾ, ਤੇ ਨਹੀਂ ਮੈਨੂੰ ਘਰੇ ਰੱਖ ਲਓ। ਤੇ ਮੇਰੇ ਸਾਹਮਣੇ ਇਹ ਗੱਲ ਸੀਗੀ ਕਿ ਧੀਆਂ ਦਾ ਰਾਜ ਰਾਣੀਆਂ ਨੇ ਨਹੀਂ ਰੱਖੀਆਂ। ਤੇ ਫਿਰ ਮੈਂ ਤਾਂ ਉਹਨਾਂ ਨੇ ਇੱਕੋ ਮਤਲਬ ਲਾਸਟ ਡਿਸੀਜਨ ਆਖ ਦਿੱਤਾ ਸੀ ਕਿ ਜੇ ਕਰਵਾਉਣਾ ਤਾਂ ਮੈਂ ਸੱਚੀ ਇਹਨਾਂ ਨਾਲ ਹੀ ਕਰਵਾਉਣਾ, ਨਹੀਂ ਮੈਂ ਕਰਵਾਉਣਾ ਹੀ ਨਹੀਂ। ਫਿਰ ਕਾਫੀ ਜ਼ਿਆਦਾ 2-4 ਦਿਨ ਇੱਦਾਂ ਹੋਈ ਗੱਲਬਾਤ, ਤੇ ਜਦੋਂ ਗੱਲ ਠੱਲੀ ਫਿਰ ਮੈਂ ਘਰਦਿਆਂ ਨੂੰ ਕਿਹਾ, ਮੈਂ ਕਿਹਾ ਮੇਰਾ ਉੱਥੇ ਹੀ ਕਰ ਦਿਓ, ਮੈਂ ਨਹੀਂ ਰਹਿ ਸਕਦੀ। ਤੇ ਫਿਰ ਘਰਦਿਆਂ ਨੇ ਕਿਹਾ ਚਲੋ ਠੀਕ ਆ ਜੇ ਇਹ ਰਹਿ ਸਕਦੀ ਆ ਤਾਂ। ਤੇ ਬਟ ਉਸ ਟਾਈਮ ਮੈਨੂੰ ਇਹ ਗੱਲਾਂ ਸੁਣਨ ਨੂੰ ਮਿਲੀਆਂ ਕਿ ਉਹਦੇ ਹੱਥ ਹੈ ਨਹੀਂ, ਤੂੰ ਸਾਂਭ ਲੇਂਗੀ ਉਹਨੂੰ, ਕੱਟ ਲੇਂਗੀ ਉਹਦੇ ਨਾਲ। ਮੈਨੂੰ ਹੁਣ ਵੀ ਕਾਲ ਆਉਂਦੀਆਂ ਕਿ ਤੂੰ ਠੀਕ ਆ ਹੈ ਤੇ ਕੋਈ ਪ੍ਰੋਬਲਮ ਤਾਂ ਨਹੀਂ। ਤੇ ਮੈਂ ਉਹਨਾਂ ਨੂੰ ਹੱਸ ਕੇ ਕਹਿ ਦਿੰਦੀ ਮੈਨੂੰ ਕਾਹਦੀ ਪ੍ਰੋਬਲਮ ਆ, ਸਗੋਂ ਮੈਂ ਉਹਨੂੰ ਤੰਗ ਕਰਦੀ ਪਈ ਆ ਕਿ ਮੈਨੂੰ ਆਹ ਚੀਜ਼ ਚਾਹੀਦੀ, ਆਏ ਆ ਜਾਵਾਂ। ਤੇ ਪਰ ਮੈਂ ਹਰੇਕ ਵਾਰੀ ਸਾਰਿਆਂ ਨੂੰ ਇਹੀ ਕਹਿੰਦੀ ਆ ਕਿ ਜੇ ਅਗਰ ਜਗਵਿੰਦਰ ਜੀ ਦੇ ਹੱਥ ਹੁੰਦੇ ਤਾਂ ਮੈਂ ਇਹਨਾਂ ਨਾਲ ਮੈਰਿਜ ਸੱਚੀ ਨਹੀਂ ਕਰਵਾਉਣੀ ਸੀ, ਇਹਨਾਂ ਨੂੰ ਹੋਰ ਵੀ ਕੁੜੀ ਮਿਲ ਜਾਣੀ ਸੀ ਤੇ ਕਿਸੇ ਹੋਰ ਕੁੜੀ ਨੇ ਕਰਵਾ ਵੀ ਲੈਣਾ ਸੀ। ਤੇ ਬਟ ਮੈਂ ਸੋਚ ਚੇਂਜ ਕਰਨ ਦੀ ਖਾਤਰ ਇਹਨਾਂ ਨਾਲ ਮੈਰਿਜ ਕਰਵਾਈ ਆ ਕਿ ਇਹਨਾਂ ਦੇ ਬਿਨਾਂ ਹੱਥਾਂ ਤੋਂ ਇਹਨਾਂ ਨੇ ਇੰਨੀ ਸਖਤ ਮਿਹਨਤ ਕੀਤੀ ਆ। ਅੱਜ ਕੱਲ੍ਹ ਦੇ ਜਿਹੜੇ ਮੁੰਡੇ ਆ ਕੁੜੀਆਂ ਉਹ ਨਸ਼ਾ ਕਰ ਰਹੇ ਆ, ਗਲਤ ਕੰਮ ਕਰ ਰਹੇ ਆ, ਬਹੁਤ ਦੇਖਣ ਨੂੰ ਮਿਲਿਆ ਆਪਾਂ ਨੂੰ। ਤੇ ਬਟ ਇਹਨਾਂ ਦੇ ਬਿਨਾਂ ਹੱਥਾਂ ਦੇ ਇਹਨਾਂ ਨੇ ਸਖਤ ਮਿਹਨਤ ਕੀਤੀ ਤੇ ਮੇਰਾ ਦਿਲ ਜਿੱਤਿਆ ਹੈ, ਤੇ ਤਾਂ ਕਰਕੇ ਮੈਂ ਹਮੇਸ਼ਾ ਇਹਨਾਂ ਦੇ ਨਾਲ ਹੀ ਰਵਾਂਗੀ। ਬਿਲਕੁਲ ਬਹੁਤ ਵਧੀਆ ਐਪਰੀਸ਼ੀਏਟ ਕਰਦੇ ਹਾਂ ਅਸੀਂ, ਤੁਹਾਡੀ ਬਹੁਤ ਵਧੀਆ ਸੋਚ ਸੀ, ਕਿਉਂਕਿ ਤੁਸੀਂ ਜਿਹੜੀ ਚੀਜ਼ ਸੋਚੀ ਆ, ਔਰ ਜਗਵਿੰਦਰ ਨੇ ਵੀ ਆਪਣੇ ਆਪ ਨੂੰ ਬਹੁਤ ਪ੍ਰੂਵ ਕੀਤਾ ਹਰ ਇੱਕ ਜ਼ਿੰਦਗੀ ਦੇ ਇਮਤਿਹਾਨ ਦੇ ਵਿੱਚ। ਇੱਕ ਚੀਜ਼ ਜਗਵਿੰਦਰ ਇਹ ਜਾਣਨੀ ਚਾਹੁੰਦੇ ਆ, ਤੁਸੀਂ ਮੈਨੂੰ ਲੱਗਦਾ ਮੇਰੇ ਤੋਂ ਜਾਂ ਜਿਹੜੇ ਦਰਸ਼ਕ ਦੇਖ ਰਹੇ ਹੋਣਗੇ, ਸ਼ਾਇਦ ਤੁਸੀਂ ਬਹੁਤ ਜ਼ਿਆਦਾ ਜ਼ਿੰਦਗੀ ਦੀਆਂ ਚੁਣੌਤੀਆਂ ਸਾਡੇ ਤੋਂ ਵੱਧ ਫੇਸ ਕੀਤੀਆਂ ਨੇ, ਜਿਵੇਂ ਤੁਸੀਂ ਪਰਮਾਤਮਾ ਨੇ ਤੁਹਾਨੂੰ ਤੁਸੀਂ ਦੇਖਿਆ ਦੁਨੀਆ ਨੂੰ, ਜੇ ਸਕੂਲ ਦੇ ਵਿੱਚ ਪੜ੍ਹੇ ਹੋ ਜਾਂ ਹੋਰ, ਤੁਸੀਂ ਜਦੋਂ ਜਗਵਿੰਦਰ ਸਫ਼ਰ ਕਰਦੇ ਹੋ, ਦੇਖਦੇ ਹੋ ਸੜਕਾਂ ਦੇ ਉੱਤੇ, ਜਾਂ ਕਿਸੇ ਦੀ ਮਾੜੀ ਜਿਹੀ ਵੀ ਕੋਈ ਸੱਟ ਹੁੰਦੀ ਹੈ, ਕੋਈ ਮੰਗ ਰਿਹਾ, ਕੰਮ ਨਹੀਂ ਕਰ ਰਿਹਾ, ਜਾਂ ਕੋਈ ਆਪਣੀ ਜਿਹੜੀ ਡਿਸੇਬਿਲਿਟੀ ਉਹਨੂੰ ਦਿਖਾ ਕੇ ਤਰਸ ਦਾ ਪਾਤਰ ਬਣਦਾ, ਉਦੋਂ ਜਗਵਿੰਦਰ ਕਿੱਦਾਂ ਦਾ ਮਹਿਸੂਸ ਹੁੰਦਾ? ਕਿਉਂਕਿ ਤੁਸੀਂ ਤਾਂ ਮੈਨੂੰ ਲੱਗਦਾ ਇੱਕ ਮਿਸਾਲ ਹੈਗੇ ਹੋ ਹਰ ਕਿਸੇ ਲਈ। ਜੋਬ ਤੁਸੀਂ ਸਰਕਾਰੀ ਜੋਬ ਕਰ ਰਹੇ ਹੋ, ਤੁਹਾਡੀ ਮੈਰਿਜ ਹੋਈ ਆ ਵਧੀਆ, ਤੁਸੀਂ ਪਰਿਵਾਰ ਦੇ ਨਾਲ ਉਹੀ ਤਾਂ ਅਸੀਂ ਦੇਖਿਆ ਤੁਹਾਡਾ ਸਾਰਾ ਰਹਿਣ ਸਹਿਣ ਆ, ਤੁਸੀਂ ਬਿਲਕੁਲ ਇਸ ਚੀਜ਼ ਨੂੰ ਤਾਂ ਬਿਲਕੁਲ ਵਰਕਾ ਹੀ ਤੁਸੀਂ ਪਾੜਿਆ ਹੋਇਆ ਕਿ ਤੁਹਾਡੇ ਅੰਦਰ ਕੋਈ ਕਿਸੇ ਤਰ੍ਹਾਂ ਦੇ ਕੋਈ ਦਿੱਕਤ ਹੈਗੀ, ਬਿਲਕੁਲ ਤੁਸੀਂ ਆਮ ਇਨਸਾਨ ਨਾਲ ਰਹਿ ਰਹੇ ਹੋ। ਜਦੋਂ ਲੋਕਾਂ ਨੂੰ ਇਸ ਤਰ੍ਹਾਂ ਦੇਖਦੇ ਹੋ ਤਾਂ ਮਨ 'ਚ ਕੀ ਸੋਚਦੇ ਹੋ? ਭਾਜੀ ਅਸਲ ਦੇ ਵਿੱਚ ਮੈਨੂੰ ਉਹਦੇ ਵਿੱਚ ਸਭ ਤੋਂ ਵੱਡਾ ਮੈਂ ਕਸੂਰਵਾਰ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਮਾਪਿਓ ਨਹੀਂ ਸਮਝਦਾ, ਕਿਉਂਕਿ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਉਸ ਗੱਲ ਦਾ ਲਾਲਚ ਹੁੰਦਾ। ਮੈਂ ਆਪ ਜੀ ਨੂੰ ਖੁਦ ਇੱਕ ਵਾਰ ਦਾ ਹਾਦਸਾ ਦੱਸ ਦਿੰਦਾ, ਕਿਉਂਕਿ ਗੁਰੂ ਸਾਹਿਬ ਦੀ ਮਿਹਰ ਨਾਲ ਮੈਂ +2 ਤੋਂ ਪਹਿਲਾਂ ਹੀ ਡਰਾਇੰਗ ਪੇਂਟਿੰਗ ਦੇ ਵਿੱਚ, ਜਦੋਂ ਮੈਂ 4th 5th ਦੇ ਵਿੱਚ ਡਰਾਇੰਗ ਪੇਂਟਿੰਗ ਸਟਾਰਟ ਕੀਤੀ ਆ, ਮੇਰੇ ਫਾਦਰ ਸਾਹਿਬ ਕਢਾਈ ਦਾ ਕੰਮ ਕਰਦੇ ਆ, ਤੇ ਉਹਨਾਂ ਤੋਂ ਮੈਨੂੰ ਜਿਵੇਂ ਡਰਾਇੰਗ ਦਾ ਸ਼ੌਂਕ ਪਿਆ। ਤੇ ਉਸ ਤੋਂ ਬਾਅਦ ਆਪਾਂ ਰੈਗੂਲਰੀ 4 ਵਾਰ ਜ਼ੋਨ ਟੌਪ ਕੀਤਾ, 3 ਵਾਰ ਡਿਸਟ੍ਰਿਕਟ ਟੌਪ ਕੀਤਾ, 3 ਪੋਜੀਸ਼ਨਸ ਆਪਣੀਆਂ ਸਟੇਟ 'ਚੋਂ ਆਈਆਂ, 1st 2nd 3rd, 2 ਵਾਰ ਨੈਸ਼ਨਲ ਟੌਪ ਕੀਤਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ +2 ਤੋਂ ਪਹਿਲਾਂ ਕਰ ਚੁੱਕਿਆ ਸੀਗਾ। ਤੇ ਉਸ ਤੋਂ ਬਾਅਦ ਮੇਰਾ ਵੈਸੇ ਡ੍ਰੀਮ ਸੀਗਾ ਵੀ ਮੈਂ ਪ੍ਰੋਫੈਸਰ ਬਣਾ ਡਰਾਇੰਗ ਦਾ, ਤੇ ਉਹ ਕਿਤੇ ਨਾ ਕਿਤੇ +2 ਤੋਂ ਬਾਅਦ ਉਹ ਜਦੋਂ ਡ੍ਰੀਮ ਟੁੱਟਿਆ, ਕਿਉਂਕਿ ਮੇਰੇ ਨਾਲ ਕੋਈ ਕਰਨਾ ਹੀ ਨਹੀਂ ਸੀ ਚਾਹੁੰਦਾ ਡਰਾਇੰਗ ਦਾ ਉਸ ਤਰ੍ਹਾਂ ਦਾ, ਕਿਉਂਕਿ ਮੈਂ ਉਸ ਟਾਈਮ ਪੂਰਾ ਜਿਹੜਾ ਡਿਪੈਂਡੈਂਟ ਸੀ ਆਪਦੇ ਫਰੈਂਡ ਸਰਕਲ 'ਤੇ, ਆਪਦੇ ਫੈਮਿਲੀ 'ਤੇ ਸੀਗਾ। ਤੇ ਕਿਉਂਕਿ ਹੁਣ ਆ ਕੇ ਮੈਂ 5-6-7 ਸਾਲਾਂ ਤੋਂ 10 ਸਾਲਾਂ ਤੋਂ ਜ਼ਿਆਦਾ ਸੈਲਫ ਡਿਪੈਂਡੈਂਟ ਹੋਇਆ।
ਤੇ ਉਸ ਟਾਈਮ ਕੋਈ ਐਡਾ ਸਾਥ ਦੇਣ ਵਾਲਾ ਨਹੀਂ ਮਿਲਿਆ। ਉਸ ਤੋਂ ਬਾਅਦ ਦੁਬਾਰਾ ਫਿਰ ਉਹੀ ਸਿਚੁਏਸ਼ਨ ਹੋਈ ਵੀ ਚਲੋ ਮੈਂ ਅਗਰ ਪ੍ਰੋਫੈਸਰ ਨਹੀਂ ਬਣ ਸਕਦਾ ਮੈਂ ਡਰਾਇੰਗ ਟੀਚਰ ਤਾਂ ਬਣ ਸਕਦਾ, ਕਿਉਂਕਿ ਸਾਡੇ ਪਾਤੜਾਂ ਦੇ ਕੋਲ ਹੀ ITI ਹੈਗੀ ਆ ਬੁਰੜ ਤੋਂ। ਮੈਂ ਉੱਥੋਂ ITI ਦਾ ਕੋਰਸ ਕੀਤਾ ਤੇ ਉਸ ਤੋਂ ਬਾਅਦ ਫਿਰ ਮੈਂ ਡਰਾਇੰਗ ਲਈ ਵੀ ਬਹੁਤ ਥਾਵਾਂ ਤੇ ਅਪਲਾਈ ਕੀਤਾ। ਕੋਰਸ ਪੂਰਾ ਹੋਣ ਤੋਂ ਬਾਅਦ ਮੈਨੂੰ ਕਿਤੇ ਗਵਰਨਮੈਂਟ ਜੌਬ ਨਹੀਂ ਮਿਲੀ ਡਰਾਇੰਗ ਦੀ। ਮੈਂ ਅੱਜ ਵੀ ਚਾਹੁੰਦਾ ਕਿ ਮੈਨੂੰ ਇੱਕ ਜਿਹੜੀ ਮੇਰੇ ਪ੍ਰੋਫੈਸ਼ਨ ਦੇ ਰਿਲੇਟਡ ਅਗਰ ਇੱਕ ਐਜ਼ ਅ ਡਰਾਇੰਗ ਟੀਚਰ ਜੋ ਮਿਲਦੀ ਹੈ ਤਾਂ ਇੱਕ ਬਹੁਤ ਅੱਛਾ ਪਰਫਾਰਮ ਕਰਕੇ ਦਿਖਾ ਸਕਦਾ ਵੀ ਬੱਚਿਆਂ ਦੇ ਅੰਦਰ ਜਿਹੜਾ ਟੈਲੈਂਟ ਉਹ ਬਹੁਤ ਵੱਡੇ ਲੈਵਲ ਤੇ ਸਾਹਮਣੇ ਆ ਸਕਦਾ। ਸੋ ਦੂਸਰਾ ਜਦੋਂ ਡਰਾਇੰਗ ਪੇਂਟਿੰਗ ਦੇ ਵਿੱਚ ਸੀਗਾ ਤਾਂ ਉਦੋਂ ਮੈਨੂੰ ਕੋਈ ਡਰਾਇੰਗ ਟੀਚਰ ਹੀ ਨਹੀਂ ਸੀ ਰੱਖਦਾ, ਜਦ ਕਿ ਮੇਰੀਆਂ ਪੇਂਟਿੰਗਸ ਦੇਖ ਕੇ ਹਰੇਕ ਪ੍ਰਿੰਸੀਪਲ MD ਕਹਿ ਦਿੰਦੇ ਸੀ ਵੀ ਨੋ ਡਾਊਟ ਤੁਹਾਡੀਆਂ ਪੇਂਟਿੰਗਸ ਬਹੁਤ ਅੱਛੀਆਂ ਨੇ, ਪਰ ਤੁਸੀਂ ਡਰਾਇੰਗ ਬੱਚਿਆਂ ਨੂੰ ਕਿਵੇਂ ਕਰਵਾਓਗੇ, ਬੋਰਡ 'ਤੇ ਕੰਮ ਕਿਵੇਂ ਕਰਵਾਓਗੇ, ਉਹ ਸਾਰਾ ਕੁਝ ਹੋਇਆ। ਬਟ ਮੈਂ ਥੈਂਕਸ ਕਰਦਾ ਨਾਨਕ ਸਰ ਅਕੈਡਮੀ ਸੇਲ ਵਾਲਾ, ਉਹਨਾਂ ਨੇ ਮੇਰਾ ਟੈਸਟ ਲਿਆ। ਅਤੇ ਕਿਉਂਕਿ ਸਾਡੇ ਵਿੱਚ ਨਾ ਬਹੁਤ ਵੱਡੀ ਦਿੱਕਤ ਆ, ਅਸੀਂ ਕਿਸੇ ਚੀਜ਼ ਨੂੰ ਨਾ ਸਿਰਫ ਉਹਦੀ ਡਿਸੇਬਿਲਿਟੀ ਨੂੰ ਦੇਖ ਕੇ ਹੀ ਜੱਜਮੈਂਟ ਕਰ ਲੈਂਦੇ ਹਾਂ ਵੀ ਇਹਦੇ ਤੋਂ ਨਹੀਂ ਹੋ ਸਕਦਾ। ਮੈਂ ਬਿਲੀਵ ਕਰਦਾ ਪ੍ਰੈਕਟੀਕਲ 'ਤੇ ਤੁਸੀਂ ਘੱਟੋ ਘੱਟ ਉਹਨੂੰ ਮੌਕਾ ਦਿਓ ਕਿ ਯਾਰ ਤੂੰ ਕਰਕੇ ਦਿਖਾ, ਜੇ ਤੇਰੇ ਤੋਂ ਹੋ ਗਿਆ ਫਿਰ ਅਸੀਂ ਤੈਨੂੰ ਰੱਖ ਲਾਂਗੇ, ਜੇ ਤੂੰ ਨਾ ਕਰ ਸਕੇ ਤਾਂ ਸਾਡੀ ਮਨਾ। ਉਹ ਤਾਂ ਇੱਕ ਜੈਨੂਇਨ ਪ੍ਰੋਬਲਮ ਹੋ ਗਈ ਵੀ ਬਈ ਤੂੰ ਨਹੀਂ ਕਰ ਪਾਇਆ, ਠੀਕ ਹੈ, ਉਹਦੇ ਵਿੱਚ ਸਾਡੀ ਕੋਈ ਉਹ ਨਹੀਂ ਹੈਗੀ। ਸੋ ਬਟ ਚਲੋ ਉਹਨਾਂ ਨੇ ਮੈਨੂੰ ਮੌਕਾ ਦਿੱਤਾ। ਮੈਂ 1.5 ਸਾਲ CBSE ਸਕੂਲ ਨਾਨਕ ਸਰ ਅਕੈਡਮੀ ਸੇਲ ਵਾਲਾ ਉੱਥੇ ਟੀਚ ਕਰਵਾਇਆ। ਅਤੇ ਉਸ ਤੋਂ ਬਾਅਦ ਨਾਲ ਦੀ ਨਾਲ ਆਪਾਂ ਸਾਈਕਲਿੰਗ ਦੇ ਵਿੱਚ ਵੀ ਕਾਫੀ ਕੁਛ ਆਪਣਾ ਚੱਲ ਰਿਹਾ ਸੀਗਾ, ਡਰੀਮ ਸੀਗੇ ਕਿ ਆਪਾਂ ਸਾਈਕਲਿੰਗ ਵਧੀਆ ਕਰਨੀ ਹੈ। ਅਤੇ ਬਹੁਤ ਸਾਰੇ ਕੋਚਿਸ ਕੋਲ ਜਾਂਦਾ ਸੀ ਮੈਂ ਟ੍ਰੇਨਿੰਗ ਲਈ, ਸਾਰੇ ਮਨਾ ਕਰ ਦਿੰਦੇ ਸੀ ਤੂੰ ਡਿੱਗ ਜਾਏਗਾ, ਤੇਰਾ ਐਕਸੀਡੈਂਟ ਹੋ ਜਾਊਗਾ, ਤੇਰੇ ਹੱਥ ਨਹੀਂ ਹੈਗੇ, ਤੂੰ ਗੇਅਰ ਕਿਵੇਂ ਚੇਂਜ ਕਰੇਂਗਾ, ਬ੍ਰੇਕ ਕਿਵੇਂ ਲਗਾਏਂਗਾ। ਕਿਉਂਕਿ ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਫਿਰ ਤੁਹਾਡੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਐਕਸਕਿਊਜ਼ ਜਾਂ ਕੋਈ ਸ਼ੱਕ ਨਹੀਂ ਹੁੰਦਾ। ਪਰ ਜੇ ਤੁਸੀਂ ਕੋਈ ਕੰਮ ਤੁਹਾਨੂੰ ਲੱਗਦਾ ਕਿ ਛੱਡੋ ਯਾਰ ਆਪਾਂ ਕਰਕੇ ਕੀ ਲੈਣਾ, ਜਾਂ ਆਪਣੇ ਅੰਦਰ ਬਹਾਨੇ ਬਹੁਤ ਜ਼ਿਆਦਾ ਹੁੰਦੇ ਕਿਸੇ ਕੰਮ ਨੂੰ ਨਾ ਕਰਨ ਦੇ। ਅਸੀਂ ਅਸਲ ਦੇ ਵਿੱਚ ਇਹ ਨਹੀਂ ਹੁੰਦਾ ਕਿ ਅਸੀਂ ਕਰ ਨਹੀਂ ਸਕਦੇ, ਨੈਗੇਟਿਵ ਥਾਟਸ ਪਹਿਲਾਂ ਆ ਜਾਂਦੇ। ਜੀ ਅਸਲ ਦੇ ਵਿੱਚ ਇਹ ਦਿੱਕਤ ਨਹੀਂ ਹੈਗੀ ਕਿ ਅਸੀਂ ਕੁਝ ਵੱਡਾ ਨਹੀਂ ਕਰ ਪਾ ਰਹੇ। ਅਸਲ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਹੀ ਇਹ ਹੈ ਕਿ ਅਸੀਂ ਕੁਝ ਵੱਡਾ ਕਰਨ ਬਾਰੇ ਸੋਚਦੇ ਹੀ ਨਹੀਂਗੇ। ਅਤੇ ਮੈਨੂੰ ਪਤਾ ਸੀਗਾ ਕਿ ਮੈਂ ਬਿਨਾਂ ਹੱਥਾਂ ਦੇ ਸਾਈਕਲ ਕਿਵੇਂ ਚਲਾਊਂਗਾ, ਠੀਕ ਹੈ, ਮੈਨੂੰ ਨਹੀਂ ਸੀ ਪਤਾ। ਬਟ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹੁੰਦਾ ਸੀ ਕਿ ਇਹ ਕੰਮ ਮੈਂ ਕਰਨਾ। ਮੇਰਾ ਸਾਰਾ ਫਰੈਂਡ ਸਰਕਲ ਸਾਈਕਲ 'ਤੇ ਸਕੂਲ ਆਉਂਦਾ, ਸਾਈਕਲ 'ਤੇ ਸਕੂਲ ਜਾਂਦਾ, ਮੈਂ ਵੀ ਸਾਈਕਲ 'ਤੇ ਸਕੂਲ ਜਾਣਾ। ਅਤੇ ਕਾਫੀ ਸਾਰੇ ਫਰੈਂਡ ਸਰਕਲ ਦਾ ਮਤਲਬ ਹਰ ਤਰ੍ਹਾਂ ਦੇ ਦੋਸਤ ਮਿੱਤਰ ਹੁੰਦੇ ਆ, ਹੈ ਨਾ, ਬਹੁਤ ਸਾਰਿਆਂ ਵੱਲੋਂ ਤੁਹਾਡਾ ਮਜ਼ਾਕ ਵੀ ਦਾ ਪਾਤਰ ਵੀ ਬਣਾਇਆ ਜਾਂਦਾ। ਪਰ ਤੁਸੀਂ ਦੁਨੀਆ ਵੱਲ ਦੇਖ ਕੇ ਚੱਲੋਗੇ ਨਾ ਤਾਂ ਤੁਸੀਂ ਜ਼ਿੰਦਗੀ 'ਚ ਕੁਛ ਨਹੀਂ ਕਰ ਸਕਦੇ। ਅਤੇ ਜੇ ਤੁਸੀਂ ਆਪਣੇ ਆਪ ਵੱਲ ਦੇਖ ਕੇ ਚੱਲੋਗੇ ਕਿ ਨਹੀਂ ਯਾਰ ਤੁਸੀਂ ਹੈਗੇ ਹੋ, ਕੋਈ ਦਿੱਕਤ ਨਹੀਂ ਹੈ ਨਾ, ਤੁਹਾਡੇ ਨਾਲ ਪਰਮਾਤਮਾ। ਆਪਾਂ ਬੜੀ ਵਾਰ ਪੰਕਤੀ ਦਾ ਸਰਵਣ ਕੀਤਾ, ਤੁਸੀਂ ਵੀ ਸੁਣੀ ਹੋਈ, ਮੈਂ ਬੜੀ ਵਾਰ ਪੜ੍ਹੀ ਆ, ਸੁਣੀ ਆ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਏ। ਅਸੀਂ ਇਹ ਗੱਲ ਕਹਿੰਦੇ ਜ਼ਰੂਰ ਆ, ਪਰ ਕੀ ਅਸੀਂ ਸੋਚਦੇ ਹਾਂ? ਅਮਲ ਨਹੀਂ ਕਰਦੇ। ਅਸੀਂ ਕਿੰਨਾ ਕੁ ਮੰਨਦੇ ਕਿ ਹਾਂ ਪਰਮਾਤਮਾ ਸਾਡੇ ਨਾਲ ਆ। ਮੰਨ ਲਓ ਮੈਂ ਹੈਦਰਾਬਾਦ ਪਿੱਛੇ 8-9 ਮਹੀਨੇ ਟ੍ਰੇਨਿੰਗ ਕਰਕੇ ਆਇਆ। ਬੱਚੇ ਘਰ ਤੋਂ 100 ਕਿਲੋਮੀਟਰ ਦੀ 50 ਕਿਲੋਮੀਟਰ ਦੀ ਦੂਰੀ 'ਤੇ ਰਹਿਣ, ਉਹਨਾਂ ਨੂੰ ਘਰਦਿਆਂ ਨੂੰ ਪਤਾ ਨਹੀਂ ਹੁੰਦਾ ਕਿੱਥੇ ਕਿੱਥੇ ਗੇੜੀਆਂ ਮਾਰਦੇ ਆ, ਕਿੱਥੇ ਕਿੱਥੇ ਉਹ ਜਾਂਦੇ ਆ, ਕੀ ਹਰਕਤਾਂ ਕਰਦੇ ਆ। ਪਰ ਜੇ ਉਹ ਬੱਚੇ ਸੋਚਣ ਕਿ ਨਹੀਂ ਯਾਰ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਅਤੇ ਕੀ ਉਹ ਮੋੜਾਂ 'ਤੇ ਖੜਨਗੇ? ਕੀ ਉਹ ਗਲਤ ਕੰਮ ਕਰਨਗੇ? ਨਹੀਂ ਕਰਨਗੇ। ਹਾਂ ਠੀਕ ਹੈ, ਆਪਣੇ ਆਪ 'ਚ ਇੰਜੋਇਮੈਂਟ ਕਰੋ, ਆਪਦੀ ਫਰੈਂਡ ਸਰਕਲ ਦੇ ਵਿੱਚ ਰਹੋ, ਤੁਸੀਂ ਜੋ ਮਰਜ਼ੀ ਕਰੋ, ਤੁਹਾਡੀ ਲਾਈਫ ਆ। ਪਰ ਤੁਸੀਂ ਉਹ ਚੀਜ਼ ਨੂੰ ਨਾ ਕਦੇ ਵੀ ਭੁੱਲੋ, ਤੁਸੀਂ ਸੈਡ ਨਾ ਹੋ, ਤੁਸੀਂ ਦੁਖੀ ਨਾ ਹੋ। ਕਿੰਨੇ ਵੀਰ ਕਿਸਾਨ ਭਰਾ ਨੇ ਜਿਹੜੇ, ਕਿੰਨੇ ਭੈਣ ਭਰਾ ਨੇ ਜਿਹੜੇ ਸੁਸਾਈਡ ਕਰ ਲੈਂਦੇ ਆ ਮੈਂਟਲੀ ਸਟ੍ਰੈਸ ਕਰਕੇ, ਠੀਕ ਹੈ। ਕਿਸ ਚੀਜ਼ ਦਾ ਸਟ੍ਰੈਸ ਆ? ਕੀ ਨਹੀਂ ਹੈਗਾ ਤੁਹਾਡੇ ਕੋਲ ਹੱਥ ਪੈਰ ਨਹੀਂ ਹੈਗੇ, ਤੁਸੀਂ ਚੱਲ ਫਿਰ ਨਹੀਂ ਸਕਦੇ, ਜਾਂ ਤੁਹਾਡਾ ਦਿਲ ਨਹੀਂ ਚੱਲ ਰਿਹਾ, ਜਾਂ ਤੁਹਾਡਾ ਦਿਮਾਗ ਨਹੀਂ ਚੱਲ ਰਿਹਾ, ਸਾਰਾ ਕੁਝ ਚੱਲ ਰਿਹਾ, ਤੁਹਾਨੂੰ ਹੋਰ ਕੀ ਚਾਹੀਦਾ? ਕਈ ਵਾਰ ਜਗਵਿੰਦਰ ਇਦਾਂ ਦੀਆਂ ਵੀ ਚੀਜ਼ਾਂ ਆਉਂਦੀਆਂ ਨੇ ਕਿ ਨਿੱਕੀ ਜੀ ਗੱਲ ਕਰਕੇ ਸੁਸਾਈਡ ਹੋ ਜਾਂਦਾ। ਮਤਲਬ ਬਹੁਤ ਛੋਟੀ, ਕਿਸੇ ਦੇ ਨੰਬਰ ਘੱਟ ਆ ਗਏ ਤਾਂ ਸੁਸਾਈਡ ਕਰ ਲਿਆ, ਜਾਂ ਕਿਸੇ ਦੇ ਕੋਈ ਘਾਟਾ ਪੈ ਗਿਆ ਕੰਮ 'ਚ 10-15-20 ਲੱਖ ਦਾ ਵੀ ਨੁਕਸਾਨ ਹੋ ਗਿਆ, 4 ਲੱਖ ਦਾ ਕਰਜ਼ਾ ਤਾਂ ਇੱਦਾਂ ਕਰ ਲਿਆ। ਤਾਂ ਮਤਲਬ ਇਹ ਚੀਜ਼ਾਂ ਨੇ, ਮੈਨੂੰ ਲੱਗਦਾ ਕਿ ਤੁਸੀਂ ਬਹੁਤ ਬਿਹਤਰ ਇਹ ਚੀਜ਼ ਤੁਸੀਂ ਦੱਸ ਰਹੇ ਹੋ। ਔਰ ਥੋੜ੍ਹਾ ਜਿਹਾ ਹੋਰ ਜੇ ਇੰਸਪਾਇਰ ਕਰੋ ਲੋਕਾਂ ਨੂੰ ਕਿ ਲੋਕ ਕਿਵੇਂ ਖੁਸ਼ੀ ਕਿੱਥੋਂ ਲੱਭ ਸਕਦੇ ਆ, ਕੀ ਕਿੱਥੇ ਆ ਖੁਸ਼ੀ। ਕਿਉਂਕਿ ਮੈਨੂੰ ਲੱਗਦਾ ਤੁਸੀਂ ਇਸ ਚੀਜ਼ ਨੂੰ ਬਿਹਤਰ ਦੱਸ ਸਕਦੇ ਹੋ। ਲੋਕਾਂ ਕੋਲ ਹਰ ਤਰ੍ਹਾਂ ਦੀ ਚੀਜ਼ ਆ, ਮਹਿੰਗੀਆਂ ਗੱਡੀਆਂ ਨੇ, ਮਹਿੰਗੇ ਮੋਬਾਈਲ ਨੇ, ਪਰ ਲੋਕਾਂ 'ਚ ਖੁਸ਼ੀ ਨਹੀਂ ਹੈਗੀ। ਵੀਰ ਜੀ ਤੁਹਾਡਾ ਕੁਐਸਚਨ ਬਹੁਤ ਵਧੀਆ। ਮੈਂ ਸਭ ਤੋਂ ਮੈਨੂੰ ਬੜੀ ਖੁਸ਼ੀ ਹੋਈ ਇਸ ਗੱਲ ਦੀ ਕਿ ਤੁਸੀਂ ਉਹ ਪੁੱਛਿਆ, ਹੈ ਨਾ। ਅਤੇ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਦਰਸ਼ਕਾਂ ਨੂੰ ਜ਼ਰੂਰ ਇਸ ਚੀਜ਼ ਬਾਰੇ ਦੱਸਣਾ ਚਾਹਾਂਗਾ, ਕਿਉਂਕਿ ਮੈਂ ਖੁਦ ਇਹਨਾਂ ਇਸ ਦੇ ਵਿੱਚੋਂ 2 ਵਾਰ ਨਿਕਲ ਚੁੱਕਿਆ। ਕਿਉਂਕਿ ਯਾਰ
ਕੋਈ ਚੀਜ਼ ਆ ਜਿਹੜੀ ਤੁਸੀਂ ਕਰਨਾ ਚਾਹੁੰਦੇ ਹੋ, ਤੁਹਾਡਾ ਕੋਈ ਸਾਥ ਨਹੀਂ ਦੇ ਰਿਹਾ। ਸਾਈਕਲਿੰਗ ਟਾਈਮ ਮੇਰੇ ਨਾਲ ਇਸ ਤਰ੍ਹਾਂ ਹੋਇਆ ਵੀ ਸਾਰੇ ਕੋਚਿਸ ਛੱਡ ਦਿੰਦੇ ਆ ਮੈਨੂੰ। ਮੈਂ ਰਾਕੇਸ਼ ਮਹਿੰਦਰਾ ਸਰ ਦਾ ਵੀ ਥੈਂਕਸ ਕਰਦਾ ਜਿਨ੍ਹਾਂ ਨੇ ਮੇਰੀ ਬਾਂਹ ਫੜੀ। ਤੇ ਰਾਕੇਸ਼ ਮਹਿੰਦਰਾ ਸਰ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਲੋਅ ਡਿਪਾਰਟਮੈਂਟ ਦੇ ਵਿੱਚ ਨੇ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਯਾਰ ਤੂੰ ਬਹੁਤ ਕੁਝ ਕਰ ਸਕਦਾ, ਕੋਈ ਗੱਲ ਨਹੀਂ ਮੈਂ ਤੇਰਾ ਸਾਥ ਦਊਂਗਾ। ਸੋ ਉਸ ਤੋਂ ਬਾਅਦ ਡਰਾਇੰਗ ਟੀਚਰ ਦੇ ਵਿੱਚ ਮੈਂ ਬਿਲਕੁਲ ਸਟ੍ਰੈਸ 'ਚ ਚਲ ਗਿਆ ਸੀਗਾ, ਕਿਉਂਕਿ ਫੈਮਿਲੀ ਦੇ ਵਿੱਚ ਇਹ ਸੀਗਾ ਵੀ ਤੂੰ ਘਰੇ ਬੈਠਿਆ, ਇੰਨੀਆਂ ਤੇਰੀਆਂ ਅਚੀਵਮੈਂਟਸ ਆ, ਤੂੰ ਕਿਤੇ ਕਿਉਂ ਨਹੀਂ ਪੜ੍ਹਾ ਸਕਦਾ ਜਾਂ ਤੈਨੂੰ ਕੋਈ ਡਰਾਇੰਗ ਟੀਚਰ ਕਿਉਂ ਨਹੀਂ ਲੱਗਦਾ। ਤਾਂ ਉੱਥੇ ਕਿਤੇ ਨਾ ਕਿਤੇ ਮੇਰੇ ਅੰਦਰ ਬਹੁਤ ਜ਼ਿਆਦਾ ਸਟ੍ਰੈਸ ਸੀਗਾ। ਤਾਂ ਮੈਨੂੰ ਇਸ ਚੀਜ਼ ਦਾ ਸੀਗਾ ਕਿ ਯਾਰ ਜ਼ਿੰਦਗੀ 'ਚ ਇੰਨਾ ਕੁਝ ਕਰਨ ਤੋਂ ਬਾਅਦ ਵੀ ਲੋਕ ਤੁਹਾਡੀ ਉਸ ਚੀਜ਼ ਦੀ ਵੈਲਿਊ ਨਹੀਂ ਪਾ ਰਹੇ। ਇਹਦੇ ਨਾਲੋਂ ਚੰਗਾ ਕਿ ਯਾਰ ਇਸ ਦੁਨੀਆ ਦੇ ਵਿੱਚ ਰਹਿਣਾ ਹੀ ਕਾਹਦੇ ਵਾਸਤੇ, ਮੈਂ ਕਿਉਂ ਇਸ ਦੁਨੀਆ ਦੇ ਵਿੱਚ ਬੈਠਾ, ਮੈਂ ਕਿਉਂ ਆਪਣੇ ਆਪ ਨੂੰ ਇੰਪਰੂਵ ਕਰ ਰਿਹਾ। ਜੀ ਜੀ ਬਿਲਕੁਲ, ਮੈਂ ਖੁਦ ਇਸ ਚੀਜ਼ ਨੂੰ 2 ਵਾਰ ਫੇਸ ਕਰ ਚੁੱਕਿਆ ਭਾਜੀ, ਬੜੇ ਬੁਰੇ ਤਰੀਕੇ ਨਾਲ ਫੇਸ ਕਰ ਚੁੱਕਿਆ। ਤੇ ਮਤਲਬ ਸੋਚਿਆ ਬਹੁਤ ਵਾਰ ਸੀਗਾ ਕਿ ਨਹੀਂ ਯਾਰ ਵੀ ਆਪਾਂ ਇਹ ਜਿਹੜਾ ਝੂਠਾ ਸੰਸਾਰ ਹੈ ਇਹਦੇ ਵਿੱਚ ਆਪਣਾ ਹੁਣ ਕੋਈ ਮਤਲਬ ਹੀ ਨਹੀਂ ਹੈਗਾ ਰਹਿਣ ਦਾ। ਪਰ ਫਿਰ ਜਦੋਂ ਤੁਸੀਂ ਸੋਚਦੇ ਹੋ ਨਾ ਉਹ ਚੀਜ਼ਾਂ, ਤੁਹਾਡੇ ਅੰਦਰ ਇੱਕ ਗੱਲ ਹੁੰਦੀ ਹੈ ਕਿ ਜਦੋਂ ਉਹ ਚੀਜ਼ਾਂ ਤੁਸੀਂ ਕਰੋਗੇ, ਮੈਂ ਹਮੇਸ਼ਾ ਇਹ ਦੇਖਿਆ ਕਿ ਯਾਰ ਮੇਰੇ ਕੋਲ ਪੈਰ ਤਾਂ ਹੈਗੇ ਆ, ਪੈਰ ਮੈਨੂੰ ਦਿੱਤੇ ਪ੍ਰਮਾਤਮਾ ਨੇ ਚੰਗੇ ਰਸਤੇ ਤੇ ਚੱਲਣ ਲਈ, ਨਾ ਕਿ ਸੁਸਾਈਡ ਵਾਲੇ ਪਾਸੇ ਜਾਂ ਗਲਤ ਕੰਮਾਂ ਦੇ ਵਿੱਚ ਪੈਣ ਲਈ। ਮੈਂ ਨਸ਼ਿਆਂ 'ਚ ਪੈ ਸਕਦਾ ਸੀ, ਕਰ ਸਕਦੀ, ਪਰ ਨਹੀਂ। ਅਸਲ ਦੇ ਵਿੱਚ ਸਾਡੀ ਸਭ ਤੋਂ ਵੱਡੀ ਦਿੱਕਤ ਆ, ਅਸੀਂ ਆਪਦੇ ਸਿੱਖ ਇਤਿਹਾਸ ਨੂੰ ਨਹੀਂ ਸਮਝ ਪਾਏ। ਇਹ ਸਾਡੀ ਸਭ ਤੋਂ ਵੱਡੀ ਬਦਕਿਸਮਤੀ ਆ। ਤੁਸੀਂ ਛੋਟੀ ਜਿਹੀ ਗੱਲ ਲਾ ਲਓ, ਇੱਕ ਤਾਂ ਆਪਣੇ ਆਪ ਨੂੰ ਪਿਆਰ ਕਰੋ। ਜੇ ਤੁਸੀਂ ਰੋਜ਼ ਆਪਾਂ ਨਹਾ ਧੋ ਕੇ ਸੱਜ ਸਿੰਗਰ ਕੇ ਆਪਾਂ ਦਿਨ 'ਚ ਇੱਕ ਵਾਰ ਤਾਂ ਸ਼ੀਸ਼ਾ ਜ਼ਰੂਰ ਦੇਖਦੇ ਆ। ਜੇ ਤੁਸੀਂ ਕਹੋਗੇ ਕਿ ਯਾਰ ਤੂੰ ਅੱਜ ਬਹੁਤ ਵਧੀਆ ਲੱਗ ਰਿਹਾ, ਤੇਰੇ ਵਰਗਾ ਇਨਸਾਨ ਪੂਰੀ ਦੁਨੀਆ 'ਚ ਹੈ ਹੀ ਨਹੀਂ। ਤੇ ਸਾਇੰਸ ਇਸ ਚੀਜ਼ ਨੂੰ ਮੰਨਦੀ ਆ 100% ਕਿ ਤੁਹਾਡੇ ਵਰਗਾ ਕੋਈ ਸੈਕਿੰਡ ਕਾਪੀ ਹੈ ਹੀ ਨਹੀਂ। ਜੋ ਪਰਮਾਤਮਾ ਨੇ ਇੱਕ ਵਾਰ ਤੁਹਾਡੇ ਵਰਗਾ ਬਣਾਤਾ, ਹੋਰ ਕੋਈ ਨਹੀਂ ਹੈਗਾ, ਠੀਕ ਆ। ਤੇ ਸਭ ਤੋਂ ਵੱਡੀ ਗੱਲ, ਤੁਹਾਨੂੰ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਕਿ ਸੰਸਾਰ ਦੇ ਵਿੱਚ ਤੁਸੀਂ ਇਕੱਲੇ ਹੀ ਹੋ, ਠੀਕ ਆ। ਉਹ ਚੀਜ਼ ਦਾ ਸਾਨੂੰ ਅਹਿਸਾਸ ਹੁੰਦਾ ਹੀ ਨਹੀਂ। ਸਾਨੂੰ ਹਮੇਸ਼ਾ ਇਹੀ ਹੁੰਦਾ ਕਿ ਸਾਡੇ ਤੋਂ ਵੱਡੇ ਬਹੁਤ ਨੇ, ਵੱਡੇ ਛੋਟੇ ਹੋਣਗੇ ਪਰ ਤੁਹਾਡੇ ਵਰਗਾ ਤਾਂ ਨਹੀਂ ਕੋਈ ਹੈਗਾ, ਠੀਕ ਆ। ਦੂਜੀ ਗੱਲ, ਤੁਸੀਂ ਆਪਣੇ ਆਪ ਨੂੰ ਜਦੋਂ ਸਿੱਖ ਇਤਿਹਾਸ ਵੱਲ ਦੇਖਦੇ ਹੋ, ਯਾਰ ਉਹ ਤਵੀਆਂ ਤੇ ਬਹਿ ਕੇ ਆਪਦਾ ਬੰਦ ਕਟਾ ਕੇ, ਉਹ ਖੋਪਰ ਲਹਾ ਕੇ ਆਪਦੇ ਬੱਚੇ ਤੱਕ ਉਹਨਾਂ ਨੇ ਆਪਦੇ ਨੀਹਾਂ 'ਚ ਚਣਾਏ ਆ, ਠੀਕ ਹੈ। ਗੁਰੂ ਸਾਹਿਬ ਦੇ ਅਸੀਂ ਕਿੰਨੀਆਂ ਯਾਰ ਮਤਲਬ ਅਸੀਂ ਉਹਨਾਂ ਦੇ ਜਨਮ ਦਿਨ ਮਨਾਏ, ਕਿੰਨੇ ਗੁਰਪੁਰਬ ਹਰ ਸਾਲ ਮਨਾਉਂਦੇ ਆ। ਕਾਹਦੇ ਵਾਸਤੇ ਮਨਾਉਂਦੇ ਆ? ਸਾਡਾ ਪਰਪਸ ਕੀ ਆ ਹਰ ਸਾਲ ਮਨਾਉਣ ਦਾ? ਸਿਰਫ ਮੈਨੂੰ ਲੱਗਦਾ ਕਿ ਸਾਡਾ ਉਹਨਾਂ ਚੀਜ਼ਾਂ ਨੂੰ ਮਨਾਉਣ ਦਾ ਪਰਪਸ ਹੀ ਇੰਨਾ ਹੈ ਕਿ ਸਾਨੂੰ ਹਰ ਸਾਲ ਯਾਦ ਆਵੇ, ਉਹਨਾਂ ਦੀ ਯਾਦ ਆਵੇ ਵੀ ਅਸੀਂ ਇਹਨਾਂ ਦੇ ਵਾਰਸ ਹਾਂ। ਤੇ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਜਦੋਂ? ਫਿਰ ਅਸੀਂ ਕਾਹਦੇ ਵਾਰਸ ਹਾਂ? ਫਿਰ ਤਾਂ ਅਸੀਂ ਝੂਠੇ ਵਾਰਸ ਹੋ ਗਏ, ਫਿਰ ਤਾਂ ਅਸੀਂ ਝੂਠੀਆਂ ਸ਼ਰਧਾਂਜਲੀਆਂ ਦਿੰਦੇ ਹਾਂ। ਅਸੀਂ ਭਗਤ ਸਿੰਘ ਨੂੰ ਆਪਦਾ ਵੀਰ ਕਹਿੰਦੇ ਹਾਂ। ਅਸੀਂ ਕਾਹਦੇ ਵਾਸਤੇ ਵੀਰ ਕਹਿੰਦੇ ਹਾਂ? ਜਦੋਂ ਅਸੀਂ ਛੋਟੇ ਦੁੱਖਾਂ ਤੋਂ ਘਬਰਾ ਜਾਂਦੇ ਹਾਂ। ਸਾਨੂੰ ਗੁਰੂ ਸਾਹਿਬ ਨੇ ਕਿਹਾ ਵੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤੁਸੀਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖ ਕੇ ਕਹਿ ਸਕਦੇ ਹੋ ਵੀ ਅਸੀਂ ਉਹਨਾਂ ਦੀ ਔਲਾਦ ਹਾਂ, ਅਸੀਂ ਉਹਨਾਂ ਦੇ ਧੀਆਂ ਪੁੱਤਾਂ? ਨਹੀਂ ਕਹਿ ਸਕਦੇ, ਕਿਉਂਕਿ ਸਾਡੇ 'ਚ ਇੰਨੀ ਹਿੰਮਤ ਨਹੀਂ ਹੈਗੀ, ਸਾਡੇ 'ਚ ਦਲੇਰੀ ਨਹੀਂ ਹੈਗੀ। ਅਸੀਂ ਸਿੱਖ ਹਿਸਟਰੀ ਨਾਲ ਉਸ ਇਤਿਹਾਸ ਨੂੰ, ਉਸ ਬਹੁਤ ਵਡਮੁੱਲੇ ਇਤਿਹਾਸ ਨੂੰ ਅਸੀਂ ਸਮਝ ਹੀ ਨਹੀਂ ਪਾਏ, ਆਪਦੀ ਜ਼ਿੰਦਗੀ 'ਚ ਲੈ ਕੇ ਨਹੀਂ ਆ ਪਾਏ। ਜਗਵਿੰਦਰ, ਜਿਹੜੀ ਇਨਸਪੀਰੇਸ਼ਨ ਹੈ, ਜਿਹੜੀ ਊਰਜਾ ਲੈਂਦੇ ਹੋ ਤੁਸੀਂ, ਕਿਉਂਕਿ ਹਰ ਬੰਦੇ ਨੂੰ ਇੱਕ ਊਰਜਾ ਚਾਹੀਦੀ ਹੁੰਦੀ ਹੈ, ਹਰ ਕਿਸੇ ਦਾ ਇੱਕ ਮੰਤਵ ਹੁੰਦਾ, ਇੱਕ ਕਹਿ ਲਓ ਕਿ ਮਾਰਗਦਰਸ਼ਨ ਹੁੰਦਾ ਹਰ ਚੀਜ਼ ਦਾ। ਗੁਰਬਾਣੀ ਤੋਂ ਲੈਂਦੇ ਹੋ ਊਰਜਾ ਸਾਰੀ ਤੁਸੀਂ? ਕਿਉਂਕਿ ਮੈਂ ਜਦੋਂ ਤੁਹਾਡੇ ਘਰੇ ਐਂਟਰ ਕਰੀਦਾ ਤਾਂ ਆਮ ਤੌਰ 'ਤੇ ਲਿਖਿਆ ਹੁੰਦਾ ਵਾ, ਜਿਵੇਂ ਪੈਲਸਾਂ ਦੇ ਵਿੱਚ, ਕਿ ਦਰਸ਼ਕਾਂ ਨਾਲ ਵੀ ਸਾਂਝੀ ਕਰਦਾ, ਅਸੀਂ ਵਿੱਚ ਪਾ ਵੀ ਦੇਵਾਂਗੇ ਉਹ ਕਲਿੱਪ, ਕਿ ਅਸਲਾ ਲੈ ਕੇ ਆਉਣਾ ਮਨਾ ਹੈ। ਤੁਹਾਡੇ ਲਿਖਿਆ ਕਿ ਨਸ਼ਾ ਜੇ ਕਿਸੇ ਤਰ੍ਹਾਂ ਦਾ ਕੀਤਾ ਹੋਇਆ ਜਾਂ ਤੁਸੀਂ ਨਸ਼ਾ ਕਿਸੇ ਤਰ੍ਹਾਂ ਦਾ ਤੁਹਾਡੀ ਜੇਬ ਦੇ ਵਿੱਚ ਹੈ ਤਾਂ ਅੰਦਰ ਆਉਣਾ ਮਨਾ। ਮੈਂ ਪਹਿਲੀ ਵਾਰੀ ਪੜ੍ਹਿਆ ਕਿਸੇ ਦੇ ਘਰੇ ਇਦਾਂ ਦੀ ਚੀਜ਼ ਲਿਖੀ, ਬਹੁਤ ਖੁਸ਼ੀ ਵੀ ਹੋਈ, ਕਿਉਂਕਿ ਇਹ ਚੀਜ਼ਾਂ ਤਾਂ ਬਿਲਕੁਲ ਖਤਮ ਹੁੰਦੀਆਂ ਜਾ ਰਹੀਆਂ ਹੁਣ। ਸਰੋਤ ਜਾਣਨਾ ਚਾਹੁੰਦੇ ਆ, ਲੋਕਾਂ ਨੂੰ ਬੜੀ ਸੇਧ ਮਿਲੂਗੀ, ਮੈਨੂੰ ਖੁਦ ਨੂੰ ਬਹੁਤ ਵਧੀਆ ਲੱਗ ਰਿਹਾ। ਸਰੋਤ ਕੀ ਹੈ ਤੁਹਾਡੀ ਇਨਸਪੀਰੇਸ਼ਨ ਦਾ, ਕਿਉਂਕਿ ਜਿਹੜੇ ਤੁਸੀਂ ਇੰਨਾ ਚੜ੍ਹਦੀ ਕਲਾ ਦੇ ਵਿੱਚ ਹੈਗੇ ਹੋ? ਸਰੋਤ ਭਾਜੀ ਸਭ ਤੋਂ ਵੱਡਾ ਤਾਂ ਦੇਖੋ ਗੁਰਬਾਣੀ ਆ। ਬਹੁਤ ਮੈਂ ਚਲੋ ਮਾਫੀ ਮੰਗਦਾ ਹਾਂ ਨਾ ਇਸ ਚੀਜ਼ ਦੀ ਵੀ, ਸਾਡੀ ਇੰਨੀ ਸਮਝ ਨਹੀਂ ਹੈਗੀ ਅਜੇ, ਅਸੀਂ ਬਹੁਤ ਬੱਚੇ ਹੀ ਆ, ਬਿਲਕੁਲ ਬੱਚੇ ਆ ਵੀ ਅਸੀਂ। ਸਿਰਫ ਕਿਉਂਕਿ ਸਾਰਿਆਂ ਦੇ ਆਪਦੇ ਗੁਰਬਾਣੀ ਨੂੰ ਲੈ ਕੇ ਮਤਭੇਦ ਵੀ ਬਹੁਤ ਜਾਣੇ ਮੈਂ ਦੇਖੇ ਆ। ਸਾਡੀ ਬਹੁਤ ਵੱਡੀ ਬਦਕਿਸਮਤੀ ਹੈ ਇਸ ਗੱਲ ਦੀ ਕਿ ਅਸੀਂ ਗੁਰਬਾਣੀ ਤੇ ਕਿੰਤੂ ਪਰੰਤੂ ਕਰਦੇ ਆ ਵੀ ਨਹੀਂ ਯਾਰ ਇਹ ਚੀਜ਼ ਨਹੀਂ ਹੋ ਸਕਦੀ। ਮੈਂ ਬਹੁਤ ਵੱਡੇ ਵਿਦਵਾਨ ਵੀ ਦੇਖੇ ਆ ਜਿਹੜੇ ਕਹਿ ਦਿੰਦੇ ਕਿ ਨਹੀਂ ਯਾਰ ਗੁਰਬਾਣੀ 'ਚ ਤਾਂ ਲਿਖਿਆ ਹੋਇਆ, ਪਰ ਐਵੇਂ ਹੁੰਦਾ ਨਹੀਂ ਹੁੰਦਾ ਵੀ ਰਿਐਲਿਟੀ 'ਚ ਤਾਂ ਇਹ ਚੀਜ਼ ਨਹੀਂ। ਗੁਰੂ ਸਾਹਿਬ ਨੇ ਜੇ ਕਿਤੇ, ਮੈਂ ਤਾਂ ਇੱਥੇ ਤੱਕ ਕਹਿਣਾ ਵੀ ਚਾਹੇ ਜਿੰਨਾ ਮਰਜ਼ੀ ਵੱਡਾ ਵਿਦਵਾਨ ਆ, ਇੱਕ ਗੁਰੂ ਸਾਹਿਬ ਦੇ ਕਿਸੇ ਪੰਕਤੀ ਦੇ ਉੱਤੇ, ਕਿਸੇ ਸ਼ਬਦ ਦੇ ਉੱਤੇ ਲਾਈ ਹੋਈ ਬਿੰਦੀ ਦਾ ਵੀ ਤੁਸੀਂ ਸਾਰੀ ਉਮਰ ਉਹਦਾ ਅਰਥ ਨਹੀਂ ਦੱਸ ਸਕਦੇ। ਮੈਨੂੰ ਲੱਗਦਾ ਕਿ ਇਸ ਤੋਂ ਵੱਧ ਪ੍ਰਮਾਣ ਕੀ ਹੋ ਸਕਦਾ ਕਿ ਜਗਵਿੰਦਰ ਸਿੰਘ ਇਹਨਾਂ ਸਾਰੇ ਹਾਲਾਤਾਂ ਚੋਂ ਨਿਕਲ ਕੇ ਜੇ ਗੁਰਬਾਣੀ ਦੀ ਇਨਸਪੀਰੇਸ਼ਨ ਕਹਿੰਦੇ ਆ ਕਿ ਮੇਰੇ
ਊਰਜਾ ਦਾ ਸਰੋਤ ਹੈ ਤਾਂ ਤੁਸੀਂ ਸੁਪਰ ਸਿੰਘ ਬਣੇ ਹੋ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੀਜ਼ ਹੈ ਔਰ ਇਹ ਚੀਜ਼ ਪ੍ਰਤੱਖ ਹੈ, ਬਿਲਕੁਲ ਇਸ ਚੀਜ਼ ਦਾ ਪ੍ਰਤੱਖ ਹੈ, ਕਿਉਂਕਿ ਨਿੱਕੀ ਜੀ ਨਹੁੰ ਦੇ ਉੱਤੇ ਸੱਟ ਲੱਗੀ ਹੋਵੇ ਬੰਦਾ ਬਿਲਕੁਲ ਆਪਦੇ ਆਪ ਨੂੰ ਅਸਹਿ ਮਹਿਸੂਸ ਕਰਦਾ ਜਦੋਂ ਦਰਦ ਹੁੰਦਾ ਜਾਂ ਪੈਰ 'ਚ ਕੰਡਾ ਲੱਗ ਜਾਵੇ। ਤਾਂ ਮੈਨੂੰ ਲੱਗਦਾ ਕਿ ਤੁਸੀਂ ਇਸ ਚੀਜ਼ ਦੀ ਬਹੁਤ ਜਿਉਂਦੀ ਜਾਗਦੀ ਮਿਸਾਲ ਹੋ ਔਰ ਲੋਕਾਂ ਨੂੰ ਇਸ ਚੀਜ਼ ਦੀ ਬਹੁਤ ਵੱਡੀ ਇੱਕ ਇਹਨਾਂ ਤੋਂ ਇੱਕ ਇਨਸਪਾਇਰ ਹੋਣਾ ਚਾਹੀਦਾ ਜੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ। ਮੇਰੇ ਖੁਦ ਸਾਈਕਲਿੰਗ ਦੇ ਵਿੱਚ 17 ਤੋਂ ਜ਼ਿਆਦਾ ਐਕਸੀਡੈਂਟ ਹੋ ਚੁੱਕੇ ਨੇ ਜੀ ਹੁਣ ਤੱਕ, ਤੇ ਜਿਨ੍ਹਾਂ ਦੇ ਵਿੱਚੋਂ 2-3 ਦੇ ਵਿੱਚ ਮੈਨੂੰ ਅੱਜ ਵੀ ਯਾਦ ਆ, 2-3 ਦੇ ਵਿੱਚ ਮੇਰੀ ਖੁਦ ਦੀ ਗਲਤੀ ਸੀ ਵੀ ਕਦੇ ਆਪਾਂ ਬ੍ਰੇਕ ਚੈੱਕ ਕਰਨੀ ਭੁੱਲ ਗਏ ਜਾਂ ਕੁਝ ਹੋਰ ਸਾਰਾ ਸਾਈਕਲ ਇਕਵਿਪਮੈਂਟ ਦੇਖਣਾ ਭੁੱਲ ਗਏ ਹਨਾ। ਤੇ ਪਰ ਬਾਕੀ ਜਿੰਨੇ ਐਕਸੀਡੈਂਟ ਆ ਲੋਕ ਤੁਹਾਨੂੰ ਬਹੁਤ ਇਗਨੋਰਨੈਸ ਦੇ ਨਾਲ ਅਸੀਂ ਬਾਈਕ ਗੱਡੀਆਂ ਕਾਰਾਂ ਲੈ ਲੈਂਦੇ ਆ, ਠੀਕ ਹੈ, ਤੇ ਪਰ ਸਾਨੂੰ ਚਲਾਉਣ ਦਾ ਉਹਨਾਂ ਨੂੰ ਵਰਤਣ ਦਾ ਢੰਗ ਹੀ ਨਹੀਂ ਪਤਾ ਹੁੰਦਾ। ਤੇ ਦੇਖੋ ਤੁਸੀਂ ਘੱਟੋ ਘੱਟ ਆਪਦੀ ਜ਼ਿੰਦਗੀ ਖਤਰੇ 'ਚ ਪਾਉਣੀ ਆ, ਤੁਹਾਡੇ ਜੀ ਸਦਕੇ ਤੁਸੀਂ ਜੋ ਮਰਜ਼ੀ ਕਰੋ, ਤੁਹਾਡੀ ਜ਼ਿੰਦਗੀ ਆ। ਦੂਜੇ ਪਾਸੇ ਪਰ ਤੁਹਾਨੂੰ ਕੋਈ ਹੱਕ ਨਹੀਂ, ਕਿਸੇ ਨੇ ਕੋਈ ਤੁਹਾਨੂੰ ਰਾਈਟ ਨਹੀਂ ਦਿੱਤਾ ਵੀ ਤੁਸੀਂ ਦੂਸਰੇ ਦੀ ਜ਼ਿੰਦਗੀ ਖਤਰੇ 'ਚ ਪਾਓ, ਠੀਕ ਹੈ। ਲੋਕ ਤੁਹਾਨੂੰ ਫੇਟ ਮਾਰ ਕੇ ਚਲੀ ਜਾਂਦੇ ਆ, ਉਲਟੋ ਰੋਕ ਕੇ ਤੁਹਾਨੂੰ ਇਹ ਗੱਲ ਕਹਿੰਦੇ ਵੀ ਉੱਤੋਂ ਤੇਰੇ ਹੱਥ ਨਹੀਂ ਹੈਗੇ, ਉੱਤੋਂ ਮੂੰਹ ਚੱਕ ਕੇ ਤੂੰ ਰੋਡ ਤੇ ਜਾ ਰਿਹਾ। ਆਪਦੀ ਗਲਤੀ ਨਹੀਂ ਦੇਖਦੇ, ਉਲਟਾ ਅਗਲਾ ਤੁਹਾਨੂੰ ਇਹ ਗੱਲ ਕਹਿ ਕੇ ਤੁਹਾਨੂੰ 2-4 ਗਾਲਾਂ ਸੁਣਾ ਕੇ ਤੁਹਾਨੂੰ ਗੱਲਾਂ ਕਹਿ ਕੇ ਲੰਘ ਜਾਂਦਾ। ਉੱਥੇ ਜਾ ਕੇ ਫਿਰ ਤੁਸੀਂ ਘਰੇ ਆ ਕੇ ਰੋਣਾ ਪਿੱਟਣਾ ਤਾਂ ਹੈ ਹੀ ਨਹੀਂ ਲਾਈਫ 'ਚ ਅਸਲ ਦੇ ਵਿੱਚ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਕਿਉਂਕਿ ਘਰੇ ਆ ਕੇ ਮੈਂ ਛਪਾਉਂਦਾ ਹੀ ਹੁੰਦਾ ਸੀ ਵੀ ਮੇਰੇ ਸੱਟ ਪੇਟ ਲੱਗੀ, ਕੁਝ ਨਹੀਂ ਹੁੰਦਾ, ਮਾੜੀ ਮੋਟੀ ਸੱਟ ਪੇਟ ਲੱਗੀ ਆ, ਕੋਈ ਚੱਕਰ ਨਹੀਂਗਾ। ਪਰ ਅਸਲ ਦੇ ਵਿੱਚ ਦੇਖੋ ਕੋਈ ਵੀ ਚੀਜ਼ ਆ ਉਹਦਾ ਦਰਦ ਤਾਂ ਹੁੰਦਾ ਹੀ ਹੁੰਦਾ, ਚਾਹੇ ਬੰਦਾ ਮੂੰਹ ਤੋਂ ਜਿੰਨਾ ਮਰਜ਼ੀ ਮੁਸਕਰਾ ਲੇ, ਉਹ ਪੇਨ ਉਹ ਤੁਹਾਨੂੰ ਕਹੀ ਹੋਈ ਗੱਲ ਦਾ ਤੇ ਤੁਹਾਡੇ ਲੱਗੀ ਹੋਈ ਸੱਟ ਦਾ ਦਰਦ ਤਾਂ ਦੇਖੋ ਹੁੰਦਾ ਹੀ ਆ। ਪਰ ਉਹ ਦਰਦ ਮੈਂ ਹਮੇਸ਼ਾ ਚਲੋ ਆਪਦਾ ਵਾਸ਼ਰੂਮ 'ਚ ਜਾਣਾ ਜਾਂ ਆਪਦਾ ਲਾ ਲਓ ਵੀ ਉਹ ਪੇਨ ਕੱਢਣਾ ਆਪਦਾ ਪੂਰਾ, ਜਾਂ ਗੁਰੂ ਸਾਹਿਬ ਅੱਗੇ ਉਸ ਦਿਨ ਅਰਦਾਸ ਕਰਨੀ, ਰਹਿਰਾਸ ਪਾਠ ਕਰਨਾ ਵੀ ਗੁਰੂ ਸਾਹਿਬ ਜੀ ਕੋਈ ਚੱਕਰ ਹੀ ਨਹੀਂ, ਜੇ ਅੱਜ ਸੱਟ ਲੱਗ ਗਈ, ਐਕਸੀਡੈਂਟ ਹੋ ਗਿਆ ਜਾਂ ਸੱਟ ਪੇਟ ਲੱਗ ਗਈ, ਆਪਾਂ ਕੋਈ ਦਿੱਕਤ ਨਹੀਂ, ਤੁਸੀਂ ਉੱਥੇ ਵੀ ਨਾਲ ਹੀ ਸੀਗੇ, ਠੀਕ ਹੈ, ਉੱਥੇ ਵੀ ਤੁਸੀਂ ਨਾਲ ਹੀ ਸੀਗੇ, ਉਹ ਚਲੋ ਉਹਦੇ 'ਚ ਵੀ ਤੁਸੀਂ ਇਹ ਸੀਗੇ, ਜੋ ਹੋਇਆ ਠੀਕ ਹੈ, ਆਪਾਂ ਤੁਹਾਡੀ ਰਾਜਾ 'ਚ ਰਾਜੀ ਆ, ਬਸ ਇਹਨੂੰ ਠੀਕ ਕਰ ਦਿਓ ਛੇਤੀ। ਵੱਡਾ ਦੁੱਖ ਰੱਬ ਨੇ ਛੋਟਾ ਕਰਤਾ। ਸੁਖਪ੍ਰੀਤ, ਜਦੋਂ ਇੰਨਾ ਚੜ੍ਹਦੀ ਕਲਾ ਵਾਲਾ ਇਨਸਾਨ ਨਾਲ ਆ ਤੇ ਕਿਸ ਤਰ੍ਹਾਂ ਦੇ ਫਰਕ ਆਏ ਨੇ ਵਿਆਹ ਤੋਂ ਬਾਅਦ? ਜੀ ਪਹਿਲਾਂ ਵੀ ਚਲੋ ਗੁਰਬਾਣੀ ਨਾਲ ਜੁੜੇ ਹੋਏ ਸੀ, ਤੇ ਹੁਣ ਤਾਂ ਫਿਰ ਜਦੋਂ ਇਹਨਾਂ ਦੇ ਨਾਲ ਗੱਲਬਾਤ ਹੋਣੀ ਸ਼ੁਰੂ ਹੋ ਗਈ, ਇਹਨਾਂ ਦੇ ਨਾਲ ਜੀਵਨ ਬਤੀਤ ਹੋਣ ਲੱਗ ਗਿਆ, ਤਾਂ ਹੁਣ ਫਿਰ ਉਦੋਂ ਵੀ ਜ਼ਿਆਦਾ ਵਿਸ਼ਵਾਸ ਹੋ ਗਿਆ ਪਰਮਾਤਮਾ 'ਤੇ ਕਿ ਹਾਂ ਪਰਮਾਤਮਾ ਵਸਦਾ ਹੈ, ਕਿ ਕਣ ਵਿੱਚ ਵਸਦਾ ਹੈ, ਹਰ ਚੀਜ਼ ਵਿੱਚ ਵਸਦਾ। ਆਪਾਂ ਕਹਿ ਦਿੰਦੇ ਆ ਕਿ ਮਤਲਬ ਨਹੀਂ ਪਰਮਾਤਮਾ ਹੈ ਨਹੀਂ ਜਾਂ ਕੋਈ ਚੀਜ਼ ਹੈ ਨਹੀਂ, ਪਰ ਪਰਮਾਤਮਾ ਹੈ। ਜੇ ਤੁਹਾਡਾ ਵਿਸ਼ਵਾਸ ਹੈ ਤਾਂ ਪਰਮਾਤਮਾ ਵੀ ਹੈ। ਤੇ ਹੁਣ ਮੇਰਾ ਅਟੱਲ ਵਿਸ਼ਵਾਸ ਹੈ ਕਿ ਪਰਮਾਤਮਾ ਕੀ ਹਿੰਮਤਾਂ ਨੂੰ, ਮਿਹਨਤਾਂ ਨੂੰ ਜ਼ਰੂਰ ਸਫਲ ਕਰਦਾ ਹੈ। ਬਿਲਕੁਲ ਸਹੀ ਗੱਲ ਹੈ। ਇਹ ਮੇਰਾ ਜੀ ਬਹੁਤ ਬਿਗ ਸਲੂਟ ਆ, ਮਤਲਬ ਖਾਸ ਕਰਕੇ ਇਹਨਾਂ ਦੀ ਸੋਚ ਨੂੰ, ਕਿਉਂਕਿ ਮੈਂ ਸੱਚੀ ਗੱਲ ਦੱਸ ਰਿਹਾ, ਮਤਲਬ ਕੋਈ ਉਹ ਨਹੀਂ ਵੀ ਹਾਂ ਮੀਡੀਆ ਦੇ ਵਿੱਚ ਆਪਾਂ ਗੱਲ ਕਰਨ ਦੇ ਮਾਰੇ। ਤੇ ਇਹ ਗੱਲ ਰਿਐਲਿਟੀ ਹੈ ਕਿ ਮੈਂ ਜ਼ਿੰਦਗੀ 'ਚ ਕਦੀ ਸੋਚਿਆ ਨਹੀਂ ਸੀਗਾ ਕਿ ਮੈਨੂੰ ਇੱਕ ਇੰਨੀ ਅੱਛੀ ਹਮਸਫਰ ਹੈ ਨਾ, ਵੀ ਮੇਰੇ ਰਾਹ ਦੇ ਉੱਤੇ, ਮੇਰੇ ਰਸਤਿਆਂ ਦੇ ਉੱਤੇ ਜਿੰਨੇ ਹਰਡਲ ਜਾਂ ਜਿੰਨੀਆਂ ਪ੍ਰੋਬਲਮਸ ਇਨ ਫਿਊਚਰ ਦੇ ਵਿੱਚ, ਕਿਉਂਕਿ ਇਹ ਗੱਲ ਝੂਠ ਹੋਊਗੀ ਕਿ ਹਾਂ ਵੀ ਆਪਾਂ ਨੂੰ ਬਹੁਤ ਸਾਰੇ ਦੁਆਵਾਂ ਦਿੰਦੇ ਆ ਵੀ ਤੁਸੀਂ ਖੁਸ਼ ਰਹੋ, ਜ਼ਿੰਦਗੀ 'ਚ ਹਮੇਸ਼ਾ ਖੁਸ਼ ਰਹੋ। ਮੈਂ ਇਸ ਚੀਜ਼ ਤੇ ਬਿਲੀਵ ਨਹੀਂ ਕਰਦਾ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜੇ ਤੁਹਾਡੇ ਜ਼ਿੰਦਗੀ 'ਚ ਦੁੱਖ ਆਊਗਾ ਤਾਂ ਤੁਸੀਂ ਪਰਮਾਤਮਾ ਨੂੰ ਯਾਦ ਕਰੋਗੇ, ਤੇ ਤਾਂ ਤੁਸੀਂ ਅੱਗੇ ਜਾ ਕੇ, ਆਪਾਂ ਰਹਿਰਾਸ ਦੀ ਪੰਕਤੀ ਪੜ੍ਹਦੇ ਆ, ਦੁੱਖ ਦਾਰੂ ਸੁੱਖ ਰੋਗ ਪਿਆ, ਜਿਹੜਾ ਦੁੱਖ ਦਾਰੂ ਹੁੰਦਾ ਜਦੋਂ ਉਸ ਪਰਮਾਤਮਾ ਨੂੰ ਯਾਦ ਕਰਨ ਲਈ। ਤੇ ਹਮੇਸ਼ਾ ਉਹ ਦੋਨੋਂ ਇੱਕ ਜ਼ਿੰਦਗੀ ਦਾ ਪਹਿਲੂ ਨੇ, ਸੁੱਖ ਦੁੱਖ। ਤੇ ਮੈਂ ਹਮੇਸ਼ਾ ਚਲੋ ਸ਼ੁਕਰ ਕਰਦਾ ਉਸ ਪਰਮਾਤਮਾ ਦਾ ਕਿ ਮੈਨੂੰ ਇੰਨੀ ਅੱਛੀ ਹਮਸਫਰ ਮੇਰੇ ਉਹਨਾਂ ਰਸਤਿਆਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਪ੍ਰੋਬਲਮਸ ਵੀ ਨੇ, ਖੁਸ਼ੀਆਂ ਵੀ ਨੇ, ਤੇ ਡ੍ਰੀਮ ਵੀ ਬਹੁਤ ਜ਼ਿਆਦਾ ਨੇ, ਤੇ ਉਹਨਾਂ ਦੇ ਉੱਤੇ ਅਸੀਂ ਜ਼ਰੂਰ ਮਿਲ ਕੇ ਅਸੀਂ ਇੱਕ ਦੂਜੇ ਦਾ ਸਾਥ ਦੇ ਕੇ ਅੱਗੇ ਵਧਾਂਗੇ। ਤੇ ਮੈਂ ਹਮੇਸ਼ਾ ਤੋਂ ਇਹਨਾਂ ਦੀ ਫੈਮਿਲੀ ਦਾ ਤੇ ਇਹਨਾਂ ਦਾ ਖਾਸ ਕਰਕੇ ਮਤਲਬ ਦਿਲੋਂ ਮੈਨੂੰ ਮੈਂ ਹਮੇਸ਼ਾ ਸਲੂਟ ਹੈ, ਤੇ ਥੈਂਕਸ ਕਰਾਂ ਤਾਂ ਉਹ ਸ਼ਬਦ ਇਹਨਾਂ ਲਈ ਇਹਨਾਂ ਦੇ ਸਾਹਮਣੇ ਬਹੁਤ ਛੋਟਾ। ਅੱਛਾ, ਇੱਕ ਚੀਜ਼ ਜਗਵਿੰਦਰ ਮੈਂ ਜਾਣਨੀ ਚਾਹੁੰਦਾ, ਥੋੜਾ ਚਾਹੇ ਤੁਹਾਨੂੰ ਇਹ ਸਵਾਲ ਲੱਗੂਗਾ ਪਰਸਨਲ ਆ, ਜਦੋਂ ਵਿਆਹ ਤੁਹਾਡਾ ਹੁਣੇ ਹਾਲ ਹੀ 'ਚ ਹੋਇਆ, 1-2 ਮਹੀਨੇ ਹੋਏ ਤੁਹਾਡੇ ਵਿਆਹ ਨੂੰ, ਤੇ ਜਗਵਿੰਦਰ ਜਦੋਂ ਤੁਸੀਂ ਆਮ ਦੇਖਦੇ ਸੀਗੇ ਜੋੜੀਆਂ ਕਿਤੇ ਕਿਸੇ ਵਿਆਹ ਤੇ ਜਾਂਦੇ ਸੀ, ਮਨ 'ਚ ਤੁਹਾਡੇ ਆਉਂਦਾ ਹੋਊਗਾ, ਕਿਉਂਕਿ ਜਦੋਂ ਉਮਰ ਹੋ ਜਾਂਦੀ ਹੈ ਕਿ ਯਾਰ ਮੇਰਾ ਵੀ ਵਿਆਹ ਹੋਣਾ, ਪਰ ਜਿਸ ਤਰ੍ਹਾਂ ਦੀ ਲਾਈਫ ਸੀਗੀ ਉਦੋਂ ਜਿਵੇਂ ਤੁਸੀਂ ਦੱਸਦੇ ਹੋ ਗੱਲਾਂ ਹੈ ਨਾ, ਪਰ ਪਰਿਵਾਰ ਨੇ ਬਹੁਤ ਸਾਥ ਦਿੱਤਾ, ਸੋਚਿਆ ਸੀਗਾ ਕਿ ਇੱਦਾਂ ਦਾ ਕੁਝ ਪਰਮਾਤਮਾ ਇੰਨਾ ਤੁਹਾਨੂੰ ਬਲੈਸਡ ਕਰੂਗਾ, ਕਿਉਂਕਿ ਤੁਸੀਂ ਸੋਚਦੇ ਹੋਵੋਗੇ ਵਿਆਹ ਕਰਨਾ, ਪਰ ਉਦੋਂ ਵੀ ਮੈਨੂੰ ਲੱਗਦਾ ਕਿ ਜਦੋਂ ਥੋੜੀ ਪ੍ਰੋਬਲਮ ਹੋਵੇ ਤਾਂ ਲੋਕ ਇਸ ਸਮਾਜ ਦੇ ਨਾਲ, ਕਿਉਂਕਿ ਆਪਾਂ ਨੂੰ ਵਿਚਰਨਾ ਪੈਂਦਾ, ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ, ਉਦੋਂ ਕਿਵੇਂ ਦੇ ਮਨ 'ਚ ਸੋਚ ਹੁੰਦੀ ਸੀਗੀ ਜਦੋਂ ਜੋੜੀਆਂ ਦੇਖਦੇ ਨਾ ਵਿਆਹੀਆਂ? ਹਾਂਜੀ, ਅਸਲ ਦੇ ਵਿੱਚ ਮੈਂ ਮੈਰਿਜਾਂ ਦੇ ਵਿੱਚ ਬਹੁਤ ਘੱਟ ਜਾਂਦਾ ਸੀ, ਕਿਉਂਕਿ ਅਸਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਹ ਹੁੰਦੀਆਂ ਜਿਹੜੀਆਂ ਤੁਹਾਨੂੰ ਖੁਦ ਨੂੰ ਫੀਲ ਨਹੀਂ ਹੁੰਦੀਆਂ, ਪਰ ਰਿਸ਼ਤੇਦਾਰ ਤੇ ਲੋਕ ਜਾਂ ਤੁਹਾਡੇ ਆਲੇ ਦੁਆਲੇ ਵਾਲੇ ਉਹ ਤੁਹਾਨੂੰ ਫੀਲ ਕਰਾ ਦਿੰਦੇ ਆ। ਵੀ ਜਿਵੇਂ ਕਈਆਂ ਦਾ ਖੁਦ ਹੀ ਕਹਿਣਾ ਹੋ ਜਾਂਦਾ ਸੀਗਾ ਵੀ ਤੂੰ ਜਦੋਂ ਵੀ ਤੇਰੀ ਮੈਰਿਜ ਹੋਈ ਤੂੰ ਕਿਸੇ ਹੈਂਡੀਕੈਪਟ ਕੁੜੀ ਨਾਲ ਵਿਆਹ ਕਰਾਈ,
ਠੀਕ ਹੈ। ਮੈਂ ਕਹਿਣਾ ਜੀ ਉਹ ਤਾਂ ਮੇਰੀ ਲਾਈਫ ਆ ਨਾ, ਵੀ ਜਾਂ ਗੁਰੂ ਸਾਹਿਬ ਦੀ ਕਿਰਪਾ ਜੋ ਹੋਣਾ, ਤੇ ਵੀ ਤੁਸੀਂ ਐਵੇਂ ਕਿਉਂ ਕਹਿ ਰਹੇ ਹੋ? ਨਹੀਂ, ਵੀ ਜੇ ਤੇਰਾ ਹੈਂਡੀਕੈਪ ਨਾਲ ਵਿਆਹ ਹੋਊਗਾ ਉਹ ਫਿਰ ਤੇਰੇ ਨਾਲ ਰਹੂਗੀ, ਤੈਨੂੰ ਸਮਝੂਗੀ, ਤੁਸੀਂ ਇੱਕ ਦੂਜੇ ਨੂੰ ਸਮਝੋਗੇ, ਹਨਾ। ਤੇ ਮੈਂ ਕਿਹਾ ਜੀ ਵੀ ਮਤਲਬ ਮੈਨੂੰ, ਮੈਂ ਉਹ ਚਲੋ ਚੁੱਪ ਕਰ ਜਾਂਦਾ ਸੀ। ਤੇ ਕਈਆਂ ਨੇ ਕਹਿਣਾ ਕਿ ਨਹੀਂ ਵੀ ਤੂੰ ਨੋਰਮਲ ਨਾਲ ਵਿਆਹ ਕਰਾਈ, ਵੀ ਉਹ ਤੈਨੂੰ ਸੰਭਾਲੂਗੀ, ਫਿਰ ਨਹੀਂ ਤਾਂ ਤੈਨੂੰ ਔਖਾ ਹੋ ਜਾਊਗਾ, ਹਨਾ। ਤੇ ਉਹਨਾਂ ਸਵਾਲਾਂ ਨੇ ਮੈਨੂੰ ਬੜਾ ਤੰਗ ਕਰਨਾ ਕਦੀ ਕਦੀ, ਪਰ ਮੈਂ ਉਹ ਚਲੋ ਗੁਰੂ ਸਾਹਿਬ ਅੱਗੇ ਅਰਦਾਸ ਕਰਨਾ ਵੀ ਤੁਸੀਂ ਜਾਣੀ ਜਾਣੋ, ਹਨਾ। ਤੇ ਪਰ ਇਹ ਚੀਜ਼ ਵੀ ਹੁੰਦੀ ਸੀਗੀ ਵੀ ਹਾਂ ਚਲੋ ਇੱਕ ਨਾ ਇੱਕ ਦਿਨ ਮੈਰਿਜ ਤਾਂ ਹੋਣੀ ਆ। ਇਸ ਚੀਜ਼ ਦਾ ਸਟ੍ਰੈਸ ਮੰਮੀ ਪਾਪਾ 'ਤੇ ਜ਼ਿਆਦਾ ਸੀਗਾ ਵੀ ਨਹੀਂ ਵੀ ਸਾਡੇ ਬੇਟੇ ਦੇ ਅਸੀਂ, ਕਿਉਂਕਿ ਬਹੁਤ ਸਾਰੇ ਰਿਸ਼ਤੇਦਾਰਾਂ ਨਾਲ ਜਾਂ ਹੋਰਾਂ ਪਰਾਂ ਗੱਲ ਵੀ ਹੁੰਦੀ ਸੀ ਵੀ ਅਸੀਂ ਤੁਹਾਡੀ ਬੇਟੀ ਦਾ ਰਿਸ਼ਤਾ ਲੈਣਾ ਚਾਹੁੰਦੇ ਹਾਂ। ਕਿਉਂਕਿ ਕਈ ਵਾਰ ਸਪੈਸ਼ਲ ਕੇਸਾਂ 'ਚ ਇਹ ਜ਼ਰੂਰ ਮੇਰੇ ਨਾਲ ਮੇਰੀ ਲਾਈਫ 'ਚ ਵੀ ਹੋਇਆ ਵੀ ਕਈ ਵਾਰ ਕੁੜੀ ਨੂੰ ਕੋਈ ਦਿੱਕਤ ਨਹੀਂ ਹੁੰਦੀ ਵੀ ਮੈਂ ਮੈਰਿਜ ਕਰਾਉਣੀ ਚਾਹੁੰਦੀ ਹਾਂ, ਵੀ ਠੀਕ ਆ ਮੁੰਡਾ ਮੈਨੂੰ ਕਮਾ ਕੇ ਖਵਾ ਸਕਦਾ, ਵੀ ਖੁਸ਼ ਰੱਖ ਸਕਦਾ, ਮੇਰੇ ਲਈ ਇੰਨਾ ਕਾਫੀ ਆ। ਪਰ ਉੱਥੇ ਮੰਮੀ ਪਾਪਾ ਨੂੰ ਇਹ ਹੁੰਦਾ ਵੀ ਸਾਨੂੰ ਸਮਾਜ ਕੀ ਕਹੂਗਾ, ਸਾਨੂੰ ਰਿਸ਼ਤੇਦਾਰ ਕੀ ਕਹਿਣਗੇ ਵੀ ਤੁਸੀਂ ਵੀ ਹੈਂਡੀਕੈਪਟ ਮੁੰਡੇ ਨਾਲ ਵਿਆਹ ਕਰਤਾ। ਦੂਜੇ ਪਾਸੇ ਕਈ ਵਾਰ ਕੀ ਹੁੰਦਾ ਕਿ ਮੇਰੇ ਨਾਲ ਇੱਕ ਦੋ ਕੇਸ ਇਸ ਤਰ੍ਹਾਂ ਵੀ ਮਿਲਿਆ ਵੀ ਮੰਮੀ ਪਾਪਾ ਨੂੰ ਬੜੀ ਖੁਸ਼ੀ ਹੁੰਦੀ ਆ ਵੀ ਨਹੀਂ ਮੁੰਡਾ ਅੱਛਾ, ਵੀ ਵਧੀਆ, ਉਹਦਾ ਕਰੈਕਟਰ ਅੱਛਾ, ਫੈਮਿਲੀ ਅੱਛੀ ਆ, ਗੁਰਸਿੱਖ ਪਰਿਵਾਰ ਆ ਸਾਰਾ, ਤੇ ਜੇ ਸਾਡੀ ਬੇਟੀ ਹਾਂ ਕਰਦੇ ਅਸੀਂ ਆਪਦੀ ਬੇਟੀ ਦਾ ਖੁਸ਼ੀ ਵਿਆਹ ਕਰਦੀ ਹੈ। ਉੱਥੇ ਕੁੜੀ ਨੂੰ ਹੁੰਦਾ ਕਿ ਮੇਰੇ ਬੜੇ ਸਾਰੇ ਸੁਪਨੇ ਨੇ, ਮੈਂ ਇੱਕ ਹੈਂਡੀਕੈਪਟ ਮੁੰਡੇ ਨਾਲ ਵਿਆਹ ਕਰਾ ਕੇ ਆਪਦੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦੀ, ਠੀਕ ਆ। ਤੁਸੀਂ ਡਾਇਰੈਕਟਲੀ ਇੱਕ ਤਰੀਕਾ ਹੁੰਦਾ ਹਨਾ ਕਿਸੇ ਚੀਜ਼ ਦਾ ਜਵਾਬ ਦੇਣ ਦਾ, ਪਰ ਮੈਨੂੰ ਇਹ ਲੱਗਦਾ ਕਿ ਤੁਸੀਂ ਕਿਸੇ ਚੀਜ਼ ਨੂੰ ਅਗਰ ਜਵਾਬ ਦੇਣਾ ਚਾਹੁੰਦੇ ਹੋ, ਕੋਈ ਚੀਜ਼ ਨਹੀਂ ਠੀਕ ਲੱਗਦੀ, ਹਾਂ ਉਹਨੂੰ ਉਹਦੀ ਦਿੱਕਤ ਨੂੰ ਟਾਰਗੇਟ ਕਰਕੇ ਉਹਨੂੰ ਉਹ ਨਾ ਕਰੋ, ਹਰਟ ਨਾ ਕਰੋ। ਤੁਸੀਂ ਸਿੱਧਾ ਕਹਿ ਦਿਓ ਵੀ ਦੇਖੋ ਜੀ ਮੈਂ ਨਹੀਂ ਕਰਵਾਉਣਾ, ਪਰ ਉਹਦੀ ਡਿਸੇਬਿਲਿਟੀ ਨੂੰ ਲਾ ਲਓ, ਉਹਦੇ 'ਚ ਜਿਹੜੀ ਪ੍ਰੋਬਲਮ ਆ ਉਹਨੂੰ ਲੈ ਕੇ ਤੁਸੀਂ ਟਾਰਗੇਟ ਕਰਕੇ ਤੁਸੀਂ ਉਹਨੂੰ ਹਰਟ ਫੀਲ ਕਰਦੇ ਹੋ, ਉਹ ਬਹੁਤ ਜ਼ਿਆਦਾ ਗਲਤ ਗੱਲ ਆ। ਤੇ ਉਹ ਚੀਜ਼ਾਂ ਹੁੰਦੀਆਂ ਸੀਗੀਆਂ, ਪਰ ਮੈਨੂੰ ਇਹ ਚੀਜ਼ ਕਦੀ ਨਹੀਂ ਫੀਲ ਹੋਈ ਕਿ ਹਾਂ ਯਾਰ ਵੀ ਕੋਈ ਮੋਲ ਦੇ ਵਿੱਚ ਜਾਂ ਕਿਤੇ ਕੋਈ ਜੋੜਾ ਨਵ ਵਿਆਹਿਆ ਹੈਗਾ, ਤਾਂ ਉਸ ਚੀਜ਼ 'ਚ ਮੈਨੂੰ ਹਾਂ ਇੰਨਾ ਜ਼ਰੂਰ ਹੁੰਦਾ ਸੀ ਵੀ ਯਾਰ ਜਿਵੇਂ ਇਹ ਦੋਵੇਂ ਖੁਸ਼ ਨੇ, ਮੇਰੀ ਵਾਈਫ ਜਿਵੇਂ ਦੀ ਵੀ ਹੋਊਗੀ, ਜੋ ਵੀ ਹੋਊਗੀ ਤੇ ਕਿਸੇ ਵੀ ਤਰ੍ਹਾਂ ਦੀ ਹੋਊਗੀ, ਮੈਂ ਉਹਦੇ ਡ੍ਰੀਮਸ ਦੇਖੋ, ਹਰੇਕ ਘਰ ਵਾਲੇ ਦੇ ਡ੍ਰੀਮਸ ਜ਼ਰੂਰ ਹੁੰਦੇ ਆ। ਮੇਰੀ ਕੋਸ਼ਿਸ਼ ਹਮੇਸ਼ਾ ਜ਼ਿੰਦਗੀ 'ਚ ਇਹੀ ਰਹੂਗੀ ਵੀ ਯਾਰ ਮੈਂ ਉਹਦੇ ਨਾਲ ਬਸ ਜ਼ਿੰਦਗੀ 'ਚ ਖੜਨਾ। ਬਸ ਮੇਰੀ ਇੱਛਾ ਇੰਨੀ ਕੁ ਜ਼ਰੂਰ ਸੀਗੀ ਵੀ ਯਾਰ ਉਹ ਮੇਰੇ ਨਾਲ ਹਰੇਕ ਗੱਲ ਸ਼ੇਅਰ ਜ਼ਰੂਰ ਕਰੇ, ਕਿਉਂਕਿ ਦੇਖੋ ਕਿਸੇ ਦੇ ਮੱਥੇ 'ਤੇ ਕੁਝ ਨਹੀਂ ਲਿਖਿਆ ਹੁੰਦਾ। ਬਸ ਉਹ ਮੇਰੇ ਨਾਲ, ਮੈਂ ਇਹਨਾਂ ਨੂੰ ਅਕਸਰ, ਸਾਡੀ ਪਰਸੋਂ ਗੱਲ ਹੋ ਰਹੀ ਸੀ, ਮੈਂ ਕਿਹਾ ਜੀ ਤੁਸੀਂ ਮੇਰੇ ਨਾਲ ਹਮੇਸ਼ਾ ਉਸ ਤਰ੍ਹਾਂ ਰਹਿਣਾ ਵੀ ਜ਼ਿੰਦਗੀ 'ਚ ਜੇ ਤੁਹਾਡਾ ਪੈਨ ਦਾ ਕੈਪ ਵੀ ਗੁੰਮ ਗਿਆ ਨਾ, ਉਹ ਵੀ ਆ ਕੇ ਮੈਨੂੰ ਦੱਸਣਾ ਜੀ ਅੱਜ ਮੇਰਾ ਪੈਨ ਦਾ ਕੈਪ ਗੁੰਮ ਗਿਆ, ਠੀਕ ਹੈ। ਤੇ ਮੇਰੀ ਕੋਸ਼ਿਸ਼ ਹੋਊਗੀ ਵੀ ਉਹ ਪੈਨ ਤੁਹਾਨੂੰ ਨਵਾਂ ਲਿਆ ਕੇ ਦੇਵਾਂ, ਤੇ ਕਿਉਂਕਿ ਉਹ ਚੀਜ਼ ਤੁਹਾਡੇ ਅੰਦਰ ਕਿਤੇ ਨਾ ਕਿਤੇ ਇੱਕ ਵਿਸ਼ਵਾਸ, ਇੱਕ ਪ੍ਰੇਮ ਪਿਆਰ ਉਹ ਵਧਾਉਂਦਾ। ਮਤਲਬ ਉਹ ਇੱਕ ਐਜ਼ ਐਗਜ਼ਾਮਪਲ ਲੈ ਲਓ ਵੀ ਤੁਸੀਂ ਇੱਕ ਛੋਟੀ ਜਿਹੀ ਗੱਲ ਵੀ ਛੁਪਾਉਣੀ ਨਹੀਂ, ਤੇ ਇਹੀ ਗੱਲ ਮੈਂ ਆਪਦੀ ਲਾਈਫ 'ਚ ਢਾਲੀ ਆ। ਤੇ ਉਹ ਚੀਜ਼ ਚਲੋ ਮੈਂ ਸ਼ੁਕਰ ਕਰਦਾ ਪਰਮਾਤਮਾ ਦਾ, ਤੇ ਮੈਨੂੰ ਇੰਨਾ ਅੱਛਾ ਲਾਈਫ ਪਾਰਟਨਰ ਮਿਲਿਆ। ਮੈਂ ਲਾਈਫ 'ਚ ਵੈਸੇ ਕਦੀ ਸੋਚਿਆ ਨਹੀਂ ਸੀਗਾ, ਕਿਉਂਕਿ ਮੇਰੇ ਅੰਦਰ ਲੋਕਾਂ ਦੇ ਸਵਾਲਾਂ ਦੇ ਜਵਾਬਾਂ ਦੇ ਨਾਲ ਮੇਰਾ ਡਿਸਟਰਬਨੈਸ ਜ਼ਰੂਰ ਸੀਗੀ ਕਿ ਯਾਰ ਪਤਾ ਨਹੀਂ ਕੀ ਹੋਣਾ ਮੇਰੀ ਲਾਈਫ 'ਚ। ਕਿਤੇ ਅਗਲੀ ਕਹਿ ਦੇ ਕਿ ਨਹੀਂ ਵੀ ਇਹ ਤਾਂ ਮੂੰਹ ਚੱਕ ਕੇ ਸਾਈਕਲ 'ਤੇ ਰੋਡ 'ਤੇ ਫਿਰਦਾ ਰਹਿੰਦਾ, ਵੀ ਉਹੀ ਵੀ ਕਾਹਤੋਂ ਰਿਸਕ ਲੈ ਰਿਹਾ, ਇਹ ਉਹ ਮਨ ਕਰੇ ਉਹ ਖੁਦ ਹੀ ਕਹਿ ਦੇ ਵੀ ਹੁਣ ਤੁਸੀਂ ਸਾਈਕਲਿੰਗ ਨਹੀਂ ਕਰਨੀ, ਜਾਂ ਮੈਂ ਪੈਰਾ ਤਾਈਕਵਾਂਡੋ ਗੇਮ ਸਟਾਰਟ ਕੀਤੀ ਹੋਈ ਆ ਵੀ ਉਹ 'ਚ ਨਹੀਂ ਜਾਣਾ ਹੈਗਾ, ਜਾਂ ਕਹਿ ਦੇ ਵੀ ਤੁਸੀਂ ਛੱਡੋ ਵੀ ਆਪਦਾ ਠੀਕ ਆ, ਜੋਬ ਕਰ ਰਹੇ ਹੋ, ਆਪਣਾ ਖਰਚਾ ਪਾਣੀ ਚੱਲ ਰਿਹਾ, ਵੀ ਆਪਾਂ ਖੁਸ਼ ਹਾਂ, ਬਾਹਲਾ ਜ਼ਿਆਦਾ ਕਰਨ ਦੀ ਲੋੜ ਨਹੀਂ। ਪਰ ਠੀਕ ਆ ਜੀ, ਇਹ ਮੇਰੇ ਸੁਪਨਿਆਂ ਨਾਲ ਖੜੇ ਨੇ ਅੱਜ, ਆਪਣੇ ਡ੍ਰੀਮਸ ਨੇ। ਆਪਾਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਸਿੱਖੀ ਸਰੂਪ ਦੇ ਵਿੱਚ ਰਹਿੰਦੇ ਹੋਏ, ਤੇ ਗੁਰੂ ਮਹਾਰਾਜ ਮਿਹਰ ਕਰਨ। ਦੇਖੋ ਲੋਕ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਕਰਦੇ ਵੀ ਰਹਿਣਗੇ ਅੱਜ ਵੀ, ਮਤਲਬ ਚਾਹੇ ਕਿ ਸਾਡੀ ਜੋੜੀ ਨੂੰ ਗੁਰੂ ਸਾਹਿਬ ਦੀ ਮਿਹਰ ਨਾਲ ਤੇ ਤੁਹਾਡੇ ਸਾਰਿਆਂ ਦੇ ਪਿਆਰ ਨਾਲ ਬਹੁਤ ਪਸੰਦ ਕੀਤਾ ਜਾ ਰਿਹਾ, ਪਰ ਅੱਜ ਵੀ ਨੈਗੇਟਿਵ ਕਮੈਂਟ ਕਾਫੀ ਜਣੇ ਦੇ ਆ ਰਹੇ ਵੀ ਨਹੀਂ ਵੀ ਲਾਈਕ ਵੀ ਇਹ ਵੀ ਮੇਕਅਪ ਲਾ ਲਓ ਜਾਂ ਲਾ ਲਓ ਵੀ ਇਹ ਤੁਹਾਡੇ ਨਾਲ ਰਹਿੰਦੇ ਆ, ਦਮਾਲਾ ਕਿਉਂ ਨਹੀਂ ਸਜਾਉਂਦੇ, ਦਸਤਾਰ ਕਿਉਂ ਨਹੀਂ ਸਜਾਉਂਦੇ। ਮੈਂ ਕਿਹਾ ਭਾਜੀ ਯਾਰ ਮੈਂ ਉਹਨਾਂ ਨੂੰ ਅਕਸਰ ਕਹਿ ਦਿੰਦਾ ਹੁੰਦਾ ਵੀ ਯਾਰ ਉਹ ਮੇਰੇ ਨਾਲ ਆ ਕੇ ਖੜੇ ਨੇ ਨਾ, ਮੈਨੂੰ ਖੁਸ਼ੀ ਆ। ਮੈਂ ਕਿਹਾ ਉਹ ਜੋ ਕਰਨਗੇ ਮੇਰੇ ਲਈ ਕਬੂਲ ਆ, ਮੈਨੂੰ ਕੋਈ ਉਹ ਨਹੀਂ ਹੈਗਾ ਵੀ ਮੈਂ ਕੋਈ ਪਾਬੰਦੀ ਨਹੀਂ ਰੱਖਣੀ, ਮੈਂ ਖੁਸ਼ ਹਾਂ। ਹਾਂਜੀ, ਅਸੀਂ ਦੋਨੇ ਖੁਸ਼ ਹਾਂ। ਵੀ ਮੈਂ ਬਸ ਇੱਕ ਆਪਦੇ ਚੈਨਲ ਦੇ ਜ਼ਰੀਏ ਦੇ ਇਹ ਵੀ ਜ਼ਰੂਰ ਕਹਿਣਾ ਚਾਹੂੰਗਾ ਵੀ ਪਲੀਜ਼ ਕਿਸੇ ਵੀ ਤਰ੍ਹਾਂ ਦੀ ਸਾਡੀ ਲਾਈਫ 'ਚ ਬਸ ਉਹ ਇੰਟਰਫੇਅਰ ਮੈਂ ਕਿਸੇ ਦੀ ਤਰ੍ਹਾਂ ਦੀ ਨਹੀਂ ਚਾਹੂੰਗਾ। ਅਸੀਂ ਆਪਦੀ ਜ਼ਿੰਦਗੀ 'ਚ ਖੁਸ਼ ਹਾਂ, ਆਪਦੇ ਪਰਿਵਾਰ ਨਾਲ ਖੁਸ਼ ਹਾਂ। ਪਲੀਜ਼ ਕਿਸੇ ਤਰ੍ਹਾਂ ਦੀ ਕੋਈ ਇੰਟਰਫੇਅਰੈਂਸ, ਠੀਕ ਆ ਤੁਸੀਂ ਸਾਨੂੰ ਪਿਆਰ ਕਰ ਰਹੇ ਹੋ, ਉਹ ਤੁਹਾਡਾ ਸਾਡੇ ਸਿਰ ਮੱਥੇ ਆ, ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਦੋਨੇ ਹੱਥ ਜੋੜ ਕੇ ਵੀ ਤੁਸੀਂ ਸਾਨੂੰ ਇੰਨਾ ਪਿਆਰ ਕਰ ਰਹੇ ਹੋ। ਪਰ ਮੈਂ ਚਾਹੂੰਗਾ ਵੀ ਸਾਡੀ ਪਰਸਨਲ ਲਾਈਫ ਦੇ ਵਿੱਚ ਕਿਸੇ ਤਰ੍ਹਾਂ ਦੀ ਪਲੀਜ਼ ਕੋਈ ਇੰਟਰਫੇਅਰੈਂਸ ਨਾ ਕੀਤੀ ਹੋਣੀ ਵੀ ਨਹੀਂ ਚਾਹੀਦੀ ਇਸ ਤਰ੍ਹਾਂ ਦੀ ਇੰਟਰਫੇਅਰੈਂਸ, ਔਰ ਲੋਕਾਂ ਨੂੰ ਚਾਹੀਦਾ ਕਿ ਐਪਰੀਸ਼ੀਏਟ ਕੀਤਾ ਜਾਵੇ ਜੋੜੀ ਨੂੰ। ਅੱਛਾ ਸੁਖਪ੍ਰੀਤ, ਤੁਹਾਡਾ ਇੱਕ ਹੋਰ ਪੱਖ ਜਿਹੜਾ ਮੈਨੂੰ ਪਤਾ ਲੱਗਿਆ, ਤੁਸੀਂ ਥੀਏਟਰ ਦੇ ਆਰਟਿਸਟ ਰਹੇ ਹੋ, ਐਕਟਿੰਗ, ਕੋਈ ਚੀਜ਼ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੋਗੇ, ਆਪਣਾ ਕੋਈ ਟੈਲੈਂਟ ਜੇ ਕਰਨਾ ਚਾਹੋ ਤਾਂ? ਜੀ
ਜੀ ਇੱਕ ਡਾਇਲੋਗ ਆ, ਉਹ ਮਤਲਬ ਹੈ ਤਾਂ ਥੋੜਾ ਲੰਬਾ, ਪਰ ਮੈਂ ਸਾਰਾ ਬੋਲਣਾ ਚਾਹਾਂਗੀ। ਉਹ ਇੱਕ ਕੁੜੀ ਸੀ, ਉਹ ਇੱਕ ਧੀ ਸੀ, ਉਹ ਇੱਕ ਮਹਿਬੂਬਾ ਸੀ, ਉਹ ਇੱਕ ਪਤਨੀ ਸੀ, ਉਹ ਇੱਕ ਮਾਂ ਸੀ। ਅੱਜ ਨਾ ਉਹ ਕੁੜੀ ਸੀ, ਨਾ ਉਹ ਧੀ ਸੀ, ਨਾ ਉਹ ਪਤਨੀ ਸੀ, ਨਾ ਉਹ ਮਹਿਬੂਬਾ ਸੀ, ਨਾ ਉਹ ਮਾਂ ਸੀ। ਉਹ ਸਿਰਫ ਇੱਕ ਪਿੰਜਰ ਸੀ, ਹੱਡੀਆਂ ਤੇ ਮਾਂਸ ਦਾ ਬਣਿਆ ਹੋਇਆ ਪਿੰਜਰ। ਇਹ ਜੀ ਕਹਾਣੀ ਮੈਂ ਆਧਾਰਿਤ ਕਰਦੀ ਹਾਂ 1947 ਦੀਆਂ ਔਰਤਾਂ ਨੂੰ, ਕਿਉਂਕਿ ਉਹਨਾਂ ਔਰਤਾਂ ਨੂੰ ਜਿਨ੍ਹਾਂ ਦੇ ਨਾਲ ਬਹੁਤ ਹੀ ਗਲਤ ਹੋਇਆ ਸੀ, ਜਿਨ੍ਹਾਂ ਦੀ ਇੱਜ਼ਤ ਮਤਲਬ ਉਹਨਾਂ ਨੇ ਖਰਾਬ ਕਰ ਦਿੱਤੀ ਸੀ। ਸਿੱਖਾਂ ਦੀਆਂ ਧੀਆਂ ਨੂੰ ਚੱਕ ਲਿਆ ਗਿਆ ਸੀ ਤੇ ਆਪਣੇ ਨਾਲ ਪਾਕਿਸਤਾਨ ਲੈ ਗਏ ਸੀਗੇ। ਪਰ ਮੈਂ ਇਹ ਬਹੁਤ ਹੀ ਗਲਤ ਸੋਚਦੀ ਹਾਂ ਹੈ ਨਾ, ਕਿ ਮਤਲਬ ਕੀ ਪਤਾ ਉਹ ਆਪਣੇ ਵੀ ਵਿੱਚ ਹੋ ਸਕਦੇ ਸੀ, ਭੇਸ ਬਦਲੇ ਹੋਣਗੇ। ਪਰ ਅੱਜ ਮੇਰੀ ਇਹੀ ਸਾਰਿਆਂ ਨੂੰ ਮਤਲਬ ਬੇਨਤੀ ਆ ਤੇ ਇੱਕ ਰਿਕੁਐਸਟ ਆ ਕਿ ਪਲੀਜ਼ ਇੱਕ ਔਰਤ ਦੀ ਰਿਸਪੈਕਟ ਕਰੋ, ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਹੈ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਇੱਕ ਔਰਤ ਆ ਜਿਹਨੇ ਤੁਹਾਨੂੰ ਜਨਮ ਦਿੱਤਾ, ਇੱਕ ਮਰਦ ਨੂੰ ਜਨਮ ਦਿੱਤਾ ਇੱਕ ਔਰਤ ਨੇ, ਫਿਰ ਤੁਸੀਂ ਉਹਨੂੰ ਗਲਤ ਕਿਵੇਂ ਆਖ ਸਕਦੇ ਹੋ? ਉਸ ਨਾਲ ਗਲਤ ਸੋਚ ਕਿਵੇਂ ਸਕਦੇ ਹੋ? ਤੇ ਕਰਨਾ ਤਾਂ ਬਹੁਤ ਵੱਡੀ ਗੱਲ ਹੁੰਦੀ ਆ। ਮੇਰੀ ਇਹੀ ਆ ਕਿ ਤੁਸੀਂ ਔਰਤਾਂ ਦੀ ਰਿਸਪੈਕਟ ਕਰੋ, ਇੱਕ ਧੀ ਨੂੰ ਜਨਮ ਦਿਓ। ਅੱਜ ਕੱਲ੍ਹ ਮੈਂ ਬਹੁਤ ਦੇਖਿਆ ਹੈ ਜੀ, ਸਾਨੂੰ ਤਾਂ ਮੁੰਡਾ ਚਾਹੀਦਾ। ਕੁੜੀਆਂ ਆਪ ਵੀ ਆਖ ਦਿੰਦੀਆਂ ਸਾਨੂੰ ਮੈਰਿਜ ਤੋਂ ਬਾਅਦ ਪਹਿਲਾਂ ਮੁੰਡਾ ਚਾਹੀਦਾ, ਸਾਨੂੰ ਕੁੜੀ ਨਹੀਂ ਚਾਹੀਦੀ। ਜੇ ਕੁੜੀ ਹੋ ਵੀ ਗਈਆਂ, ਵਾਹਿਗੁਰੂ ਦੀ ਮਿਹਰ ਆ ਹੈ ਨਾ, ਕਿਸੇ ਦੇ 5 ਹੋ ਗਈਆਂ 7 ਹੋ ਗਈਆਂ, ਗੁਰੂ ਜੀ ਦਾ ਭਾਣਾ ਮੰਨੋ, ਕਿਉਂਕਿ ਜੇ ਸੁੱਖ ਦੇਣਾ ਹੈ ਤਾਂ ਧੀ ਨੇ ਵੀ ਦੇ ਦੇਣਾ, ਜੇ ਸੁੱਖ ਨਹੀਂ ਦੇਣਾ ਤਾਂ ਪੁੱਤ ਨੇ ਵੀ ਨਹੀਂ ਦੇਣਾ। ਕਿਉਂਕਿ ਜਿਹੜੇ ਪੁੱਤ ਹੁੰਦੇ ਆ ਉਹ ਵੀ ਨਸ਼ੇ ਤਾਂ ਕਰਨ ਲੱਗ ਹੀ ਜਾਂਦੇ ਆ। ਜੇ ਤੁਸੀਂ ਕਹਿ ਦੋਗੇ ਕਿ ਹਾਂ ਜੀ ਕੁੜੀ ਇੱਧਰ ਉੱਠ ਗਈ ਉੱਧਰ ਉੱਠ ਗਈ, ਗਲਤ ਕੰਮੀ ਪੈ ਗਈ, ਕੀ ਤੁਸੀਂ ਮੁੰਡਿਆਂ ਦੇ ਪਿੱਛੇ ਜਾ ਕੇ ਕਦੇ ਦੇਖਿਆ ਹੈ ਕਿ ਉਹ ਕਿੱਥੇ ਜਾਂਦੇ ਆ, ਕੀ ਕਰਦੇ ਹੁੰਦੇ? ਕਦੇ ਫੋਨ ਚੈੱਕ ਕੀਤਾ? ਕੁੜੀਆਂ ਤੇ ਤੁਹਾਨੂੰ ਬਹੁਤ ਆਪਸ਼ਨ ਹੁੰਦੇ ਆ ਕਿ ਆ ਕਿਹਦਾ ਫੋਨ ਆਇਆ ਹੈ, ਆਏ ਆ ਜਾਂ ਤੂੰ ਸਾਡੇ ਘਰ ਦੀ ਇੱਜ਼ਤ ਆ। ਕਿਉਂ ਮੁੰਡੇ ਸਿੱਟੇ ਵੇ ਆ ਤੁਹਾਨੂੰ? ਮੁੰਡੇ ਘਰ ਦੀ ਇੱਜ਼ਤ ਨਹੀਂ ਹੁੰਦੇ? ਕਦੇ ਤੁਸੀਂ ਕਹਿ ਦਿੰਦੇ ਹੋ ਕੁੜੀ ਮੁੰਡਾ ਬਰਾਬਰ ਹੈ, ਕਦੇ ਤੁਸੀਂ ਕਹਿ ਦਿੰਦੇ ਨਹੀਂ ਜੀ ਇਹ ਤਾਂ ਕੁੜੀ ਆ, ਇਹਨੂੰ ਤਾਂ ਘਰੇ ਰਹਿਣਾ ਚਾਹੀਦਾ, ਇਹਨੂੰ ਤਾਂ ਪੜਾਉਣਾ ਨਹੀਂ, ਇਹਨੂੰ ਤਾਂ ਐਂ ਨਹੀਂ ਕਰਨਾ। ਕਿਉਂ ਕੁੜੀਆਂ ਗੁਲਾਮ ਕਿਉਂ? ਕਿਉਂਕਿ ਕੁੜੀ ਦੇ ਨਾਲ ਹੀ ਅੱਗੇ ਵੰਸ਼ ਬਣਦਾ ਹੈ, ਸਮਾਜ ਅੱਗੇ ਵੱਧਦਾ ਹੈ, ਪੀੜ੍ਹੀ ਦਰ ਪੀੜ੍ਹੀ ਅੱਗੇ ਕੁੜੀ ਹੀ ਜਨਮ ਦਿੰਦੀ ਆ। ਤਾਂ ਪਲੀਜ਼ ਬੇਨਤੀ ਆ ਕਿ ਇੱਕ ਔਰਤ ਦੀ ਗੁਰੂ ਸਾਹਿਬ ਜੀ ਨੇ ਵੀ ਕਿਹਾ ਆ, ਰਿਸਪੈਕਟ ਕਰੋ, ਉਹਦਾ ਆਦਰ ਮਾਣ ਸਤਿਕਾਰ ਕਰੋ। ਬਿਲਕੁਲ ਬਿਲਕੁਲ, ਬਹੁਤ ਵਧੀਆ ਸੁਨੇਹਾ ਵਾ ਸੁਖਪ੍ਰੀਤ ਦਾ। ਅੱਛਾ, ਹੁਣ ਮੈਂ ਚਾਹੂੰਗਾ ਕਿ ਜਗਵਿੰਦਰ ਬਾਈ ਦੇ ਪਰਿਵਾਰ ਦੇ ਨਾਲ ਵੀ ਤੁਹਾਨੂੰ ਰੂਬਰੂ ਕਰਵਾ ਦਈਏ, ਕਿਉਂਕਿ ਮੈਨੂੰ ਲੱਗਦਾ ਕਿ ਉਹ ਵੀ ਸਾਹਮਣੇ ਆਉਣੇ ਚਾਹੀਦੇ ਨੇ, ਕਿਉਂਕਿ ਬਹੁਤ ਵੱਡੀ ਸਮਾਜ ਦੇ ਲਈ ਇੰਸਪੀਰੇਸ਼ਨ ਨੇ। ਜਗਵਿੰਦਰ ਜੇ ਅੱਜ ਸੁਪਰ ਸਿੰਘ ਬਣ ਪਾਇਆ, ਜੇ ਇਸ ਮੁਕਾਮ ਤੱਕ ਪਹੁੰਚ ਪਾਇਆ, ਤਾਂ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਆ। ਮੈਂ ਚਾਹੂੰਗਾ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਤੁਹਾਨੂੰ ਰੂਬਰੂ ਕਰਵਾ ਦਈਏ। ਆਂਟੀ, ਤੁਹਾਡਾ ਬਹੁਤ ਸਵਾਗਤ ਹੈ ਜੀ ਸਾਡੇ ਚੈਨਲ ਦੇ ਉੱਤੇ। ਤੁਸੀਂ ਬਹੁਤ ਵੱਡੀ ਇੰਸਪੀਰੇਸ਼ਨ ਹੈਗੇ ਹੋ ਸਭ ਦੇ ਲਈ। ਕੀ ਸੁਨੇਹਾ ਦਿਓਗੇ? ਕਿਉਂਕਿ ਬਹੁਤ ਜ਼ਿਆਦਾ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕਈ ਵਾਰ ਇਸ ਤਰ੍ਹਾਂ ਦਾ ਕੁਝ ਹੋ ਜਾਂਦਾ ਕਿ ਉਹ ਦਿਲ ਛੱਡ ਜਾਂਦੇ ਨੇ। ਮੈਂ ਤਾਂ ਇਹੀ ਸੁਨੇਹਾ ਦਿਉਂਗੀ ਅੱਜ ਮਾਵਾਂ ਨੂੰ ਵੀ ਦੇਖੋ, ਅੱਜ ਜਗਵਿੰਦਰ ਇੱਥੋਂ ਤੱਕ ਜੇ ਸਭ ਕੁਝ ਕਰਿਆ ਸੀ, ਤਾਂ ਅੱਜ ਜਗਵਿੰਦਰ ਦੇ ਮੁਤਾਬਕ ਮੈਂ ਇੱਥੋਂ ਤੱਕ ਪਹੁੰਚੇ, ਠੀਕ ਹੈ ਜੀ। ਅਤੇ ਅੱਜ ਮੈਂ ਉਹਨਾਂ ਮਾਵਾਂ ਨੂੰ ਇਹੀ ਕਹਿਣਾ ਚਾਹੂੰਗੀ ਵੀ ਜਿਹੜੇ ਬੱਚੇ ਹੈਂਡੀਕੈਪਟ ਹੁੰਦੇ ਉਹਨਾਂ ਤੁਸੀਂ ਆਸ਼ਰਮ 'ਚ ਨਾ ਛੱਡੋ, ਉਹਨਾਂ ਦੀ ਦੇਖਭਾਲ ਕਰੋ। ਰੱਬ ਨੇ ਰੋਜੀ ਰੋਟੀ ਸਾਰਾ ਕੁਝ ਉਹਨਾਂ ਦੇ ਨਾਲ ਲਿਖ ਕੇ ਭੇਜਿਆ, ਠੀਕ ਹੈ। ਐਵੇਂ ਦੀ ਕੋਈ ਗੱਲ ਨਹੀਂ ਹੁੰਦੀ ਵੀ ਜਿੱਥੇ ਵੀ ਪਰਮਾਤਮਾ ਰੱਖੇ ਉੱਥੇ ਰਹਿਣਾ ਪੈਂਦਾ ਹੈ। ਇਹ ਕੁਦਰਤ ਦੀ ਖੇਡ ਨੂੰ ਕੋਈ ਆਪਾਂ ਨਹੀਂ ਇਸ ਤਰ੍ਹਾਂ ਕਰ ਸਕਦੇ। ਤਾਂ ਅੱਜ ਜਗਵਿੰਦਰ ਦੇ ਨਾਲ ਹੀ ਇੱਥੋਂ ਦੇਖੋ ਅੱਜ ਜਗਵਿੰਦਰ ਦਾ ਜੇ ਇੱਕ ਮੈਂ ਹੀ ਇਸ ਤਰ੍ਹਾਂ ਉਦੋਂ ਵੀ ਜਿਵੇਂ ਸਾਰੇ ਕਹਿੰਦੇ ਸੀ ਇਸ ਤਰ੍ਹਾਂ ਤੇ ਚਲੋ ਜੇ ਮੈਂ ਹੀ ਛੱਡ ਦਿੰਦੀ ਤਾਂ ਅੱਜ ਜਗਵਿੰਦਰ ਇਸ ਮੁਕਾਮ ਤੇ ਨਹੀਂ ਸੀ ਪਹੁੰਚ ਸਕਦਾ। ਬਿਲਕੁਲ ਬਿਲਕੁਲ, ਇਹ ਬਹੁਤ ਵੱਡੀ ਤੁਹਾਡੀ ਇੱਕ ਵੱਡੀ ਇੰਸਪੀਰੇਸ਼ਨ ਰਹੀ ਹੈ। ਜਗਵਿੰਦਰ, ਆਖਰ ਦੇ ਵਿੱਚ ਅਸੀਂ ਸਮ ਅਪ ਕਰੀਏ ਇੰਟਰਵਿਊ, ਕੀ ਮੈਸੇਜ ਕੀ ਦਿਓਗੇ ਲੋਕਾਂ ਨੂੰ? ਕਿਉਂਕਿ ਆਮ ਤੌਰ 'ਤੇ ਜਦੋਂ ਇਹ ਚੀਜ਼ ਪੁੱਛੀ ਦੀ ਹੈ ਤਾਂ ਹਰ ਕਿਸੇ ਦਾ ਇਹੀ ਸਵਾਲ ਹੁੰਦਾ ਕਿ ਮੈਂ ਇੰਨੇ ਜੋਗਾ ਹੈ ਨਹੀਂ ਕਿ ਲੋਕਾਂ ਨੂੰ ਮੈਸੇਜ ਦੇਦਾ। ਮੈਂ ਬਹੁਤ ਲੋਕ ਸਿਆਣੇ ਨੇ, ਪਰ ਮੈਨੂੰ ਲੱਗਦਾ ਕਿ ਤੁਸੀਂ ਜੇ ਮੈਸੇਜ ਦਿੰਦੇ ਹੋ ਤਾਂ ਉਹਦਾ ਕੋਈ ਮਾਇਨੇ ਨਹੀਂ, ਕਿਉਂਕਿ ਤੁਸੀਂ ਆਪਣੇ ਪਿੰਡੇ 'ਤੇ ਚੀਜ਼ਾਂ ਹੰਡਾਈਆਂ ਨੇ। ਕਿਉਂਕਿ ਤੁਹਾਡੇ ਰਾਹ ਆਮ ਲੋਕਾਂ ਦੇ ਰਾਹਾਂ ਤੋਂ ਵੱਖ ਨੇ। ਲੋਕ ਬਿਲਕੁਲ ਸੌਖੀ ਜ਼ਿੰਦਗੀ ਨੂੰ ਵੀ ਠੋਕਰਾਂ ਮਾਰਦੇ ਨੇ, ਬਹੁਤ ਜ਼ਿਆਦਾ ਪਰੇਸ਼ਾਨ ਨੇ, ਡਿਪਰੈਸ਼ਨ ਦੇ ਵਿੱਚ ਨੇ, ਖੁਦਕੁਸ਼ੀਆਂ ਹੋ ਰਹੀਆਂ ਨੇ, ਨਿੱਕੀ ਨਿੱਕੀ ਚੀਜ਼ ਤੋਂ ਘਰਾਂ ਦੇ ਵਿੱਚ ਕਲੇਸ਼ ਹੈ। ਜੀ ਬਿਲਕੁਲ ਜੀ ਬਿਲਕੁਲ, ਮਤਲਬ ਮੈਸੇਜ ਦਾ ਚਲੋ ਉਹ ਤਾਂ ਸਭ ਤੋਂ ਵੱਡੀ ਤਾਂ ਮੇਨ ਗੱਲ ਦੇਖੋ ਜੀ, ਗੁਰਬਾਣੀ ਦੇ ਦੱਸੇ ਹੋਏ ਮਾਰਗ 'ਤੇ ਚੱਲਦੇ ਹੋ ਤਾਂ ਉਹਦੇ ਤੋਂ ਵੱਡਾ ਕੋਈ ਮੈਸੇਜ ਨਹੀਂਗਾ। ਪਰ ਜਿਵੇਂ ਜ਼ਿੰਦਗੀ ਦਾ ਇੱਕ ਐਕਸਪੀਰੀਅੰਸ ਲਾ ਲਓ ਹੈ ਨਾ, ਤਾਂ ਉਹਦੇ ਹਿਸਾਬ ਨਾਲ ਉਹ ਕਹਿੰਦੇ ਆ ਨਾ ਵੀ मत गुमान कर अपने हाथों की लकीरों पे मुकद्दर उनके भी होते हैं जिनके हाथ नहीं होते। सो आपदे हत्थां ਦੀਆਂ ਲਕੀਰਾਂ ਵੱਲ ਦੇਖਣਾ ਕਿ ਯਾਰ ਸਾਡੀ ਤਾਂ ਕਿਸਮਤ 'ਚ ਆਹ ਚੀਜ਼ ਹੈ ਹੀ ਨਹੀਂ, ਜਾਂ ਸਾਡੀ ਕਿਸਮਤ 'ਚ ਨੌਕਰੀ ਨਹੀਂ ਹੈਗੀ, ਸਾਡੀ ਕਿਸਮਤ 'ਚ ਪੜ੍ਹਾਈ ਨਹੀਂ ਹੈਗੀ, ਸਾਡੀ ਕਿਸਮਤ ਦੇ ਵਿੱਚ ਆਹ ਚੀਜ਼ ਨਹੀਂ ਹੈਗੀ। ਕਿਸਮਤ ਅਸਲ ਦੇ ਵਿੱਚ ਤੁਸੀਂ ਆਪਦੇ ਹੱਥਾਂ ਪੈਰਾਂ ਨਾਲ ਬਣਾਉਣੀ ਆ, ਚੰਗੇ ਰਸਤਿਆਂ 'ਤੇ ਚੱਲ ਕੇ, ਆਪਦੀ ਮਿਹਨਤ ਦੇ ਰਸਤੇ 'ਤੇ ਚੱਲ ਕੇ, ਅਤੇ ਜਿੰਨੇ ਵੀ ਦੁੱਖ ਤਕਲੀਫਾਂ ਪ੍ਰੋਬਲਮਾਂ ਹਰਡਲਸ
ਉਹਨਾਂ ਨੂੰ ਪਾਰ ਕਰਕੇ, ਤੇ ਉੱਥੋਂ ਹੀ ਤੁਸੀਂ ਆਪਦੀ ਪਰਿਵਾਰ ਲਈ, ਆਪਦੀ ਫੈਮਿਲੀ ਲਈ, ਆਪਦੇ ਭੈਣ ਭਰਾਵਾਂ ਲਈ ਰੋਲ ਮਾਡਲ ਬਣਦੇ ਹੋ। ਜੇ ਇੱਕ ਪਿਤਾ ਇੱਕ ਮਾਂ ਆਪਦੇ ਬੱਚਿਆਂ ਨੂੰ ਦੱਸੇ ਕਿ ਅਸੀਂ ਤੇਰੇ ਵਾਸਤੇ ਦਿਨ ਰਾਤ ਮਿਹਨਤ ਕਰਕੇ ਤੈਨੂੰ ਪੜ੍ਹਾਇਆ ਤੇ ਤੇਰੇ ਲਈ ਮਿਹਨਤ ਕੀਤੀ, ਕੀ ਉਹ ਬੱਚਿਆਂ ਲਈ ਉਹਦੇ ਪਿਤਾ ਰੋਲ ਮਾਡਲ ਨਹੀਂ ਹੋਣਗੇ? ਅਸਲ ਦੇ ਵਿੱਚ ਜੋ ਸਟਰਗਲ, ਜੋ ਮਿਹਨਤ ਮਾਤਾ ਪਿਤਾ ਕਰਦੇ ਆ, ਮੈਂ ਚਾਹੁੰਦਾ ਕਿ ਉਹ ਆਪਦੇ ਬੱਚਿਆਂ ਨਾਲ ਜ਼ਰੂਰ ਸ਼ੇਅਰ ਕਰਨ, ਤੇ ਉਹ ਦੂਸਰੇ ਰੋਲ ਮਾਡਲਾਂ ਨੂੰ ਛੱਡ ਕੇ ਤੁਹਾਨੂੰ ਰੋਲ ਮਾਡਲ ਸਮਝਣ, ਆਪਦਾ ਰੋਲ ਮਾਡਲ ਆਪਦੇ ਮਾਤਾ ਪਿਤਾ ਨੂੰ ਸਮਝਣ ਵੀ ਨਹੀਂ ਬਾਈ ਤੂੰ ਕਿਸੇ ਹੋਰ ਦਾ ਫੈਨ ਹੋਣਾ ਜਾਂ ਰੋਲ ਮਾਡਲ ਤੇਰਾ ਕੋਈ ਹੋਰ ਹੋਣਾ, ਪਰ ਮੇਰੇ ਲਈ ਫੈਨ ਤਾਂ ਮੇਰੇ ਬੇਬੇ ਬਾਪੂ ਨੇ, ਉਹਨਾਂ ਨੇ ਮੇਰੇ ਲਈ ਬਹੁਤ ਕੁਝ ਕੀਤਾ। ਤੇ ਜਦੋਂ ਉਹ ਚੀਜ਼ਾਂ ਹੁੰਦੀਆਂ ਨੇ ਫਿਰ ਉਹੀ ਚੀਜ਼ਾਂ ਅੱਗੇ ਜਾ ਕੇ ਤੁਸੀਂ ਕਰਦੇ ਹੋ ਵੀ ਨਹੀਂ ਬਾਈ ਸਾਡੇ ਮਾਪਿਓ ਨੇ ਮਿਹਨਤ ਕੀਤੀ ਆ, ਅਸੀਂ ਪਿੱਛੇ ਕਿਉਂ ਹਟ ਜੀ, ਅਸੀਂ ਵੀ ਮਿਹਨਤ ਕਰਾਂਗੇ, ਠੀਕ ਆ। ਤੇ ਸਾਨੂੰ ਤਾਂ ਸਾਡੇ ਪਿਤਾ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਬੜਾ ਕੁਝ ਕਰਕੇ ਦਿਖਾਇਆ, ਤੇ ਸਾਨੂੰ ਉਹਨਾਂ ਵੱਲ ਹੀ ਦੇਖ ਲੈਣਾ ਚਾਹੀਦਾ। ਤੇ ਉਹਨਾਂ ਤੋਂ ਵੱਡੀ ਸਾਡੇ ਸਾਹਮਣੇ ਕੋਈ ਐਗਜ਼ਾਮਪਲ, ਇੰਸਪੀਰੇਸ਼ਨ, ਰਾਈਟਰ, ਚਾਹੇ ਜੋ ਮਰਜ਼ੀ ਤੁਸੀਂ ਕਹਿ ਲਓ, ਵੀ ਉਹਨਾਂ ਤੋਂ ਵੱਡਾ ਕੁਝ ਨਹੀਂ ਹੈਗਾ। ਤੇ ਬਾਕੀ ਸੂਰਜ ਚਾਹੇ ਜਿੰਨੇ ਮਰਜ਼ੀ ਹੋਣਾ ਨਾ, ਉਹ ਕਦੀ ਸਮੁੰਦਰ ਨੂੰ ਨਹੀਂ ਸੁਕਾ ਸਕਦੇ, ਤੇ ਸਮੁੰਦਰ ਦੀ ਤਰ੍ਹਾਂ ਬਣ ਕੇ ਰਹੋ, ਹਨਾ। ਜਦੋਂ ਉਹਨਾਂ ਦੀਆਂ ਲਹਿਰਾਂ ਵੱਲ ਦੇਖਦੇ ਹੋ, ਵੱਡੀਆਂ ਵੱਡੀਆਂ ਚੀਜ਼ਾਂ ਨੂੰ ਸਾਈਡ ਤੇ ਕਰ ਦਿੰਦੇ ਆ, ਤੇ ਜਦੋਂ ਤੁਸੀਂ ਉਹਦੇ ਕਿਨਾਰੇ ਤੇ ਜਾ ਕੇ ਖੜੇ ਹੁੰਦੇ ਹੋ, ਜਿੰਨੇ ਪਿਆਰ ਨਾਲ ਤੁਹਾਡੇ ਪੈਰਾਂ ਨੂੰ ਆ ਕੇ ਚੁੰਮਦਾ, ਠੀਕ ਹੈ, ਉਹਦੀ ਨਿਮਰਤਾ ਵੀ ਫਿਰ ਦੇਖਣ ਵਾਲੀ ਹੁੰਦੀ ਆ। ਤੇ ਉਹਦੇ ਵਰਗੇ ਤੁਸੀਂ ਬਣ ਜਾਓਗੇ ਤਾਂ ਤੁਸੀਂ ਹਮੇਸ਼ਾ ਜ਼ਿੰਦਗੀ 'ਚ ਚੱਲਦੇ ਰਹੋਗੇ, ਅੱਗੇ ਵੱਧਦੇ ਰਹੋਗੇ, ਮਿਹਨਤ ਕਰਦੇ ਰਹੋਗੇ, ਕਦੀ ਪਿੱਛੇ ਮੁੜ ਕੇ ਦੇਖਣ ਦੀ ਲੋੜ ਹੀ ਨਹੀਂ ਹੈਗੀ। ਇਹ ਕਦੀ ਨਾ ਸੋਚੋ ਵੀ ਤੁਹਾਡੇ ਬਾਰੇ ਲੋਕ ਕੀ ਕਹਿਣਗੇ, ਆਂਢੀ ਗੁਆਂਢੀ ਕੀ ਕਹਿਣਗੇ, ਰਿਸ਼ਤੇਦਾਰ ਕੀ ਕਹਿਣਗੇ, ਪੜੋਸੀ ਕੀ ਕਹਿਣਗੇ ਜਾਂ ਕੀ ਸੋਚਣਗੇ। ਤੁਸੀਂ ਬਸ ਇਹ ਸੋਚੋ ਵੀ ਤੁਸੀਂ ਕੀ ਸੋਚਦੇ ਹੋ, ਬਿਲਕੁਲ ਆਪਣੇ ਆਪ ਬਾਰੇ ਤੁਹਾਡੇ ਕੀ ਵਿਚਾਰ ਨੇ, ਸਭ ਤੋਂ ਵੱਡੀ ਚੀਜ਼ ਹੈ ਜੀ। ਬਿਲਕੁਲ। ਸੋ ਇਹ ਸੀ ਜਗਵਿੰਦਰ ਸਿੰਘ ਉਰਫ ਸੁਪਰ ਸਿੰਘ। ਬਿਲਕੁਲ ਸੁਪਰ ਸਿੰਘ ਵਰਗੀ ਹੀ ਉਸਦੀ ਜ਼ਿੰਦਗੀ ਹੈ, ਤੇ ਆਸ ਕਰਦੇ ਹਾਂ ਤੁਸੀਂ ਜਦੋਂ ਇਹ ਇੰਟਰਵਿਊ ਦੇਖੋਗੇ ਜ਼ਰੂਰ ਪਸੰਦ ਕਰੋਗੇ, ਔਰ ਤੁਹਾਡੀ ਜ਼ਿੰਦਗੀ ਦੇ ਵਿੱਚ ਜੇਕਰ ਕੋਈ ਦੁੱਖ ਤਕਲੀਫ ਹੈ ਤਾਂ ਤੁਹਾਨੂੰ ਉਹ ਪੱਕੇ ਤੌਰ ਤੇ ਛੋਟਾ ਲੱਗਣ ਲੱਗ ਜਾਵੇਗਾ, ਕਿਉਂਕਿ ਇਸ ਇਨਸਾਨ ਦੀ ਜ਼ਿੰਦਗੀ ਵਾਕਈ ਹੀ ਆਪਣੇ ਆਪ ਦੇ ਵਿੱਚ ਸਾਡੇ ਸਭ ਦੇ ਲਈ ਇੱਕ ਚਾਨਣ ਮੁਨਾਰਾ ਹੈਗੀ ਹੈ, ਇੱਕ ਇੰਸਪੀਰੇਸ਼ਨ ਹੈਗੀ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਦੀਆਂ ਔਕੜਾਂ ਨੂੰ ਸਰ ਕਰ ਸਕਦੇ ਹਾਂ, ਕਿਸ ਤਰ੍ਹਾਂ ਅੱਗੇ ਵੱਧ ਸਕਦੇ ਹਾਂ। ਪਾਤੜਾਂ ਤੋਂ ਗਗਨ ਬੇਦੀ ਦੇ ਨਾਲ ਕੈਮਰਾਮੈਨ ਦਰਸ਼ੀ, ਡੇਲੀ ਪੋਸਟ ਪੰਜਾਬੀ।